ਲਓ ਜੀ, ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਹਾਜ਼ਰੀ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਐਂਡ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਤੁਸੀਂ ਸੋਚਣਾ ਵੀ ਬੰਦਾ ਕੈਮਰਾ ਔਨ ਹੋ ਗਿਆ, ਫੋਟੋ ਆ ਗਈ ਤੇ ਬੰਦਾ ਮੁਸਕਰਾਏ ਕਰੀ ਜਾਂਦਾ। ਉਹ ਸੋਚ ਰਿਹਾ ਸੀ ਕਿਉਂਕਿ ਕਾਰਨ ਇਹ ਆ ਵੀ ਹਰ ਰੋਜ਼ ਗੱਲ ਤੇ ਉਸੇ ਸਮੇਂ ਤੇ ਆਣ ਕੇ ਕਰਨੀ ਹੁੰਦੀ ਆ ਤੇ ਗੱਲਾਂ ਵੀ ਆਮ ਤੌਰ 'ਤੇ ਰਾਜਨੀਤੀ ਪੋਲੀਟਿਕਸ ਦੀਆਂ ਹੁੰਦੀਆਂ। ਪਰ ਅੱਜ ਚਲੋ ਫਿਰ ਇੱਕ ਵਾਰ, ਕਿਉਂਕਿ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਕੁਛ ਹੋਰ ਗੱਲਾਂ ਵੀ ਕਰ ਲਿਆ ਕਰੋ, ਅੱਜ ਵੀ ਇੱਕ ਵੱਖਰੇ ਐਂਗਲ ਦੀ ਗੱਲ ਕਰਨੀ ਆ। ਨਾਲ ਬੰਦਾ ਉਹੀ ਪਰਮਵੀਰ ਬਾਠ ਹੋਣੀ। ਹੋਰ ਬਾਠ ਸਾਹਿਬ ਕੀ ਹਾਲ ਜੀ? ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਜੀ। ਸਿਹਤਾਂ ਕਿੱਦਾਂ? ਸਿਹਤਾਂ ਹੁਣ ਬਹੁਤ ਠੀਕ ਨੇ, ਦਵਾਈ ਘਟਾਤੀ। ਅੱਗੇ ਸੀ ਇੱਕ ਦਾਲ ਖਾਣੀ ਹੈ ਤਾਂ ਹੁਣ ਕਹਿੰਦੇ ਜੀ ਜੋ ਮਰਜ਼ੀ ਖਾਓ, ਵਰਜਿਸ਼ ਪੂਰੀ ਆ, ਖੂੰਡੀ ਛੱਡਤੀ। ਹੋਰ ਕੀ ਚਾਹੀਦਾ? ਹਾਂ ਨਹੀਂ, ਮੈਂ ਹੁਣ ਉਹਨਾਂ ਨੂੰ ਇਹ ਵੀ ਗਿਆ, ਮੈਂ ਕਿਹਾ ਵੀ ਇੱਦਾਂ ਨਾ ਸੋਚਿਓ ਹੁਣ ਦੂਜੇ ਬੰਦੇ ਨੂੰ ਦਵਾਈ ਦਵਾਉਣੀ ਆ। ਮਤਲਬ ਪੱਕੇ ਗਾਹਕ ਬਣ ਗਿਆ ਆਪਾਂ। ਵੀ ਬੈੱਡ ਸਾਡਾ ਇੱਕ ਨਾ ਰਾਖਵਾਂ ਹੋਣਾ ਚਾਹੀਦਾ ਉੱਥੇ। ਹਾਂ ਚਲੋ ਗੱਲ ਇਹ ਆ ਬਾਠ ਸਾਹਿਬ ਵੀ ਮੈਂ ਕੁਦਰਤੀ ਸੋਚਦਾ ਸੀ ਕਿ ਵੀ ਆਹ ਜਿਹੜਾ ਕੰਮ ਡੇਲੀ ਆਪਾਂ ਨੂੰ ਕਰਨਾ ਪੈਂਦਾ, ਡੇਲੀ ਕੁਛ ਨਾ ਕੁਛ ਕਿਤੇ ਘਟ ਜਾਂਦਾ, ਕੋਈ ਵਾਪਰ ਜਾਂਦਾ ਜਾਂ ਕਿਤੇ ਕੋਈ ਬਿਆਨ ਦਾਗ ਦਿੰਦਾ, ਫਿਰ ਉਹਦਾ ਕੁਛ ਨਾ ਕੁਛ ਪੜਚੋਲ, ਕੋਈ ਸੱਜਾ ਖੱਬਾ ਪਾਸਾ ਜਿਹਦਾ ਨੇ ਵੀ ਰੋਟੀ ਚੱਕ ਕੇ ਵੇਖਣੀ ਪੈਂਦੀ ਵੀ ਕੋਈ ਪਾਸਾ ਕੱਚਾ ਤਾਂ ਨਹੀਂ ਇੱਕ ਨਾ, ਹੈ ਨਾ, ਜਾਂ ਕੱਚੀ ਭੁੰਨੀ ਜੀ ਨਾ ਹੋਵੇ। ਪਰ ਉਹ ਸਾਰੇ ਕੁਛ 'ਚ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਆਪਾਂ ਉਹ ਵਿੱਚ ਇਹ ਗੱਲਾਂ ਕਰਦੇ ਰਹੇ ਨੇ ਵੀ ਯਾਰ ਠੀਕ ਹੈ, ਇਹ ਗੱਲਾਂ ਤਾਂ ਉਹ ਹੋ ਗਈਆਂ ਵੀ ਜੋ ਬਾਜ਼ਾਰ ਕਰ ਰਿਹਾ, ਜੋ ਸਿਆਸਤ ਕਰ ਰਹੀ ਜਾਂ ਜੋ ਕੋਈ ਹੋਰ ਸੋਚ ਕੇ ਕਰਵਾ ਰਿਹਾ, ਉਹਦੀ ਜਸਟ ਇਨਫੋਰਮੇਸ਼ਨ। ਅਤੇ ਉਹ ਵੀ ਗੱਲਾਂ ਵਿੱਚ ਹੋਣੀਆਂ ਚਾਹੀਦੀਆਂ ਜਿਹੜੀਆਂ ਸਿੱਧੀਆਂ ਆਪਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਉਹਨਾਂ ਨੂੰ ਇਫੈਕਟ ਕਰਦੀਆਂ ਹੋਣ ਵੀ ਯਾਰ ਕਿਤੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਵੀ ਆਪਣਾ ਧਿਆਨ ਜਿਹੜਾ ਉਸ ਪਾਸੇ ਗਿਆ ਹੀ ਨਹੀਂ। ਇਹ ਕਰਨੀਆਂ ਕਿਉਂ ਨਹੀਂ ਚਾਹੀਦੀਆਂ? ਉਹੀ ਤਾਂ ਅਸਲੀ ਗੱਲਾਂ ਨੇ, ਬਾਕੀ ਤਾਂ ਖਬਰਾਂ ਨੇ। ਇਹ ਵੀ ਹੈ ਕਿ ਖਬਰ ਜਿਹੜੀ ਹੈ, ਖਬਰ ਤਾਂ ਬੇਹੀ ਹੋ ਜਾਂਦੀ ਆ, ਪੁਰਾਣੀ ਹੋ ਜਾਂਦੀ ਆ, ਅਤੇ ਉਹਦਾ ਹੀ ਕੋਈ ਪ੍ਰਸੰਗਿਕਤਾ ਹੀ ਨਹੀਂ ਰਹਿੰਦੀ। ਮੰਨ ਲਓ ਜਿਹੜੀ ਰੋਟੀ ਅੱਜ ਸਵੇਰੇ ਪੱਕੀ ਹੈ, ਹੁਣ ਸਾਡੇ ਵਰਗੇ ਨੇ ਤਾਂ ਦੁਪਹਿਰੇ ਉਹ ਗਰਮ ਕਰਕੇ ਖਾ ਲੈਣੀ, ਤੁਸੀਂ ਖਾਣੀ ਤਾਜ਼ੀ। ਯਾਨੀ ਤੁਸੀਂ ਰੋਟੀ, ਇਹ ਅੱਜ ਹੋਰ ਦੱਸ ਦੇਣਾ, ਇਹ ਸਰਦਾਰ ਸਾਹਿਬ ਰੋਟੀ ਖਾਂਦੇ ਨੇ, ਇਹ ਕਹਿੰਦੇ ਆ ਜੀ ਰੋਟੀ ਲਿਆਉਣੀ ਆ ਛੋਟੀ ਜਿਹੀ ਏਡੀ ਕੁ ਫੈਲਾ ਕੇ ਰੋਟੀ, ਅਤੇ ਦੂਜੀ ਰੋਟੀ ਤਵੇ ਤੋਂ ਲੈਂਦੀ ਉਦੋਂ ਹੋਣੀ ਚਾਹੀਦੀ ਜਦੋਂ ਪਹਿਲੀ ਦੀ ਇੱਕੋ ਹੀ ਬੁਰਕੀ ਰਹਿ ਗਈ ਹੋਵੇ। ਯਾਨੀ ਤੁਸੀਂ ਨਹੀਂ ਉਹ ਖਾਣੀ, ਤੁਹਾਡੇ ਲਈ ਉਹ ਪਹਿਲੀ ਸਵੇਰ ਵਾਲੀ ਬੇਹੀ ਰੋਟੀ ਜਿਹੜੀ ਆ ਉਹਦਾ ਮਾਇਨਾ ਕੋਈ ਨਹੀਂ। ਇਸ ਕਰਕੇ ਆਪਾਂ ਉਹ ਬੇਹੀ ਰੋਟੀ ਵਾਲਾ ਕੰਮ ਕਰਨਾ ਹੀ ਨਹੀਂ। ਅੱਜ ਉਹ ਕੰਮ ਕਰਨਾ ਜਿਹੜਾ ਮੰਨ ਲਓ ਪਿੰਨੀਆਂ ਵੱਟ ਲਈਆਂ, ਮਹੀਨਾ ਖੰਡ ਚੱਲਣੀਆਂ, ਇਸ ਕਰਕੇ ਅੱਜ ਵਾਲਾ ਪ੍ਰੋਗਰਾਮ ਆਪਾਂ ਇੱਦਾਂ ਦਾ ਕਰਨਾ ਜਿਹਦੇ 'ਚ ਪਿੰਨੀਆਂ ਵਾਲੀ ਮਹਿਕ ਆਊਗੀ, ਦੂਜੀ ਨਹੀਂ। ਲਓ ਜੀ, ਫਿਰ ਪਿੰਨੀਆਂ ਵੀ ਹੁਣ ਪਿੰਨੀਆਂ ਕਾਹਦੀਆਂ ਵੱਟਣੀਆਂ ਇਹ ਆਪਣੇ 'ਤੇ ਹੈ। ਹਾਂ, ਇਹ ਆਪਣੇ 'ਤੇ ਆ। ਇੱਕ ਮੈਂ ਇੱਥੇ ਹੋਰ ਬੇਨਤੀ ਕਰਾਂ, ਅੱਛਾ ਕੁਛ ਕਹਿਣ ਲੱਗੇ? ਨਹੀਂ, ਮੈਂ ਤਾਂ ਇਹ ਕਹਿਣ ਲੱਗਾ ਵੀ ਆਪਾਂ ਵੈਸੇ ਤਾਂ ਥੋੜ੍ਹੇ ਦਿਨਾਂ ਬਾਅਦ ਇਹ ਪਿੰਨੀਆਂ ਵੱਟ ਲਈਦੀਆਂ, ਉਹਦੇ 'ਚ ਹਾਂ ਉਹ ਬਦਲ ਲਈਦਾ, ਸਮੱਗਰੀ ਬਦਲ ਲਈਦੀ ਹੈ ਵੀ ਐਤਕੀ ਸਮੱਗਰੀ ਕਾਹਦੀ, ਵੀ ਐਤਕੀ ਵੀ ਆਟੇ ਵਾਲੀਆਂ, ਉਹ ਕਹਿੰਦੇ ਐਤਕੀ ਥੋੜ੍ਹੇ ਰਲੇ ਆਟੇ ਵਾਲੀਆਂ, ਥੋੜ੍ਹਾ ਵਿੱਚ ਜਿਹੜਾ ਬਾਕੀ ਦਾ ਸਮਾਨ ਆ ਘਿਓ ਘਿਆ ਵਾਲਾ ਕੰਮ ਉਹ ਥੋੜ੍ਹਾ ਵਧੇਰੇ। ਉਹ ਨਹੀਂ ਐਤਕੀ ਦਾਲ ਵਾਲੀਆਂ ਚਾਹੀਦੀਆਂ, ਆਟੇ ਵਾਲੀਆਂ ਨਾ ਬਣਾਇਓ ਐਤਕੀ, ਹੈ ਨਾ। ਵੈਸੇ ਵੀ ਪਿੰਨੀਆਂ ਚਲੋ ਹੋ ਸਕਦਾ ਕਿ ਪੰਜਾਬ ਵਾਲੇ ਡਾਂਗ ਕੱਢ ਲੈਣ ਵੀ ਇੱਥੇ ਗਰਮੀ ਨੇ ਧੂੰਆਂ ਕੱਢਿਆ, ਤੁਸੀਂ ਜਨਵਰੀ ਵਾਲੀਆਂ ਦਸੰਬਰ ਵਾਲੀਆਂ ਪਿੰਨੀਆਂ ਬਣਾਈ ਜਾਂਦੇ ਆ। ਚੌਲ ਜਿਹੜੇ ਨੇ, ਚੌਲ ਅੱਜ ਕੱਲ੍ਹ ਚਾਵਲ, ਰਾਈਸ, ਤੁਹਾਡੇ ਰਾਈਸ, ਉਹ ਜਿਹੜੇ ਸਾਡੇ ਰਾਈਸ ਕਿੱਦਾਂ ਵੇਚਾਂਗੇ ਤੱਕ ਨਹੀਂ ਤੁਹਾਡੇ ਰਾਈਸ, ਉਹ ਜਿਹੜੇ ਚੌਲ ਆ, ਦੇਖੋ ਬਣਾਉਣ ਦਾ ਢੰਗ ਹੀ ਹੁੰਦਾ। ਮੈਂ ਕਹਿੰਦਾ ਕਿ ਆਪਣੇ ਟੱਬਰ ਤੋਂ ਪਹਿਲਾਂ ਤਾਂ ਇਹ ਪੁੱਛਦੇ ਹਾਂ ਵੀ ਭਾਈ ਜਿਹਨੇ ਵੀ ਚੌਲ ਬਣਾਏ ਆ, ਕਈ ਬੀਬੀਆਂ ਨੇ ਤਾਂ ਬਣਾਉਣਾ ਹੀ ਆ ਘਰ ਦੇ ਵਿੱਚ, ਕਿਉਂਕਿ ਰਸੋਈ ਉਹਨਾਂ ਦੇ ਹਿੱਸੇ ਦਿੱਤੀ ਆਪਾਂ, ਬੰਦੇ ਵੀ ਬਣਾਉਂਦੇ ਆ, ਕਈ ਲੋਕੇ ਬਣਾਉਂਦੇ ਆ, ਜਾਣੀ ਕਿ ਕਈ ਦੱਸਦੇ ਆ ਮੈਂ ਬਣਾਉਣਾ ਕਿ ਨਹੀਂ। ਕਿਹੜੇ ਬੀਬੀ ਜਾਂ ਬੰਦਾ ਜਿਹੜਾ ਚੌਲ ਬਣਾਉਂਦਾ ਅਤੇ ਉਹ ਚੌਲ ਖਿਲ ਰਿਹਾ ਹੁੰਦਾ, ਜਾਣੀ ਕਿ ਕੱਲਾ, ਕਈ ਪੱਪਾ ਜਿਹਾ ਬਣਾਉਂਦੇ ਆ। ਆਹੋ ਵੈਸੇ ਗੱਲ ਇਹ ਆ ਵੀ ਚੌਲਾਂ 'ਚ ਵੀ ਫਰਕ ਆ। ਕੋਈ ਉਹਨੂੰ ਚੌਲ ਆਖ ਦਿੰਦਾ, ਕੋਈ ਕਹਿੰਦਾ ਪਲਾਓ ਬਣਾਇਆ, ਅਤੇ ਮੈਨੂੰ ਤਾਂ ਪਤਾ ਨਹੀਂ ਚੌਲ ਤੇ ਨਾ ਪਲਾਓ ਸੋਚਦਾ, ਮੈਂ ਤਾਂ ਜਰਦਾ ਹੀ ਸੋਚਦਾ, ਮਿੱਠੇ ਚੌਲ ਪੀਲੇ, ਹਾਂ, ਅਤੇ ਗੁੜ ਵਾਲੇ ਵੀ ਹੈਗੇ। ਸੋ ਚਲੋ ਇਹ ਉਹ ਸਾਰਾ ਕੁਛ ਆ, ਤੁਸੀਂ ਜ਼ਰੂਰ ਉਹਦੇ 'ਤੇ ਟਿੱਪਣੀ ਕਰ ਸਕਦੇ। ਪਰ ਅੱਜ ਆਪਾਂ ਨਾ ਤਾਂ ਗੱਲ ਚੌਲਾਂ ਦੀ ਕਰਨੀ ਆ, ਨਾ ਆਪਾਂ ਗੱਲ ਮਿੱਠਿਆਂ ਚੌਲਾਂ ਦੀ, ਨਾ ਲੂਣ ਵਾਲਿਆਂ ਦੀ, ਨਾ ਪਿੰਨੀਆਂ ਦੀ। ਆਪਾਂ ਗੱਲ ਕਰਨੀ ਆ ਨੌਜਵਾਨੀ ਦੀ, ਕਿਉਂਕਿ ਕਾਰਨ ਹੈ ਵੀ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਅਤੇ ਪੰਜਾਬ, ਇਹ ਤਾਂ ਗੱਲ ਹੈਗੀ ਆ ਵੀ ਜਿਹੜੀ ਪੀੜ੍ਹੀ ਇਸ ਤੋਂ ਪਹਿਲਾਂ ਸੀ ਉਹ ਤੁਰ ਗਈ, ਜਿਹੜੀ ਹੁਣ ਆ ਉਹਨੂੰ ਲੱਗਦਾ ਹੋਊਗਾ ਵੀ ਯਾਰ ਅਸੀਂ ਆਪਣੇ ਤੌਰ 'ਤੇ ਬੈਸਟ ਕਰ ਰਹੇ ਹਾਂ। ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ, ਉਹਨਾਂ ਦੇ ਵਿੱਚ ਆਪਾਂ ਭਵਿੱਖ ਦੇਖਦੇ ਹਾਂ ਵੀ ਯਾਰ ਫਿਊਚਰ ਜਿਹੜਾ ਜੀ ਆਹ ਸਾਡਾ ਤੁਰਿਆ ਫਿਰਦਾ। ਹਰੇਕ ਮੇਰੇ ਖਿਆਲ ਨਾਲ ਇਹ ਸੋਚਦਾ ਵੀ ਯਾਰ ਮੈਂ ਆਪਣੇ ਜਵਾਕ ਨੂੰ ਲਿਖਾ ਦਿਆਂ, ਪੜ੍ਹਾ ਦਿਆਂ, ਇਹਨੂੰ ਕਿਤੇ ਨਾ ਕਿਤੇ ਕਾਬਲ ਬਣਾ ਦਿਆਂ, ਅਤੇ ਜੇ ਉਹ ਪੜ੍ਹਾਊ ਲਿਖਾਊਗਾ ਆਪਣੇ ਧੀ ਪੁੱਤ ਨੂੰ ਜਾਂ ਉਹਨੂੰ ਕਾਬਲ ਬਣਾਊਗਾ, ਅਤੇ ਫਿਰ ਉਹ ਇਹ ਸੋਚਦਾ ਵੀ ਜੇ ਉੱਥੋਂ ਦੇ ਲੋਕ ਪੜ੍ਹੇ ਲਿਖੇ ਨੇ ਜਾਂ ਜਿਹੜੇ ਫਿਊਚਰ ਦੇ ਵਸ਼ਿੰਦੇ ਨੇ ਪੰਜਾਬ ਦੇ, ਜਿੰਨੇ ਕੁ ਲਿਆਕਤ ਵਾਲੇ ਉਹ ਹੋਣਗੇ, ਉਹੋ ਜਿਹਾ ਪੰਜਾਬ ਹੋਊਗਾ। ਦੇਖੋ ਸੰਧਾਲੀਆ ਸਾਹਿਬ, ਇਹ ਜਿਹੜਾ ਮਸਲਾ ਇਕੱਲਾ ਪੰਜਾਬ ਦੀ ਜਵਾਨੀ ਦਾ ਨਹੀਂ, ਹਰ ਇੱਕ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਵੱਸਦਾ, ਉਹਦੀ ਸਭ ਤੋਂ ਵੱਡੀ ਫਿਕਰ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹੀ ਹੈ।
ਆਪਾਂ ਇੱਥੇ ਕਈ ਵਾਰੀ ਜਿਹੜੇ ਸੱਜਣ ਮਿਲਦੇ ਆ, ਬੀਬੀਆਂ ਚਾਹੇ ਬੀਬੇ, ਉਹੀ ਕਹਿੰਦੇ ਹੁੰਦੇ ਆ, ਦੇਖੋ ਜੀ ਅਸੀਂ ਤਾਂ ਇੱਧਰ ਆ ਗਏ, ਹੁਣ ਕੰਮ ਕਰਦੇ ਆ, ਗੁਜ਼ਾਰਾ ਕੁਝ ਠੀਕ ਆ, ਚਲੋ ਮਿਹਨਤ ਤਾਂ ਕਰਨੀ ਪੈਂਦੀ ਆ, ਰੋਟੀ ਖਾਂਦੇ ਆ। ਉੱਥੇ ਪਿੱਛੇ ਨਾ ਫਿਕਰ ਆ, ਕੋਈ ਕਹਿੰਦਾ ਹੁੰਦਾ ਜੀ ਮੈਨੂੰ ਭਾਣਜੇ ਦਾ ਫਿਕਰ ਆ, ਭਾਣਜੀ ਦਾ ਫਿਕਰ ਆ, ਕਿਸੇ ਨੂੰ ਭਤੀਜੇ ਤੇ ਭਤੀਜੀ ਦਾ ਫਿਕਰ ਹੈ। ਫਿਕਰ ਕੀ ਹੁੰਦਾ? ਹੁਣ ਦੇਖੋ ਜੀ ਉੱਥੇ ਉਹ ਪੜ੍ਹਦੇ ਤਾਂ ਹੈਗੇ ਆ, ਪਰ ਨਿਆਣੇ ਪਤਾ ਨਹੀਂ ਭਵਿੱਖ ਕੀ ਬਣਨਾ, ਕੁਛ ਖਾਣ ਨਾ ਲੱਭਣ। ਉੱਥੇ ਤੁਹਾਨੂੰ ਪਤਾ ਆ 2-4 ਵਾਰੀ ਉਹਦਾ ਲਾਇਆ, ਪਾਸਪੋਰਟ ਵੀ ਬਣਵਾਇਆ ਸੀ, ਪਤਾ ਨਹੀਂ ਕਾਗਜ਼ ਗਲਤ ਲਾਤੇ, ਖਰੇ ਉਹਨਾਂ ਨੇ ਰਿਫਿਊਜ਼ ਕਰਤਾ। ਜਾਣੀ ਕਿ ਇੱਥੇ ਬੈਠੇ ਪੰਜਾਬੀ ਵੀ, ਚਾਹੇ ਉਹ ਕੈਨੇਡਾ 'ਚ ਨੇ, ਅਮਰੀਕਾ 'ਚ ਨੇ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਰਪ ਦੇ ਕਿਸੇ ਮੁਲਕ 'ਚ ਨੇ, ਫਿਕਰ ਇੱਥੇ ਆਪਣਿਆਂ ਦੀ ਘੱਟ ਹੁੰਦੀ ਹੈ, ਤੇ ਪਿੱਛੇ ਜਿਹੜੀ ਰਿਸ਼ਤੇਦਾਰ ਜਾਂ ਪਰਿਵਾਰ ਦੇ ਵਿੱਚੋਂ ਕੋਈ ਜਵਾਨ ਧੀ ਪੁੱਤ ਹੈਗਾ ਉਹਦੀ ਵੱਧ ਹੁੰਦੀ ਹੈ। ਇਸ ਕਰਕੇ ਨਹੀਂ ਕਿ ਉਹਨੂੰ ਇੱਥੇ ਲਿਆਉਣਾ ਜ਼ਰੂਰੀ ਹੈ, ਇਸ ਕਰਕੇ ਕਿਉਂਕਿ ਇਹ ਤੌਖਲਾ ਹਰ ਇੱਕ ਦੇ ਮਨ ਦੇ ਵਿੱਚ ਹੈ ਕਿ ਜਿੱਥੇ ਉਹ ਹੈਗਾ ਉੱਥੇ ਪਤਾ ਨਹੀਂ ਉਹਦੇ ਕੋਲੋਂ ਰੋਟੀ ਕਮਾ ਹੋਣੀ ਹੈ ਕਿ ਨਹੀਂ ਕਮਾ ਹੋਣੀ, ਜਾਂ ਉਹਨੇ ਰੋਟੀ ਕਮਾਉਣ ਜੋਗਾ ਬਣਨਾ ਕਿ ਨਹੀਂ ਬਣਨਾ, ਬਣ ਹੋਣਾ ਕਿ ਨਹੀਂ ਹੋਣਾ। ਦੂਸਰੇ ਪਾਸੇ ਜੇ ਪੰਜਾਬ ਵਾਲੇ ਜਿਹੜੇ ਬਜ਼ੁਰਗ ਨੇ, ਤੁਸੀਂ ਦੇਖੋ ਕਿ ਘਰ ਦੇ ਵਿੱਚ ਬਜ਼ੁਰਗ ਹੋ ਸਕਦਾ ਕਿ ਉਹਨੂੰ ਸਵੇਰੇ ਚੱਕ ਕੇ ਮੰਜੇ ਤੋਂ ਬਾਹਰਲੇ ਮੰਜੇ 'ਤੇ ਲੈ ਆਉਂਦੇ ਹੋਣ, ਨਾ ਹੱਡ ਪੈਰ ਕੰਮ ਕਰਦੇ ਹੋਣ, ਤੇ ਸਾਰੀ ਦਿਹਾੜੀ ਉੱਥੇ ਬੈਠੇ ਬੈਠੇ ਬਾਖਰੂ ਭਾਵੇਂ ਬਜ਼ੁਰਗ ਕਰਦੇ ਰਹਿੰਦੇ। ਧਿਆਨ ਇਸੇ ਗੱਲ 'ਚ ਰਹਿੰਦਾ ਕਿ ਮੁੰਡਾ ਗਿਆ ਆ, ਚਾਹੇ ਉਹ ਪੜ੍ਹਨ ਗਿਆ, ਚਾਹੇ ਉਹ ਕੰਮ ਤੇ ਗਿਆ, ਚਾਹੇ ਘੁੰਮਣ ਗਿਆ, ਆਇਆ ਨਹੀਂ ਅਜੇ, ਸੁੱਖ ਹੋਵੇ। ਜਾਣੀ ਕਿ ਇੰਨੀ ਸੁਰੱਖਿਆ ਦੀ ਭਾਵਨਾ ਕਿਉਂ? ਜਾਣੀ ਕਿ ਕਹਾਣੀ ਕੀ ਹੈ? ਸਿੱਧੂ ਮੂਸੇਵਾਲੇ ਹੋਰਾਂ ਦਾ ਕਤਲ ਹੋਇਆ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ, ਹੋਰ ਬਹੁਤ ਸਾਰੀਆਂ ਘਟਨਾਵਾਂ ਘਟੀਆਂ। ਉਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਇੱਕ ਸਵਾਲ, ਪੰਜਾਬ ਦੀ ਜਵਾਨੀ ਕਿੱਧਰ ਜਾ ਰਹੀ ਹੈ? ਪੰਜਾਬ ਦੀ ਜਵਾਨੀ ਕੁਰਾਏ ਪੈ ਗਈ, ਗੈਂਗਸਟਰ ਸ਼ਬਦ ਇੱਕਦਮ ਉੱਪਰ ਨੂੰ ਆ ਗਿਆ। ਕਈ ਕਹਿੰਦੇ ਜੀ ਗੈਂਗਸਟਰਾਂ ਦੀ ਆਪਸ 'ਚ ਲੜਾਈ ਹੈ, ਉਹ ਜੇਲ੍ਹਾਂ 'ਚ ਬੰਦ ਨੇ, ਜੇਲ੍ਹਾਂ ਦੇ ਅੰਦਰੋਂ ਆਪਰੇਟ ਕਰਦੇ ਆ। ਕਿਸੇ ਕੋ ਕਹਿੰਦੇ ਜੀ 20 ਸ਼ੂਟਰ ਹੈ, ਕਿਸੇ ਕੋ 80 ਸ਼ੂਟਰ ਹੈ ਜੀ, ਉਹਨਾਂ ਦੇ ਨਾਲ ਮੁੰਡੇ ਅਟਰੈਕਟ ਬਹੁਤ ਹੁੰਦੇ ਆ ਜੀ, ਫਿਲਮਾਂ ਬਣਨ ਲੱਗ ਪਈਆਂ ਉਹਨਾਂ 'ਤੇ, ਨੌਜਵਾਨ ਦੇਖਣ ਬਹੁਤ ਜਾਂਦੇ ਆ। ਜਾਣੀ ਕਿ ਕੀ ਕਹਾਣੀ ਹੋ ਗਈ ਕਿ ਸਾਨੂੰ ਸਾਰਿਆਂ ਨੂੰ ਲੱਗਣ ਲੱਗ ਪਿਆ ਕਿ ਪੰਜਾਬ ਦੀ ਜਵਾਨੀ ਖਤਰੇ 'ਚ ਹੈ, ਪੰਜਾਬ ਦਾ ਨੌਜਵਾਨ ਕਿਤੇ ਕਿਰਾਏ ਨਾ ਪੈ ਜਾਵੇ। ਪਰ ਉਹਨਾਂ ਵਾਲੇ ਪਾਸਿਓਂ ਬੈਠ ਕੇ, ਉਹਨਾਂ ਵਾਲੇ ਦਿਮਾਗ ਦੇ ਹਿਸਾਬ ਦੇ ਨਾਲ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਕੀ ਨਜ਼ਰ ਆਉਂਦਾ ਹੈ, ਇੱਦਾਂ ਕਿਉਂ ਹੋ ਰਿਹਾ, ਕਹਾਣੀ ਕਿੱਥੇ ਖੜੀ ਹੈ, ਵਧਾ ਚੜਾ ਕੇ ਦੱਸੀ ਜਾ ਰਹੀ ਹੈ ਜਾਂ ਥੋੜ੍ਹੀ ਹੈ, ਉੱਥੋਂ ਅਸੀਂ ਅਜੇ ਸੋਚਣਾ ਸ਼ੁਰੂ ਕਰਨਾ। ਉਹ ਜ਼ਿਆਦਾ ਜ਼ਰੂਰੀ ਆ। ਦੇਖੋ ਇੱਕ ਗੱਲ ਤਾਂ ਪਹਿਲੀ ਆਪਾਂ ਕਰ ਲਈਏ ਵੀ ਜਦੋਂ ਆਪਾਂ ਟੀਵੀ 'ਤੇ ਬਹਿ ਕੇ ਗੱਲਬਾਤ ਕਰਦੇ ਹਾਂ, ਜਾਂ ਕੋਈ ਅਖਬਾਰ ਪੜ੍ਹ ਲਵੇ, ਜਾਂ ਕੋਈ ਸੋਸ਼ਲ ਮੀਡੀਆ 'ਤੇ ਵੇਖ ਲਵੇ, ਫਿਰ ਤੇ ਹਰੇਕ ਬੰਦੇ ਨੂੰ ਜਾਪਦਾ ਹੋ ਆਹ ਕੀ ਹੋ ਗਿਆ, ਆਹ ਤੇ ਸਾਰਾ ਬੇੜਾ ਗਰਕ ਹੋ ਗਿਆ, ਹੁਣ ਕਰਾਂਗੇ ਕੀ, ਇਹ ਤੇ ਰੁੜ ਗਿਆ ਸਾਰਾ ਕੁਝ। ਪਰ ਜਦੋਂ ਆਪਾਂ ਉਹ ਸਾਰੀ ਖਬਰ ਨੂੰ ਟੀਵੀ 'ਤੇ ਵੇਖ ਲਈਏ, ਅਖਬਾਰ 'ਚ ਪੜ੍ਹ ਲਈਏ, ਜੋ ਕੁਝ ਵੀ ਕਰ ਲਈਏ, ਫਿਰ ਮੈਨੂੰ ਲੱਗਦਾ ਹੁੰਦਾ ਵੀ ਉਹ ਸਾਰੀ ਚੀਜ਼ ਨੂੰ ਸੰਕੋਚ ਕੇ ਨਾ 2 ਮਿੰਟ ਆਪਣੇ ਆਪ ਨੂੰ ਦੇਣੇ ਚਾਹੀਦੇ ਆ। ਫਿਰ ਆਪਾਂ ਨੇ ਬੰਦਾ ਘਰ 'ਚ ਵੇਖੇ, ਆਪਣੇ ਆਂਢ ਗੁਆਂਢ ਵੇਖੇ, ਤੇ ਜੋ ਉੱਥੇ ਦੱਸਿਆ ਦਰਸਾਇਆ ਗਿਆ ਹੁੰਦਾ ਉਹਦੇ 'ਚੋਂ ਘਰ 'ਚ ਜਾਂ ਆਂਢ ਗੁਆਂਢ 'ਚ ਕਿੰਨੇ ਕੁ ਲੋਕ ਆਪਾਂ ਨੂੰ, ਜਾਂ ਕਿੰਨੇ ਕੁ ਜਵਾਕ ਆਪਾਂ ਨੂੰ ਉੱਦਾਂ ਦੇ ਮਿਲਦੇ ਆ। ਪਹਿਲੀ ਗੱਲ ਤਾਂ ਇਹ ਕੰਪੈਰੀਜ਼ਨ ਕਰ ਲੈਣਾ ਚਾਹੀਦਾ। ਫਿਰ ਇਹ ਵੀ ਗੱਲ ਆ ਵੀ ਜੇ ਉਹ ਸਾਰਾ ਕੁਝ ਹੈਗਾ, ਤੇ ਮੇਰੇ ਖਿਆਲ ਨਾਲ ਉਹਨੂੰ ਆਪਾਂ ਇੱਦਾਂ ਸੋਚਣ ਦੀ ਬਜਾਏ ਵੀ ਰੁੜ ਹੀ ਗਿਆ, ਇੱਦਾਂ ਵੀ ਤਾਂ ਸੋਚਿਆ ਜਾਂਦਾ। ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਖੇਤਾ ਤੇ ਖੇਤੀ ਵਾਲਾ, ਤੇ ਹੁਣ ਖੇਤੀ ਦੇ ਵਿੱਚ ਕੋਈ ਫਸਲ ਬੀਜ ਲਓ, ਕਿਹੜਾ ਬੂਟਾ ਵੀ ਜਿਹੜੇ ਬੂਟੇ ਨੂੰ ਆਖਿਆ ਵੀ ਆਹ ਸਾਰੇ ਕਿੱਲੇ ਦੇ ਵਿੱਚ ਵੀ 100% ਦੀ ਫਸਲ ਇੱਕੋ ਜਿਹੀ ਆ। ਹੋ ਸਕਦਾ ਕੋਈ ਬੂਟਾ ਕਮਜ਼ੋਰ ਹੋਵੇ, ਕਿਸੇ ਨੂੰ ਕੋਈ ਮਾੜਾ ਮੋੜ, ਕੋਈ ਤੇਲਾ, ਕੋਈ ਚੇਪਾ, ਕੋਈ ਸੁੰਡੀ, ਕੁਛ ਨਾ ਕੁਛ ਹੋ ਸਕਦਾ। ਪਰ ਹਾਂ, ਇਹਦਾ ਮਤਲਬ ਇਹ ਤਾਂ ਹੈ ਨਹੀਂ ਨਾ ਵੀ ਪੂਰੇ ਦਾ ਪੂਰਾ ਆਪਾਂ ਆਖੇ ਵੀ ਆਹ ਤਾਂ ਖਤਮ ਹੀ ਹੋ ਗਿਆ ਸਾਰਾ ਕੁਛ। ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਉਸ ਚੀਜ਼ ਦੀ ਫਿਕਰ ਕਰ ਰਹੇ ਨੇ ਵੀ ਯਾਰ ਇੱਥੇ ਵੀ ਇਹ ਸੁੰਡੀ ਤੁਰੀ ਆ, ਜੇ ਸੁੰਡੀ ਤੁਰੀ ਆ ਤੇ ਉਹਦੀਆਂ ਰੇਹਾਂ ਸਪਰੇਆਂ ਜੇ ਆਪਾਂ ਫਸਲਾਂ ਦੇ ਕਰ ਸਕਦੇ ਹਾਂ, ਤੇ ਇਹ ਜੇ ਆਪਾਂ ਨੂੰ ਮੁਸ਼ਕਲਾਂ ਜਾਪਦੀਆਂ ਤੇ ਇਹਨਾਂ ਦਾ ਉਹ ਹੱਲ ਕੀਤਾ ਜਾ ਸਕਦਾ। ਜੇ ਉਹ ਹੱਲ ਕਰ ਲਿਆ ਜਾਵੇ ਤੇ ਉਹ ਜ਼ਿਆਦਾ ਵਧੀਆ, ਬਜਾਏ ਦੇ ਕਿ ਵੀ ਬੰਦਾ ਮੱਥਾ ਫੜ ਕੇ ਬਹਿ ਜੇ ਉਹ ਮੈਂ ਨਾ ਇੱਕ ਬੂਟੇ ਤੇ ਤੇਲਾ ਵੇਖ ਲਿਆ, ਇਹਦਾ ਮਤਲਬ ਪੂਰੇ ਕਿੱਲੇ 'ਚ ਤੇਲਾ, ਉਹ ਨਹੀਂ ਚਾਹੀਦਾ। ਜਦੋਂ ਕੋਈ ਮਰੀਜ਼ ਡਾਕਟਰ ਦੇ ਕੋਲ ਜਾਂਦਾ, ਸੰਧਾਲੀਆ ਸਾਹਿਬ, ਡਾਕਟਰ ਜਾਂਦੇ ਕਦੇ ਟੀਕਾ ਨਹੀਂ ਲਾਉਂਦਾ, ਜਾਂਦੇ ਕਦੇ ਜਵਾਬ ਨਹੀਂ ਦਿੰਦਾ, ਜਾਂ ਜਾਂਦੇ ਕਦੇ ਇਹ ਨਹੀਂ ਕਹਿੰਦਾ ਕਿ ਇਹ ਤਾਂ ਸ਼ਾਮ ਤੱਕ ਠੀਕ ਹੋਇਆ ਲਓ। ਉਹ ਪਹਿਲਾਂ ਟੈਸਟ ਕਰਦਾ, ਨਬਜ਼ ਦੇਖੂਗਾ, ਮੱਥੇ ਤੇ ਲਾ ਕੇ ਦੇਖੂਗਾ, ਥਰਮਾਮੀਟਰ ਲਾਊਗਾ, ਅੱਖਾਂ 'ਚ ਦੇਖੂਗਾ, ਹੋ ਸਕਦਾ ਕੰਨ ਦੇ ਵਿੱਚ ਬੈਟਰੀਆਂ ਮਾਰ ਕੇ ਦੇਖੇ, ਹੋ ਸਕਦਾ ਕਿ ਜੀਭ ਬਾਹਰ ਕੱਢੋ, ਆ ਕਰੋ। ਯਾਨੀ ਉਹਨੇ ਆਪਣੇ ਵੱਲੋਂ ਤਸੱਲੀ ਕਰਨੀ ਹੈ। ਫਿਰ ਜੇ ਉਹਨੂੰ ਲੱਗੇ ਬਲੱਡ ਟੈਸਟ ਕਰਨਾ, ਯੂਰਿਨ ਟੈਸਟ ਕਰਨਾ, ਕੁਛ ਵੀ ਕਰਨਾ, ਉਹ ਕਰਾਊਗਾ। ਜਦੋਂ ਉਹਨੂੰ ਕਲੀਅਰ ਹੋ ਜਾਊਗਾ ਕਿ ਰੋਗ ਆ, ਫਿਰ ਉਹਨੇ ਦਵਾਈ ਦੇਣੀ ਸ਼ੁਰੂ ਕਰਨੀ ਆ। ਫਿਰ ਉਹਨੇ ਹਿਸਾਬ ਕਿਤਾਬ ਜਿਹਾ ਲਾਉਣਾ ਕਿ ਭਾਈ ਇਹਨੂੰ ਕਿੰਨੇ ਦਿਨ ਲੱਗਣਗੇ, ਗਲੂਕੋਜ਼ ਦੀ ਲੋੜ ਤਾਂ ਨਹੀਂ, ਇੰਜੈਕਸ਼ਨ ਦੀ ਲੋੜ ਹੈ, ਕਾਹਦੀ ਲੋੜ ਹੈ, ਫਿਰ ਅਗਲੇ ਪਾਸੇ ਨੂੰ ਗੱਲ ਤੁਰਨੀ। ਸਾਡੀ ਇੱਕ ਬਹੁਤ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਰੋਗ ਦੀ ਪਹਿਚਾਣ ਨਹੀਂ ਕਰਦੇ, ਅਸੀਂ ਪਹਿਲਾਂ ਜਵਾਬ ਦੇ ਦਿੰਦੇ ਹਾਂ ਕਿ ਸਾਡੇ ਵੱਲੋਂ ਜਵਾਬ ਆ ਵੀ ਇਹ ਬੰਦਾ ਰਾਜੀ ਨਹੀਂ ਹੋ ਸਕਦਾ। ਸੰਧਾਲੀਆ ਸਾਹਿਬ, ਇਹਦੇ ਤੋਂ ਪਹਿਲਾਂ ਕਿ ਜਿਹੜੀਆਂ ਸਮੱਸਿਆਵਾਂ ਨੇ ਆਪਾਂ ਉਹਦੀ ਚਰਚਾ ਕਰੀਏ, ਇੱਕ ਗੱਲ ਸਾਨੂੰ ਮੰਨ ਕੇ ਚੱਲਣੀ ਚਾਹੀਦੀ ਹੈ ਕਿ 3.25 ਕਰੋੜ ਆਬਾਦੀ ਹੈ,
ਆਪਾਂ ਇਹ ਵੀ ਮੰਨ ਕੇ ਚੱਲੀਏ ਕਿ ਕਰੋੜ ਸਵਾ ਕਰੋੜ ਜਾਂ 1.5 ਕਰੋੜ ਹੀ ਉਹਦੇ ਵਿੱਚੋਂ ਨੌਜਵਾਨ ਨੇ, ਤੇ ਉਹਦੇ ਵਿੱਚੋਂ ਕਿੰਨੇ ਕੁ ਬੰਦੇ ਆ ਜਿਹੜੇ ਆਪਾਂ ਨਸ਼ੇ 'ਚ ਦੇਖੇ ਆ, ਕਿੰਨੇ ਕੁ ਬੰਦੇ ਆ ਜਿਹੜੇ ਗੈਂਗਸਟਰਾਂ ਦੇ ਨਾਲ ਦੇਖੇ ਆ, ਕਿੰਨੇ ਕੁ ਬੰਦੇ ਆ ਜਿਹੜੇ ਅਪਰਾਧਿਕ ਗਤੀਵਿਧੀਆਂ ਦੇਖੇ ਥੋੜ੍ਹੇ ਹੁੰਦੇ ਆ। ਪਰ ਹਾਂ, ਅੱਜ ਜਿਹੜੇ ਦਿਨ ਚੱਲਦੇ ਆ, ਛਬੀਲਾਂ ਲੱਗਣੀਆਂ, ਉੱਥੇ ਪਹਿਲਾਂ ਗੁਰੂ ਘਰ ਦੇ ਵਿੱਚੋਂ ਬਲਟੋਏ ਚੱਕਦਿਆਂ, ਖੁਰਪੇ ਚੱਕਦਿਆਂ, ਜੱਗ ਚੱਕਦਿਆਂ, ਉਹਨਾਂ ਨੂੰ ਧੋਂਦਿਆਂ, ਟਰਾਲੀ 'ਚ ਰੱਖਦਿਆਂ, ਫਿਰ ਕਿਹੜੀ ਮੋਟਰ ਤੋਂ ਪਾਈਪ ਲਾ ਕੇ ਪਾਣੀ ਲਿਆਉਣਾ, ਕਿੱਥੇ ਟਰਾਲੀ ਲਾਉਣੀ ਹੈ, ਖੰਡ ਘੋਲਦਿਆਂ, ਸਕੈਸ਼ ਦੀਆਂ ਬੋਤਲਾਂ ਖਰੀਦ ਕੇ ਲਿਆਉਂਦਿਆਂ, ਹੋਰ ਆਪਣੇ ਬਾਕੀਆਂ ਨੂੰ ਕਹਿਣਾ ਉਹ ਬਾਈ ਨਹੀਂ ਵੀ ਟ੍ਰੈਫਿਕ ਆ ਵੀ ਇੱਧਰ ਹੋ ਕੇ ਜਿਹੜਾ ਆਪੇ ਰੁਕਦਾ ਉਹਨੂੰ ਜਲ ਛਕਾਉਣਾ ਹੈ, ਅੱਗੇ ਨਾ ਜਾਓ ਹਾਦਸਾ ਹੋ ਜੂ। ਆਪਾਂ ਦੇਖਦੇ ਹਾਂ ਨਾ ਕਿ ਨੌਜਵਾਨ ਹੁੰਦੇ ਆ। ਫਿਰ ਜਦੋਂ ਝੋਨਾ ਲਾਉਣਾ ਹੈ, ਝੋਨਾ ਵੱਢਣਾ ਹੈ, ਕਣਕ ਬੀਜਣੀ ਹੈ, ਕਣਕ ਵੱਢਣੀ ਹੈ, ਤੁਸੀਂ ਦੇਖੋ ਕਿ ਜਿਹੜੇ ਹੱਥੀਂ ਵੀ ਕਣਕ ਵੱਢਦੇ ਅਜੇ, ਮਸ਼ੀਨਾਂ ਤੇ ਵੀ ਲੱਗੇ ਹੋ ਆ, ਕੰਬਾਈਨਾਂ ਦੀ ਭਾਲ ਕਰਦੇ ਵੀ ਹੈਗੇ ਆ, ਮੰਡੀਆਂ 'ਚ ਜਾ ਕੇ ਬੈਠੇ ਆ, ਸਕੂਲ ਪੜ੍ਹਨ ਜਾਂਦੇ, ਕਾਲਜ ਪੜ੍ਹਨ ਜਾਂਦੇ ਆ, ਕੰਮਾਂ ਕਾਰਾਂ ਦੇ ਉੱਤੇ ਵੀ ਜਾਂਦੇ ਆ। ਫਿਰ ਹੋਰ ਤੁਸੀਂ ਦੇਖੋ ਕਿ ਕੋਈ ਵੀ ਸਮੱਸਿਆ ਆ ਜਾਏ, ਆਪਣੇ ਪਰਿਵਾਰਾਂ ਦੇ ਵਿੱਚ ਵੀ ਕੋਈ ਸਮੱਸਿਆ ਆ ਜਾਏ, ਮੁੰਡੇ ਖੁੰਡੇ ਹੁੰਦੇ ਆ, ਕੁੜੀਆਂ ਰਸੋਈ 'ਚ ਕੰਮ ਕਰਨਗੀਆਂ, ਹੋਰ ਕੰਮ ਕਰਨਗੀਆਂ, ਮੁੰਡੇ ਖੁੰਡੇ ਬਾਹਰਲਾ ਕੰਮ ਕਰਨਗੇ। ਜਾਣੀ ਕਿ ਜੇ ਆਪਾਂ ਇਹ ਮੰਨ ਲਈਏ ਨਾ ਕਿ ਪੰਜਾਬ ਦੀ ਜਵਾਨੀ ਤਾਂ ਰੁੜ ਗਈ ਜੀ, ਸਾਰੇ ਹੀ ਗੈਂਗਸਟਰਾਂ ਨੂੰ ਫੋਲੋ ਕਰਦੇ ਆ, ਸਾਰੇ ਜਿਹੜੇ ਬਦਮਾਸ਼ਾਂ ਦੇ ਪਿੱਛੇ ਲੱਗੇ ਆ, ਜਾਂ ਸਾਰੇ ਬੰਦੇ ਨਿਆਣੇ ਜਿਹੜੇ ਉਹ ਨਸ਼ੇ ਪੱਤੇ ਤੇ ਲੱਗ ਗਏ, ਇੱਦਾਂ ਕੁਛ ਨਹੀਂ। ਹਾਂ, ਇੱਕ ਗੌਲਣਯੋਗ ਹਿੱਸਾ ਹੈਗਾ, ਉਹਨਾਂ ਨੂੰ ਸੁਧਾਰਨਾ ਕਿਵੇਂ ਹੈ, ਉਹ ਕਹਾਣੀ ਉੱਥੇ ਤੱਕ ਪਹੁੰਚੀ ਕਿਵੇਂ ਹੈ, ਸਾਨੂੰ ਪਹਿਲਾਂ ਉਹ ਸਾਰੀ ਚੀਜ਼ ਸਟੱਡੀ ਕਰਨੀ ਵੀ। ਉਹ ਸਾਡੀ ਪੰਜਾਬੀਆਂ ਦੀ ਇੱਕ ਆਦਤ ਹੈ, ਅਸੀਂ ਫਤਵਾ ਬਹੁਤ ਛੇਤੀ ਦਿੰਨੇ ਆ। ਮੰਨ ਲਓ ਤੁਸੀਂ ਮੈਨੂੰ ਚਾਹ ਦਾ ਕੱਪ ਨਹੀਂ ਪਿਆਇਆ, ਅੱਜ ਨਹੀਂ ਪਿਆ ਨਾ, ਨਹੀਂ ਪਿਆ, ਹੁਣ ਤੇ ਪੀ ਲਈਏ, ਚਲੋ ਠੀਕ ਹੈ, ਅਜੇ ਮੇਰੇ ਕੋਲ ਹੈਗੀ ਜਦੋਂ ਹੈਗੀ ਠੀਕ। ਹੁਣ ਚਾਹ ਦਾ ਕੱਪ ਜੇ ਕਿਸੇ ਨੇ ਨਹੀਂ, ਉਹ ਬੰਦਾ ਕੋਈ ਹੋ ਸਕਦਾ ਜੇ ਪੈਸੇ ਨਾ ਹੋਣ, ਹੋ ਸਕਦਾ ਕੁਛ ਵੀ ਹੋਵੇ। ਜਾਣੀ ਅਸੀਂ ਸਾਰੀ ਉਮਰ ਦੇ ਲਈ ਆਦਾ ਉਹ ਕੰਜੂਸ ਬੰਦਾ, ਉਹ ਰਲ ਮਿਲ ਕੇ ਨਹੀਂ ਚੱਲ ਸਕਦਾ। ਜਾਣੀ ਆਪਣੇ ਕੋਲੋਂ ਇੰਨੀ ਛੇਤੀ ਫਤਵਾ ਅਸੀਂ ਬਣਾ ਲੈਣਾ ਤੇ ਉਹਨੂੰ ਪੱਕਾ ਹੀ ਸੈੱਟ ਕਰ ਲੈਣਾ। ਜੇ ਕਿਸੇ ਪਿੰਡ ਦਾ ਇੱਕ ਮੰਨ ਲਓ ਤੁਹਾਡੇ ਪਿੰਡ ਦੇ ਮੈਨੂੰ ਤੁਸੀਂ ਮਿਲ ਗਏ, ਮੇਰੇ ਲਈ ਸਾਰਾ ਵਹੀਂ ਪੂਈ ਤੁਹਾਡੇ ਵਰਗਾ ਹੀ ਆ, ਤੁਹਾਡੇ ਲਈ ਸਾਰਾ ਗੜੀ ਬਖਸ਼ਾ ਮੇਰੇ ਵਰਗਾ ਹੀ ਆ। ਅਸੀਂ ਆਪਣੇ ਮਨ 'ਚ ਹੋਣਾ ਯਾਰ ਉੱਥੇ ਦੇ ਬੰਦੇ ਤਾਂ ਇੱਦਾਂ ਦੇ ਹੁੰਦੇ ਆ, ਜਦ ਕਿ ਅਸੀਂ ਘੋਖ ਪੜਤਾਲ ਕਰਕੇ ਕਿਸੇ ਨਤੀਜੇ ਦੇ ਪਹੁੰਚੇ, ਆਦਤ ਹੈ ਸਾਡੀ। ਇਹ ਬੜਾ ਜ਼ਰੂਰੀ ਆ। ਦੇਖੋ, ਹੋ ਸਕਦਾ ਵੀ ਤੁਹਾਨੂੰ ਐਂ ਲੱਗਦਾ ਹੋਵੇ ਵੀ ਯਾਰ ਇਹ ਗੱਲਾਂ ਕਰਨ ਨਾਲੋਂ ਚੰਗਾ ਵੀ ਆਪਾਂ ਕੋਈ ਖਬਰ ਕੱਢੀਏ ਤੱਤੀ, ਆਪਾਂ ਕਰ ਦਈਏ ਖੁਲਾਸਾ, ਆਪਾਂ ਕਰ ਦਈਏ ਵੀ ਬ੍ਰੇਕਿੰਗ ਨਿਊਜ਼, ਲਓ ਜੀ ਸੱਚ ਆ ਗਿਆ ਜੇ ਸਾਹਮਣੇ। ਪਹਿਲੀ ਗੱਲ ਤਾਂ ਚਲੋ ਇੱਥੋਂ ਹੀ ਸ਼ੁਰੂ ਕਰ ਲਈਏ ਆਪਾਂ। ਇੱਕ ਤਾਂ ਬੜੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਿਹੜਾ ਸੋਸ਼ਲ ਮੀਡੀਆ ਨਾ, ਜਿੰਨਾ ਇਹ ਤੋਂ ਬਚਿਆ ਜਾ ਸਕਦਾ ਬਚਣ ਦੀ ਲੋੜ ਹੈ, ਕਿਉਂਕਿ ਇਹ ਇੱਕ ਐਸੀ ਬਿਮਾਰੀ ਹੈ, ਪਤਾ ਨਹੀਂ ਕਿਉਂ ਰੱਬ ਜਾਣੇ। ਸੋਸ਼ਲ ਮੀਡੀਆ ਹੁਣ YouTube ਕਿਹੜਾ ਵੀ ਇਕੱਲਾ ਪੰਜਾਬੀ 'ਚ ਚੱਲਦਾ, YouTube ਤਾਂ ਸਾਰੀਆਂ ਲੈਂਗੁਏਜਿਸ ਦੇ ਵਿੱਚ ਚੱਲਦਾ। ਪਤਾ ਨਹੀਂ ਦੁਨੀਆ ਦੀ ਕਿੱਥੋਂ ਕਿੱਥੋਂ ਤੱਕ ਹਿੱਸਿਆਂ ਤੱਕ ਲੋਕ ਇਹਦੇ 'ਤੇ ਆਪਣਾ ਜਿਹੜਾ ਉਹ ਕੰਟੈਂਟ ਪਾਉਂਦੇ ਆ। ਪਰ ਪਤਾ ਨਹੀਂ ਕਿਉਂ ਪੰਜਾਬੀ ਦਾ ਕੰਟੈਂਟ ਜਿਹੜਾ ਉਹੋ ਹੀ ਇੱਦਾਂ ਦਾ ਕਿਉਂ ਆ ਵੀ ਬਸ ਅੱਗ ਥੋੜ੍ਹੀ ਜਿਹੀ ਲਾਈ ਜਾਵੇ, ਥੋੜ੍ਹਾ ਜਿਹਾ ਚੱਕ ਲਿਆ ਜਾਵੇ, ਕੋਈ ਇੱਧਰ ਮਾੜੀ ਜਿਹੀ ਗੱਲ, ਇੱਕ ਉਹਦੇ ਬਾਤ ਉਹਦਾ ਫਿਰ ਬਤੰਗੜ ਬਣਾ ਕੇ ਪੇਸ਼ ਕੀਤਾ ਜਾਵੇ। ਉਹ ਜਿਹੜੀ ਨੈਗੇਟਿਵਿਟੀ ਆਪਾਂ ਪਰੋਸਣ ਵਾਲਾ ਕੰਮ ਸ਼ੁਰੂ ਕਰ ਲਿਆ, ਉਹ ਪਰੋਸਣ ਵਾਲੇ ਵੀ ਇਸ ਕਰਕੇ ਪਰੋਸਦੇ ਕਿਉਂਕਿ ਉਹਦਾ ਗਾਹਕ ਹੈਗਾ, ਕਿਉਂਕਿ ਜੇ ਗਾਹਕ ਨਾ ਹੋਵੇ ਨਾ ਤਾਂ ਫਿਰ ਉਸ ਚੀਜ਼ ਨੂੰ ਪਰੋਸਿਆ ਵੀ ਨਹੀਂ ਜਾਂਦਾ। ਇੱਥੇ ਮੈਂ ਕਈ ਵਾਰਾਂ ਸੋਚਦਾ ਹੁੰਦਾ ਵੀ ਯਾਰ ਇੱਕ ਐਨਾਲਿਸਿਸ ਜਿਹਾ ਤਾਂ ਕਰੀਏ ਵੀ ਜਿਹੜੇ ਬਾਕੀ ਦੀਆਂ ਕਮਿਊਨਿਟੀਜ਼ ਨੇ, ਹੋਰ ਲੈਂਗੁਏਜਿਸ ਨੇ, ਕੀ ਉਹ ਵੀ ਸਾਰਾ ਕੁਝ ਇਹੀ ਪਰੋਸਦੇ ਆ। ਪਹਿਲੀ ਗੱਲ ਤਾਂ ਇਹ ਵੀ ਤੁਹਾਨੂੰ ਨਿਊਜ਼ ਖਬਰਾਂ ਵਾਲੇ ਬਹੁਤ ਘੱਟ ਮਿਲਣਗੇ ਹੋਰ ਲੈਂਗੁਏਜਿਸ ਦੇ ਵਿੱਚ। ਜੇ ਉਹ ਮਿਲਣਗੇ ਵੀ ਤੇ ਉਹ ਖਬਰ ਤੱਕ ਦੀ ਗੱਲ ਹੁੰਦੀ ਆ, ਇਹ ਨਹੀਂ ਕਿ ਬਸ ਮਾਈਕ ਲੈ ਕੇ ਤੇ ਅਗਲੇ ਦੇ ਸੰਗ 'ਚ ਹੀ ਦੇਈ ਜਾਣਾ ਵੀ ਤੂੰ ਫਲਾਨਾ ਇੱਦਾਂ ਕੀਤਾ ਤੇ ਕੀਤਾ ਕਿਉਂ। ਦੂਜੀ ਬੇਨਤੀ, ਉਹਦੇ ਵਿੱਚ ਜੇ ਕੰਟੈਂਟ ਹੋਊਗਾ ਤੇ ਉਹ ਜਾਂ ਤਾਂ ਐਂਟਰਟੇਨਿੰਗ ਹੋਊਗਾ ਵੀ ਯਾਰ ਜੇ ਤੂੰ ਕਿਤੇ ਵੀਰ ਮੇਰਾ ਥੱਕਿਆ ਹਾਰਿਆ ਆਇਆ ਤੂੰ 5-7-10 ਮਿੰਟ ਉਹ ਕੰਟੈਂਟ ਦੇਖਿਆ, ਤੈਨੂੰ ਟੈਨਸ਼ਨ ਜਿਹੜੀ ਸੀ ਉਹ ਭੁੱਲ ਗਈ, ਤੂੰ ਕੁਝ ਹੋਰ ਇੰਜੋਏ ਕੀਤਾ। ਇਹ ਨਹੀਂ ਕਿ ਵੀ ਬੰਦਾ ਆਇਆ ਤੇ ਕੰਮ ਤੋਂ ਆ ਤੇ ਥੋੜ੍ਹਾ ਜਿਹਾ ਮੂਡ ਉਹਦਾ ਠੀਕ ਸੀ, ਉਹਨੇ ਤੁਹਾਨੂੰ ਦੇਖ ਲਿਆ ਤੇ ਅਚਾਨਕ ਉਹਨੂੰ ਫਿਕਰ ਹੋ ਗਿਆ ਵੀ ਉਹ BP ਵਾਲੀ ਗੋਲੀ ਲਿਆ ਦੇ, ਆਹ ਕੀ ਹੋਈ ਜਾਂਦਾ। ਇੱਕ ਤਾਂ ਉਹ ਫਰਕ ਹੈ। ਦੂਸਰੀ ਚੀਜ਼ ਵੀ ਉਹਦੇ ਵਿੱਚ ਕੁਛ ਨਾ ਕੁਛ ਕ੍ਰੀਏਟਿਵਿਟੀ ਨਜ਼ਰ ਆਉਂਦੀ ਆ ਵੀ ਯਾਰ ਦੁਨੀਆ ਇੱਥੇ ਵੱਸਦੀ ਆ, ਆਪਾਂ ਇਸ ਪਾਸੇ ਨੂੰ ਚੱਲੇ ਹਾਂ, ਮੈਂ ਆਹ ਚੀਜ਼ ਬਣਾ ਰਿਹਾ ਜਾਂ ਆਹ ਚੀਜ਼ ਕਰ ਰਿਹਾ। ਉਹ ਜਾਣੇ ਉਹਨੂੰ ਵੇਖ ਕੇ ਕਿਸੇ ਦੇ ਦਿਮਾਗ 'ਚ ਵੀ ਆਉਂਦਾ ਹੋਊਗਾ ਵੀ ਯਾਰ ਵੀ ਮੈਂ ਵੀ ਕੁਛ ਨਾ ਕੁਛ ਇਹੋ ਜਿਹਾ ਕਰ ਦਵਾਂ ਜਿਹੜਾ ਪੋਜ਼ਿਟਿਵ ਹੋਵੇ, ਸਕਾਰਾਤਮਕ ਹੋਵੇ, ਜਿਹਨੂੰ ਦੇਖ ਕੇ ਕਿਸੇ ਨੂੰ ਮਜ਼ਾ ਆਵੇ ਜਾਂ ਐਂਟਰਟੇਨ ਹੋਵੇ ਜਾਂ ਕੁਝ ਉਹ ਤੋਂ ਸਿੱਖੇ। ਪਰ ਜਿੱਧਰ ਨੂੰ ਆਪਾਂ ਮੋੜਾ ਕੱਟ ਲਿਆ ਉਹ ਤਾਂ ਆਪਾਂ ਇਹ ਲੱਭਦੇ ਹਾਂ ਵੀ ਉਹ ਹੋ ਆਹ ਜਿਹੜਾ ਨੀਲਾ ਅਸਮਾਨ ਹੈ ਨਾ ਜੀ, ਇਹ ਤਾਂ ਨੀਲਾ ਵੀ ਨਹੀਂ ਹੈਗਾ, ਇਹ ਤਾਂ ਪਤਾ ਨਹੀਂ ਜੀ ਇਹਦੇ 'ਚ ਕਿਹਨੇ ਕੀ ਘੋਲ ਦਿੱਤਾ। ਇਹ ਗੱਲ ਮਾੜੀ। ਸੰਤ ਵਾਲੀਆ ਸਾਹਿਬ ਦੇਖੋ, ਬਾਕੀ ਭਾਸ਼ਾਵਾਂ ਦੇ ਵਿੱਚ ਬਹੁਤ ਸਾਰਾ ਕੰਟੈਂਟ ਇੱਦਾਂ ਦਾ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ ਕਿ ਤੁਸੀਂ ਭਾਈ ਬੱਚੇ ਕਿੱਦਾਂ ਸਾਂਭਣੇ ਆ, ਬਜ਼ੁਰਗਾਂ ਦੀ ਸੇਵਾ ਕਿੱਦਾਂ ਕਰਨੀ ਆ, ਤੁਸੀਂ ਖੇਤੀ ਕਿੱਦਾਂ ਕਰਨੀ ਆ, ਤੁਸੀਂ ਆਹ ਜਿਹੜੀ ਨਵੀਂ ਤਕਨੀਕ ਆਈ ਹੈ ਇਹਦੀ ਵਰਤੋਂ ਕਿੱਦਾਂ ਕਰਨੀ ਆ, ਆਹ ਦੇਖੋ ਜੀ ਆਹ ਜਿਹੜਾ ਸਾਈਕਲ ਨਵਾਂ ਆਇਆ ਇਹਦੇ ਨਾਲ ਪਿੱਠ ਦੂਰੀ ਨਹੀਂ ਹੁੰਦੀ, ਤੁਹਾਡੀ ਰੀੜ੍ਹ ਦੀ ਹੱਡੀ ਦੇ ਉੱਤੇ ਪ੍ਰਭਾਵ ਮਾੜੇ ਨਹੀਂ ਪੈਂਦੇ,
ਜਾਂ ਕੋਈ ਨਵੀਂ ਚੀਜ਼ ਆਈ ਹੈ ਉਹਨੂੰ ਖੋਲ੍ਹਣਾ ਕਿੱਦਾਂ, ਉਹਨੂੰ ਬੰਦ ਕਿੱਦਾਂ ਕਰਨਾ, ਉਹਨੂੰ ਪ੍ਰਯੋਗ ਕਿੱਦਾਂ ਕਰਨਾ। ਜਾਣੀ ਕਿ ਲੋਕ ਉਹਦੇ ਰਾਹੀਂ ਸਾਰਾ ਕੁਝ ਸਿੱਖ ਲੈਂਦੇ ਆ। ਜਾਣੀ ਅੱਜ ਬਹੁਤ ਵੱਡਾ ਇੱਕ ਸਾਧਨ ਬਣ ਗਿਆ ਕਿ ਆਹ ਚੀਜ਼ ਯਾਰ ਪਤਾ ਨਹੀਂ ਲੱਗਦਾ ਕਿ ਆਹ ਗੱਲ ਕਰਨੀ ਕਿੱਦਾਂ ਆ, ਆਹ ਚੀਜ਼ ਬਣਾਉਣੀ ਕਿੱਦਾਂ। ਕੋਈ ਗੱਲ ਨਹੀਂ, ਸੋਸ਼ਲ ਮੀਡੀਆ 'ਤੇ ਦੇਖੋ ਬੜਾ ਵਧੀਆ। ਅਤੇ ਆਪਣੇ ਇੰਨੇ ਸੁਲੱਖਣੇ ਬੰਦੇ ਆ, ਮੈਂ ਹੁਣ ਕਹਿਣਾ ਨਹੀਂ ਸੀ ਚਾਹੁੰਦਾ, ਚਲੋ ਤੁਸੀਂ ਇੱਧਰਲੇ ਪਾਸੇ ਨੂੰ ਗੱਲ ਤੋਰ ਲਈ। ਜਾਣੀ ਆਪਣੀ ਮਾਨਸਿਕਤਾ ਕਿੱਦਾਂ ਦੀ ਆ, ਘਟੀਆ, ਗੰਦਾ, ਅਸ਼ਲੀਲ ਟਾਈਟਲ ਹੋਊਗਾ ਨਾ ਜਿਹਦੇ ਤੇ, ਉੱਤੇ ਸਭ ਤੋਂ ਵੱਧ ਕਲਿੱਕ ਹੋਊ। ਜਾਣੀ ਉਹਦੇ ਵਿੱਚ ਕੱਖ ਨਹੀਂ ਆਊ, ਉਹਦੇ ਤੇ ਸਭ ਤੋਂ ਵੱਧ ਕਲਿੱਕ ਹੋਊ। ਅਸੀਂ ਫਿਰ ਕਾਹਦੇ ਲਈ ਵਰਤਦੇ ਹਾਂ? ਜਾਣੀ ਜੇ ਕਿਸੇ ਨੇ ਬੰਦੇ ਨੇ, ਤੁਸੀਂ ਐਂਟਰਟੇਨਮੈਂਟ ਸ਼ਬਦ ਵਰਤਿਆ ਕਿ ਮਨੋਰੰਜਨ ਹੋਣਾ ਚਾਹੀਦਾ, ਪਰ ਮਨੋਰੰਜਨ ਦੀ ਵੀ ਤਾਂ ਇੱਕ ਸੀਮਾ ਹੁੰਦੀ ਨਾ, ਇੱਕ ਹੱਦ ਹੁੰਦੀ ਹੈ ਕਿ ਭਾਈ ਆਪਾਂ ਇੱਦਾਂ ਦਾ ਸਿਹਤਮੰਦ ਮਨੋਰੰਜਨ ਵੀ ਹੁੰਦਾ, ਮਾੜਾ ਸਿਰੇ ਦਾ ਨਿਕੰਮਾ ਗੰਦਾ ਮਨੋਰੰਜਨ ਵੀ ਹੁੰਦਾ। ਜਾਣੀ ਉਧਰਲੇ ਪਾਸੇ ਨੂੰ ਹੀ ਕਿਉਂ ਜਾਂਦਾ? ਹੋਰ ਤੁਸੀਂ ਦੇਖੋ ਕਿ ਕੋਈ ਘਟਨਾ ਘਟੀ ਹੈ, ਉਹ ਘਟਨਾ ਦਾ ਵੇਰਵਾ ਤੁਸੀਂ ਦੇਣਾ, ਦਿਓ, 100 ਵਾਰੀ ਦਿਓ, ਦੇਣਾ ਚਾਹੀਦਾ ਵੇਰਵਾ, ਪਰ ਉਹ ਵੇਰਵਾ ਘਟਨਾ ਦਾ ਹੋਣਾ ਚਾਹੀਦਾ ਇਸ ਪੱਖ ਤੋਂ ਨਾ ਹੋਵੇ ਕਿ ਉਹਨੂੰ ਵੱਡੀ ਜਾਂ ਛੋਟੀ ਬਣਾ ਕੇ ਆਪਾਂ ਪੇਸ਼ ਕਰਨਾ ਹੈ, ਜਾਂ ਇੱਕ ਪਾਸੜ ਬਣਾ ਕੇ ਪੇਸ਼ ਕਰਨਾ, ਗਲਤ ਮਲਤ ਟਾਈਟਲ ਦੇਈ ਜਾਣੇ ਆ। ਹੁਣ ਉਹਦੇ ਵਿੱਚ ਸਾਡੀ ਜਵਾਨੀ ਦਾ ਵਹਿਣ ਜਿਹੜਾ ਉਹ ਵਹਿਣ ਉਹ ਵਹੀ ਜਾਂਦਾ ਹੈ, ਉਧਰਲੇ ਪਾਸੇ ਨੂੰ ਹੋਈ ਜਾਂਦਾ ਹੈ। ਮੈਨੂੰ ਐਂ ਲੱਗਦਾ ਕਿ 20 ਘੰਟੇ ਦੇ ਵਿੱਚੋਂ ਐਵਰੇਜ 3-4 ਘੰਟੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਖਰਾਬ ਹੁੰਦੇ ਹੀ ਹੈ। ਚੰਗੀ ਚੀਜ਼ ਲੱਭਣ ਦੇ ਵਿੱਚ ਤੁਸੀਂ ਢੇਰ ਲਾ ਦਿਓ ਕਿਸੇ ਚੀਜ਼ ਦਾ, ਉੱਥੇ ਮਾੜੀਆਂ ਚੀਜ਼ਾਂ, ਦਾਗੀ ਚੀਜ਼ਾਂ ਵੀ। ਹੁਣ ਚੰਗੀ ਚੀਜ਼ ਲੱਭਦੇ ਆ ਤੁਹਾਨੂੰ ਟਾਈਮ ਲੱਗ ਜਾਣਾ। ਸੋਸ਼ਲ ਮੀਡੀਆ ਤੇ ਪੰਜਾਬੀ ਦੇ ਵਿੱਚ ਲੱਭਦਾ ਕੀ ਆ? ਇਹ ਬੜਾ ਜ਼ਰੂਰੀ ਆ। ਪਹਿਲੀ ਗੱਲ ਤੇ ਹੁਣ ਜੇ ਆਪਾਂ ਨੌਜਵਾਨੀ ਦੀ ਗੱਲ ਕਰਦੇ ਤੇ ਮੈਨੂੰ ਲੱਗਦਾ ਕਿ ਪਹਿਲਾਂ ਤਾਂ ਉਹਨਾਂ ਦੀ ਰਿਸਪੌਂਸਿਬਿਲਟੀ, ਜਿਹੜਾ ਬੰਦਾ ਬਣਾ ਰਿਹਾ, ਜਿਹੜਾ ਬੰਦਾ ਉਹ ਕਰ ਰਿਹਾ, ਉਹਦਾ ਤੇ ਆ ਚੱਲਦਾ ਜੀ। ਜੇ ਉਹਨੂੰ ਕਹੇ ਵੀ ਤੂੰ ਵੀਰ ਹੱਟੀ ਦਾ ਸ਼ਟਰ ਸੁੱਟ ਲਾ, ਉਹਨੇ ਨਹੀਂ ਸੁੱਟਣਾ। ਇਹ ਉੱਦਾਂ ਹੀ ਆ ਵੀ ਮੰਨ ਲਓ ਵੀ ਉੱਥੇ ਧਰਨਾ ਲਾ ਕੇ ਪਿੰਡ ਵਾਲੇ ਬੈਠੋ, ਕਹਿੰਦੇ ਕਰਨਾ, ਕਹਿੰਦਾ ਅਸੀਂ ਠੇਕਾ ਬੰਦ ਕਰਾਉਣਾ। ਉਹ ਕਹਿੰਦਾ ਨਾ ਵੀਰ, ਸਾਡੇ ਕੋਲ ਲਾਇਸੈਂਸ ਹੈ ਤੇ ਆਪਣੇ ਲਾਇਸੈਂਸ ਤੇ ਵੇਚਦੇ, ਤੈਨੂੰ ਕੀ ਤੰਗੀ, ਤੂੰ ਨਹੀਂ ਪੀਣੀ ਨਾ ਪੀ। ਇਹ ਗੱਲ ਉਹੀ ਆ ਵੀ ਬੋਤਲ ਤੇ ਲਿਖਿਆ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। ਤੰਬਾਕੂ ਵਾਲੀ ਪੁੜੀ ਦੇ ਉੱਪਰ ਪੂਰਾ 1.5 ਪੁੜੀ ਦੇ ਉੱਪਰ ਦੋਵਾਂ ਪਾਸਿਆਂ ਦੇ ਅਗਲੇ ਨੇ ਕੈਂਸਰ ਵਾਲੀਆਂ ਫੋਟੋਆਂ ਬਣਾਉਂਦੇ ਆ, ਪਰ ਉਹ ਕਹਿੰਦਾ ਵੀ ਵੇਚਣਾ ਹੈਗਾ, ਜਿਹਨੇ ਭਾਈ ਸਾਹਿਬ ਲੈਣਾ ਲਵੇ। ਉਹੀ ਗੱਲ ਮੈਨੂੰ ਲੱਗਦਾ ਹੁੰਦਾ ਵੀ ਸੋਸ਼ਲ ਮੀਡੀਆ ਵੀ ਜੇ ਅਗਲਿਆਂ ਨੇ ਪਰੋਸਣ ਵਾਲੀ ਚੀਜ਼ ਪਰੋਸਤੀ ਜੀ, ਉਹਦੇ ਗਾਹਕ ਹੁਣ ਕੌਣ ਬਣ ਰਿਹਾ? ਸਿੰਪਲ ਜੀ ਗੱਲ ਹੈ ਵੀ ਟਾਈਮ ਤੁਰਿਆ ਜਾਣਾ। ਘੜੀ ਕਦੀ ਨਹੀਂ ਰੁਕਦੀ ਵੀ ਯਾਰ ਅੱਜ ਤੁਹਾਡਾ ਮੂਡ ਖਰਾਬ ਹੈ ਤੇ ਮੈਂ ਰੁਕ ਜਾ। ਘੜੀ ਕਦੀ ਨਹੀਂ ਰੁਕਦੀ ਵੀ ਅੱਜ ਤੁਹਾਨੂੰ ਲੱਗਦਾ ਵੀ ਯਾਰ ਮੈਂ ਅੱਜ ਕੁਝ ਨਹੀਂ ਕਰਨਾ, ਮੈਂ ਕੱਲ੍ਹ ਤੋਂ ਨਵਾਂ ਕੰਮ ਸ਼ੁਰੂ ਕਰਨਾ, ਇਸ ਕਰਕੇ ਦਿਨ ਨੂੰ ਰੋਕ ਲਓ, ਕੱਲ੍ਹ ਇੱਥੋਂ ਹੀ ਟਾਈਮ ਫਿਰ ਸ਼ੁਰੂ ਕਰ ਲਓ ਨਾ। ਘੜੀ ਤੁਰੀ ਜਾਣੀ, ਟਾਈਮ ਲੰਘੀ ਜਾਣਾ। ਉਹ ਆਪਣੇ 'ਤੇ ਆ ਵੀ ਆਪਾਂ ਉਹਨੂੰ ਇਸ ਪਾਸੇ ਗਾਲਣਾ ਸ਼ਬਦ ਮੈਂ ਤਾਂ ਵਰਤਣਾ ਵੀ ਉਹ ਗਲਦਾ ਹੀ ਆ। ਜੇ ਬਹੁਤੀ ਗੱਲ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਆਹੀ ਸਮਾਰਟਫੋਨ ਆਪਾਂ ਨੂੰ ਇਹ ਵੀ ਦੱਸ ਦਿੰਦਾ ਵੀ ਤੁਸੀਂ ਕਿੰਨੇ ਘੰਟੇ ਕਿਹੜੀ ਚੀਜ਼ 'ਤੇ ਲਾਏ ਜੀ। ਸ਼ਾਮ ਨੂੰ ਇਹਦੇ ਚੈੱਕ ਕਰ ਲਿਓ ਵੀ ਭਾਈ ਇੰਨੇ ਘੰਟੇ ਆਪਾਂ ਇਸ ਚੀਜ਼ ਦੇ ਉੱਪਰ ਫੂਕੇ। ਹੋ ਸਕਦਾ ਪੰਜਾਬ 'ਚ ਬੈਠਿਆਂ ਨੂੰ ਆਪਾਂ ਨੂੰ ਨਾ ਸਮਝ ਲੱਗਦੀ ਹੋਵੇ ਵੀ ਟਾਈਮ ਦਾ ਕੀ ਮੁੱਲ ਹੈ, ਪਰ ਜਦੋਂ ਆਪਾਂ ਇਹੋ ਜਿਹੇ ਮੁਲਕਾਂ 'ਚ ਆ ਜਾਂਦੇ ਫਿਰ ਹਰੇਕ ਬੰਦੇ ਨੂੰ ਅੱਧੇ ਘੰਟੇ ਦਾ, 1 ਘੰਟੇ ਦਾ, 2 ਘੰਟਿਆਂ ਦਾ ਮੁੱਲ ਪਤਾ ਲੱਗਦਾ ਵੀ ਯਾਰ ਉਹ ਇੰਨਾ ਟਾਈਮ ਖਰਾਬ ਹੋ ਗਿਆ। ਸੋ ਪਹਿਲੀ ਬੇਨਤੀ ਤੇ ਆ ਵੀ ਜੇ ਉਹ ਕੰਟੈਂਟ ਹੈਗਾ ਆਪਾਂ ਨੂੰ ਵੇਖਣਾ ਛੱਡੀਏ, ਕਿਸੇ ਹੋਰ ਲੈਂਗੁਏਜ 'ਚ ਵੇਖ ਲਓ। ਉਹ ਜਾਣੇ ਲੈਂਗੁਏਜ ਸਿੱਖੀ ਜਾਊਗੀ, ਅੰਗਰੇਜ਼ੀ 'ਚ ਦੇਖ ਲਓ, ਕਿਸੇ ਹੋਰ ਭਾਸ਼ਾ 'ਚ ਦੇਖ ਲਓ। ਇੱਕ ਤਾਂ ਆਪਾਂ ਨੂੰ ਸਮਝ ਲੱਗੀ ਵੀ ਦੁਨੀਆ ਕਿੱਥੇ ਵੱਸਦੀ ਆ, ਇੱਕ ਆਪਾਂ ਥੋੜ੍ਹਾ ਜਿਹਾ ਇਹ ਸਿੱਖਿਆ ਵੀ ਯਾਰ ਦੁਨੀਆ ਚੱਲ ਕਿੱਥੇ ਰਹੀ ਅਤੇ ਆਪਾਂ ਕਿੱਥੇ ਜੇ ਫਿਰਦੇ ਹਾਂ। ਫਿਊਚਰ ਪਲਾਨ ਕਰਨ ਦਾ ਘੱਟੋ ਘੱਟ ਬੰਦੇ ਕੋਲੇ ਮੌਕਾ ਹੁੰਦਾ। ਇਹ ਹੋ ਸਕਦਾ ਕਿ ਆਪਾਂ ਨੂੰ ਇਹਦੇ ਵਿੱਚ ਇੱਕ ਪਾੜਾ ਇਹ ਪੈਣਾ, ਮਾਪੇ ਨਾਲ ਕਹਿਣਾ ਤੂੰ ਫੋਨ 'ਤੇ ਲੱਗਾ ਰਹਿਣਾ। ਜਦੋਂ ਵੇਖ ਲਓ ਆ ਕੁੜੀ ਫੋਨ ਨਹੀਂ ਛੱਡਦੀ, ਹਾਂ ਫੋਨ 'ਤੇ ਲੱਗਾ ਰਹਿਣਾ, ਫੋਨ 'ਤੇ ਲੱਗੀ ਰਹਿੰਦੀ, ਉਹ ਫੋਨ ਨਹੀਂ ਛੱਡਦੀ। ਇਹ ਉਹਦਾ ਕੰਮ ਹੈ ਅਤੇ ਮਾਪਿਆਂ ਨੂੰ ਗੁੱਸਾ ਵੀ ਆਉਣਾ, ਪਰ ਉਹਦੇ 'ਤੇ ਵੇਖਿਆ ਕੀ ਜਾ ਰਿਹਾ, ਡਿਸੀਜਨ ਤੁਸੀਂ ਖੁਦ ਲੈ ਸਕਦੇ। ਨਹੀਂ, ਡਿਸੀਜਨ ਖੁਦ ਲੈਣਾ ਜੀ। ਦੇਖੋ ਇਹ ਤਾਂ ਬਹੁਤ ਵੱਡਾ ਮਸਲਾ ਪੈਦਾ ਹੋ ਗਿਆ। ਕਿਸੇ ਕਾਲਜ ਯੂਨੀਵਰਸਿਟੀ ਦੇ ਵਿੱਚ ਸਿਲੇਬਸ ਬਦਲ ਜਾਏ, ਮੈਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਉਹਦੇ ਬਾਰੇ ਟੀਕਾ ਟਿੱਪਣੀ, ਕੋਈ ਵੀਡੀਓ, ਕੋਈ ਇੱਦਾਂ ਦੀ ਚੀਜ਼ ਨਹੀਂ ਦੇਖੀ। ਕਿਸੇ ਕਾਲਜ ਯੂਨੀਵਰਸਿਟੀ ਦੇ ਵਿੱਚ ਆ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਾਲੇ ਹਰ ਵਾਰੀ ਕੁਝ ਯੂਨੀਵਰਸਿਟੀਆਂ ਨੂੰ ਕਹਿੰਦੇ ਹੁੰਦੇ, ਕਾਲਜਾਂ ਨੂੰ ਕਹਿੰਦੇ ਹੁੰਦੇ ਇਹ ਗਲਤ ਨੇ ਜੀ, ਇਹ ਫਰਜ਼ੀ ਨੇ ਜੀ, ਇਹ ਫਰਾਡ ਨੇ ਜੀ, ਲਿਸਟ ਜਾਰੀ ਕਰਦੇ ਆ। ਉਹਨਾਂ ਦੇ ਉੱਤੇ ਕਦੇ ਨਹੀਂ ਹੁੰਦੀ। ਕੋਈ ਬੂਟੇ ਲਾਉਂਦਾ, ਕੋਈ ਟਰੀ ਪਲਾਂਟੇਸ਼ਨ ਦੀ ਡਰਾਈਵ ਚਲਾਉਂਦਾ ਹੈ, ਉਹਨੂੰ ਕੋਈ ਸ਼ੇਅਰ ਨਹੀਂ ਕਰਦਾ, ਉਹਨੂੰ ਕੋਈ ਲਾਈਕ ਨਹੀਂ ਕਰਦਾ, ਉਹਨੂੰ ਅਗਲੇ ਪਾਸੇ ਨਹੀਂ ਤੋਰਦੇ। ਹਾਂ ਹੋਰ ਚੀਜ਼ਾਂ ਮਿਲੀਅਨ ਚੱਲੀ ਜਾਂਦੀਆਂ ਕਿ ਭਾਈ ਆ ਆਪਾਂ ਚਲਾ ਦੇਣੀਆਂ। ਇਹਦੇ ਨਾਲ ਸੰਧਾਲੀਆ ਸਾਹਿਬ ਸੁਨੇਹਾ ਤਾਂ ਗਲਤ ਜਾਂਦਾ, ਪਰ ਇਹ ਛਾਣਨਾ ਬਜ਼ੁਰਗਾਂ ਤੋਂ ਲੱਗਣਾ ਨਹੀਂ, ਇਹ ਸਾਨੂੰ ਦੇਖਣ ਵਾਲਿਆਂ ਨੂੰ ਲਾਉਣਾ ਪੈਣਾ। ਜੇ ਨਾ ਲਾਇਆ, ਕਿਉਂਕਿ ਇੰਪੈਕਟ ਹੀ ਉਹਦਾ। ਟੈਟੂ ਕਿਹਦਾ ਬਣਾਉਣਾ, ਕੱਪੜੇ ਕਿੱਦਾਂ ਦੇ ਪਾਉਣੇ ਆ, ਬੋਲਣਾ ਕੀ ਹੈ। ਅੱਗੇ ਭੰਗੜਾ ਕਿਸੇ ਹੋਰ ਤਰੀਕੇ ਦਾ ਹੁੰਦਾ ਸੀ, ਹੁਣ ਹੋਰ ਤਰੀਕੇ ਦਾ ਹੋ ਗਿਆ। ਸੋਸ਼ਲ ਮੀਡੀਆ ਤੋਂ ਅਸੀਂ ਸਾਰੇ ਦੇ ਸਾਰੇ ਪ੍ਰਭਾਵ ਕਬੂਲੀ ਜਾਂਦੇ ਹਾਂ। ਜਦੋਂ ਵੀ ਮਿਲਦੇ ਹਾਂ, ਆਹ ਦੇਖਿਆ ਤੂੰ, ਉਹ ਦੇਖਿਆ, ਉਹਦੇ ਵਿੱਚ ਕੀ ਆ, ਉਹ ਕਹਾਣੀ ਕਿਸੇ ਹੋਰ ਪਾਸੇ ਚਲੇਗੀ। ਤੇ ਦੂਸਰੀ ਗੱਲ ਸੰਧਾਲੀਆ ਸਾਹਿਬ, ਇਸ ਲਈ ਇਹ ਦੇਖਣੀ ਬਹੁਤ ਜ਼ਰੂਰੀ ਹੈ। ਠੀਕ ਹੈ, ਨੌਜਵਾਨੀ ਆਪਾਂ ਸੋਸ਼ਲ ਮੀਡੀਆ ਦੇ ਪੱਖ ਤੋਂ ਤਾਂ ਗੱਲ ਕਰ ਲਈ। ਜਦੋਂ ਆਪਾਂ ਕਹਿੰਦੇ ਹਾਂ ਕਿ ਜੇ ਨੌਜਵਾਨ ਮਿਹਨਤ ਕਰਨ, ਆਹ ਕਰਨ, ਉਹਨਾਂ ਨੂੰ ਕਰਨੀ ਚਾਹੀਦੀ ਹੈ, ਕਰਨੀ ਪਊਗੀ, ਉਹਦੇ ਤੋਂ ਬਿਨਾਂ ਹੱਲ ਕੋਈ ਨਹੀਂ।
ਪਰ ਮੈਂ ਦੇਖਦਾ ਹੁੰਦਾ ਕਿ ਮੰਨ ਲਓ ਕਿ ਇੱਕ ਸਧਾਰਨ ਘਰ ਦੇ ਵਿੱਚ ਜਿਹੜਾ ਨਾ ਆਰਥਿਕ ਤੌਰ ਤੇ ਕਮਜ਼ੋਰ ਹੈ ਨਾ ਮਜ਼ਬੂਤ ਹੈ, ਸਧਾਰਨ ਘਰ ਦਾ ਬੱਚਾ, ਉਹ ਹੁਣ ਦੇਖਦਾ ਕੀ ਆ ਕਿ ਭਾਈ ਕੋਈ ਬੰਦਾ ਟੈਂਕੀ ਤੇ ਚੜਿਆ, ਕੋਈ ਬੇਰੁਜ਼ਗਾਰ ਚੜਿਆ, ਕੋਈ ਕੱਚਾ ਅਧਿਆਪਕ ਚੜਿਆ, ਕੱਚਾ ਕਰਮਚਾਰੀ ਚੜਿਆ। ਉਹਨੂੰ ਜੇ ਉਸ ਵੇਲੇ ਉਹਦੇ ਮਾਪੇ ਆ ਕੇ ਕਹਿਣ ਕਿ ਤੂੰ ਪੁੱਤ ਪੜ੍ਹਦਾ ਨਹੀਂ, ਧੀਏ ਤੂੰ ਪੜ੍ਹਦੀ ਨਹੀਂ, ਤੈਨੂੰ ਤੂੰ ਪੜ੍ਹ, ਅੱਗੇ ਪੜ੍ਹ ਕੇ ਨੌਕਰੀ ਮਿਲ ਜੂ, ਤੇਰਾ ਭਵਿੱਖ ਸੁਰੱਖਿਅਤ ਹੋ ਜਾਊ, ਕਹਿੰਦਾ ਉਹ ਦੇਖੋ ਜੀ ਪੈਨਸ਼ਨ ਬੰਦ ਹੈ, ਨੌਕਰੀਆਂ ਮਿਲਦੀਆਂ ਨਹੀਂ। ਜਿੱਥੇ ਪ੍ਰਾਈਵੇਟ ਸਟਰਕਚਰ ਦੇ ਵਿੱਚ ਬੰਦਾ ਜਾਂਦਾ ਹੈ ਉੱਥੇ ਵੱਧ ਘੰਟੇ ਕੰਮ ਲੈਂਦੇ ਆ, ਤਨਖਾਹ ਥੋੜ੍ਹੀ ਦਿੰਦੇ ਆ, ਭੱਤਾ ਕੋਈ ਨਹੀਂ ਦਿੰਦੇ, ਇੰਸ਼ੋਰੈਂਸ ਦਾ ਹਿਸਾਬ ਕਿਤਾਬ ਕੋਈ ਨਹੀਂ, ਕੰਮ ਦੇ ਹਾਲਾਤ ਕੋਈ ਨਹੀਂ। ਹੁਣ ਜਦੋਂ ਇੱਕ ਨੌਜਵਾਨ ਨੂੰ, ਮੁੰਡਾ ਹੈ ਚਾਹੇ ਕੁੜੀ ਹੈ, ਉਹਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਸਰਕਾਰੀ ਨੌਕਰੀਆਂ ਉਹ ਤਾਂ ਪਤਾ ਨਹੀਂ ਓਵਰ ਏਜ ਹੀ ਹੋ ਜਾਣਾ। ਠੀਕ ਹੈ, ਬੜੀ ਵਾਰੀ ਸਲਾਹ ਦਿੱਤੀ ਜਾਂਦੀ ਹੈ ਦੁਨੀਆ ਦੇ ਵਿੱਚ ਕਿਹੜਾ ਪ੍ਰਾਈਵੇਟ ਨੌਕਰੀਆਂ, ਬਿਲਕੁਲ ਠੀਕ ਗੱਲ ਹੈ। ਪਰ ਜਿਨ੍ਹਾਂ ਦੇਸ਼ਾਂ ਦੇ ਵਿੱਚ ਸਰਕਾਰੀ ਨੌਕਰੀਆਂ ਨਹੀਂ, ਖਾਸ ਤੌਰ ਤੇ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ, ਜਿਹੜਾ ਬੰਦਾ ਇੱਥੇ ਕਾਗਜ਼ੀ ਪੱਤਰੀ ਪੂਰਾ ਹੈ, ਜਿਹਨੂੰ ਮਾੜਾ ਮੋਟਾ ਕਾਨੂੰਨਾਂ ਦਾ ਪਤਾ ਹੈ, ਉਹਨੂੰ ਪਤਾ ਹੈ ਕਿ ਮੈਂ ਸਵੇਰੇ 9 ਵਜੇ ਸ਼ੁਰੂ ਕਰਨਾ, ਜੇ 5 ਵਜੇ ਬੰਦ ਕਰਨਾ ਤਾਂ ਇੰਨੇ ਵਜੇ ਹੀ ਕਰਨਾ। ਪ੍ਰਤੀ ਘੰਟਾ ਘੱਟੋ ਘੱਟ ਤਨਖਾਹ ਜੇ 15, 15.5 ਜਾਂ $16 ਹੈ, ਉਹਨੂੰ 16 ਦੇ ਹਿਸਾਬ ਨਾਲ ਮਿਲਣੇ ਆ। ਜੇ ਨਾ ਦਿੱਤੇ ਅਗਲੇ ਨੇ ਕਾਨੂੰਨ ਦਾ ਸਹਾਰਾ ਲੈ ਕੇ ਧੂਆਂ ਕੱਢ ਦੇਣਾ। ਤੇ ਸਾਡੀਆਂ ਸਰਕਾਰਾਂ, ਅਸੀਂ ਆਪਦੇ ਅਧਿਆਪਕ, ਆਪਦੇ ਕੱਚੇ ਕਰਮਚਾਰੀ 4-4 ਹਜ਼ਾਰ ਤੇ ਰੱਖਦੇ ਆ, 6-6 ਹਜ਼ਾਰ ਤੇ ਰੱਖਦੇ ਆ, ਜਿਹੜੀ ਕਿ ਘੱਟੋ ਘੱਟ ਮਜ਼ਦੂਰੀ ਤੋਂ ਵੀ ਘੱਟ ਰੁਪਈਏ ਹੁੰਦੇ ਆ। ਤੇ ਜੇ ਆਪਾਂ ਆਪ ਹੀ ਉਦਾਹਰਣ ਨਹੀਂ ਸੈੱਟ ਕਰਨੀ, ਫਿਰ ਤਾਂ ਭਾਈ ਉਹਨੂੰ ਪ੍ਰਾਈਵੇਟ ਅਦਾਰੇ 'ਚ ਵੀ ਕੁਛ ਨਹੀਂ ਲੱਭਦਾ, ਫਿਰ ਉਹਨੂੰ ਸਰਕਾਰੀ ਨੌਕਰੀ ਵੀ ਨਹੀਂ ਲੱਭਦੀ, ਫਿਰ ਉਹਦਾ ਮਨ ਕਿੱਦਾਂ ਲੱਗੂਗਾ, ਫਿਰ ਉਹ ਕਿਤਾਬ ਦੇ ਉੱਤੇ ਧਿਆਨ ਕੇਂਦਰਿਤ ਕਿੱਦਾਂ ਹੋਊਗਾ, ਕੌਨਸੈਂਟਰੇਸ਼ਨ ਕਿੱਦਾਂ ਕਰੂ। ਫਿਰ ਅਸੀਂ ਕਿਹੜੇ ਮੂੰਹ ਦੇ ਨਾਲ ਕਹਾਂਗੇ ਕਿ ਭਾਈ ਤੂੰ ਲੈਬੋਰਟਰੀ 'ਚ ਜਾ, ਤੂੰ ਲਾਇਬ੍ਰੇਰੀ 'ਚ ਜਾ। ਥੋੜ੍ਹੀ ਜਿਹੀ ਬੱਚੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਉੱਤੇ ਉਂਗਲ ਉੱਠਦੀ ਆ ਕਿ ਭਾਈ ਤੁਸੀਂ ਇਹਨਾਂ ਗਤੀਵਿਧੀਆਂ ਵੱਲ ਨਾ ਜਾਓ, ਪਰ ਕਿੱਧਰਲੇ ਪਾਸੇ ਜਾਣ, ਉਹਨਾਂ ਨੂੰ ਕੋਈ ਅਲਟਰਨੇਟਿਵ, ਕੋਈ ਬਦਲ, ਕੋਈ ਤਬਦੀਲ ਕਰਕੇ ਥਾਂ ਤਾਂ ਦਿਖਾਓ। ਇਹ ਬੜਾ ਜ਼ਰੂਰੀ ਆ। ਸੋ ਇਹ ਜਿਹੜੀਆਂ ਚੀਜ਼ਾਂ, ਇਹਦੇ 'ਚ ਆਪਾਂ ਇੱਕ ਬੇਨਤੀ ਦੀ ਇਹ ਜ਼ਰੂਰ ਕਰ ਦਈਏ ਵੀ ਇੱਕ ਜਿਹੜਾ ਪਾੜਾ ਗੈਪ ਤੁਰਿਆ ਆਉਂਦਾ ਨਾ, ਮੈਨੂੰ ਲੱਗਦਾ ਵੀ ਹੁਣ ਜਿਵੇਂ ਜਿਵੇਂ ਤਕਨੀਕ ਖਿੱਚੀ ਆਉਂਦੀ ਹੈ ਕੰਮ, ਉੱਦਾਂ ਦੇ ਆ ਵੀ ਛੋਟਾ ਜਿਹਾ ਜਵਾਕ ਜੇ 10-12 ਸਾਲਾਂ ਦਾ ਜਦੋਂ ਹੀ ਉਹ ਥੋੜ੍ਹਾ ਜਿਹਾ ਉਡਾਰ ਹੁੰਦਾ ਜੀ, ਉਹ ਘਰ ਦੇ ਹਥਿਆਰ ਸੁੱਟ ਦਿੰਦੇ ਆ। ਸਾਨੂੰ ਤਾਂ ਚਲਾਉਣਾ ਹੀ ਨਹੀਂ ਆਉਂਦਾ ਪੁੱਤ, ਕੋਈ ਇਹੋ ਹੀ ਕਰਦਾ, ਬਟਨ ਬੀੜੇ ਬੂੜੇ ਦੱਬੀ ਦੁੱਬੀ ਜਾਂਦਾ, ਨਹੀਂ ਤਾਂ ਇਹਨੂੰ ਸਾਰਾ ਕੁਝ ਆਉਂਦਾ। ਆਹ ਕੁੜੀ ਆ ਸਾਡੀ, ਇਹਨੂੰ ਹੀ ਸਮਝ ਲੱਗਦੀ ਆ, ਹਾਲਾਂ ਨਿੱਕੀ ਜੀ ਆ, ਪਰ ਜੋ ਇਹ ਕਰ ਲੈਂਦੀ ਸਾਡੇ ਕੋਲੋਂ ਨਹੀਂ ਆਉਂਦਾ। ਇੱਥੋਂ ਇੱਕ ਗੱਲ ਤਾਂ ਚੰਗੀ ਆ ਵੀ ਯਾਰ ਉਹ ਜਵਾਕ ਤੇਜ਼ ਨੇ, ਹੈ ਨਾ, ਵੀ ਜਵਾਕ ਤੇਜ਼ ਨੇ, ਦਿਮਾਗ ਉਹਨਾਂ ਦਾ ਕੰਮ ਕਰਦਾ। ਹਾਂ, ਇੱਥੇ ਮੈਨੂੰ ਲੱਗਦਾ ਹੁੰਦਾ ਵੀ ਇੱਕ ਚੀਜ਼ ਜਿਹੜੀ ਅੱਜ ਦੀ ਡੇਟ 'ਚ ਵੀ ਆਪਾਂ 2022 ਦੀਆਂ ਗੱਲਾਂ ਕਰੀ ਜਾਂਦੇ ਨੇ, ਮੈਨੂੰ ਲੱਗਦਾ ਵੀ ਜਦੋਂ ਕਿਤੇ ਸਕੂਲੇ ਆਪਾਂ ਪੜ੍ਹਦੇ ਹੋਵਾਂਗੇ ਉਦੋਂ ਵੀ ਇੱਕੋ ਗੱਲ ਹੁੰਦੀ ਹੈ, ਪੁੱਤ ਨੇ ਵੱਡੇ ਹੋ ਕੇ ਅਫਸਰ ਬਣਨਾ, ਬਈ ਇਹਨੇ ਡਾਕਟਰ ਬਣਨਾ, ਇਹਨੇ ਵਕੀਲ ਬਣਨਾ, ਇਹਨੇ ਇੰਜੀਨੀਅਰ ਬਣਨਾ, ਬਈ ਇਹਨੇ DC ਲੱਗ ਜਾਣਾ। ਲੈ ਇਹੀ 4 ਕੁ ਚੀਜ਼ਾਂ, ਮਤਲਬ 3 ਪੀੜ੍ਹੀਆਂ ਲੱਗ ਗਈਆਂ ਪੰਜਾਬੀਆਂ ਦੀਆਂ, ਉਦੋਂ ਪਿਛਲਿਆਂ ਦੀਆਂ ਵੀ ਇਹੀ ਬਣਾਉਂਦੇ ਸੀ, ਹੁਣ ਵਾਲੇ ਵੀ ਇਹੀ ਬਣਾਉਂਦੇ ਆ। ਐਂਡ ਮੈਨੂੰ ਲੱਗਦਾ ਵੀ ਉਹ ਕਿੰਨੇ ਕੁ ਜਵਾਕ ਨੇ ਜਿਹੜੇ ਸਾਰਾ ਕੁਝ ਬਣ ਜਾਂਦੇ ਆ। ਇਹਦੇ ਤੋਂ ਬਿਨਾਂ ਦੁਨੀਆ ਦੇ ਵਿੱਚ ਕਿੰਨੇ ਪ੍ਰੋਫੈਸ਼ਨ ਨੇ, ਕਿੰਨੇ ਕੰਮ ਨੇ, ਉਹਨਾਂ ਦੀ ਨਾ ਤਾਂ ਕੋਈ ਜਾਣਕਾਰੀ ਦਿੰਦਾ, ਨਾ ਕੋਈ ਸੋਸ਼ਲ ਮੀਡੀਆ ਦੱਸੇ ਆਪਣਾ ਪੰਜਾਬੀ 'ਚ, ਨਾ ਕੋਈ ਸਕੂਲ ਵਾਲਾ ਦੱਸੇ, ਨਾ ਕੋਈ ਕਾਲਜ ਵਾਲਾ ਦੱਸੇ, ਨਾ ਕੋਈ ਆਂਢੀ ਗੁਆਂਢੀ ਦੱਸੇ। ਤੇ ਆਪਣੇ ਆਪ ਮੇਰੇ ਖਿਆਲ ਨਾਲ ਉਮਰ ਹੀ ਇਹੋ ਜਿਹੀ ਨਹੀਂ ਹੁੰਦੀ ਵੀ ਉਹ ਉਸ ਪਾਸੇ ਧਿਆਨ ਦੇ ਸਕਣ। ਨਹੀਂ, ਇਹ ਤਾਂ ਬਹੁਤ ਵੱਡਾ ਮਸਲਾ ਸੰਧਾਲੀਆ ਸਾਹਿਬ। ਗਾਈਡੈਂਸ ਐਂਡ ਕਾਉਂਸਲਿੰਗ ਵਾਲਾ ਜਿਹੜਾ ਚੱਕਰ ਆ ਨਾ, ਉਹ ਤਾਂ ਸਿਰਾ ਲੱਗਾ ਪਿਆ। ਤੁਸੀਂ ਇਹ ਦੇਖੋ, ਸਕੂਲਾਂ ਦੀਆਂ ਕੰਧਾਂ ਦੇ ਉੱਤੇ ਲਿਖਿਆ ਸੀ ਨਾ, ਗਾਈਡੈਂਸ ਐਂਡ ਕਾਉਂਸਲਰ ਆ ਨੇ, ਪਰ ਉਹਨਾਂ ਦੇ ਕੋਲੇ ਕੋਈ ਮਟੀਰੀਅਲ ਨਹੀਂ, ਉਹਦੇ ਲਈ ਕੋਈ ਸਮਾਂ ਨਿਰਧਾਰਿਤ ਨਹੀਂ ਕਿ ਭਾਈ ਬੱਚਿਆਂ ਨੂੰ ਕਦੋਂ ਦੱਸਣਾ। ਮੈਂ ਤੁਹਾਨੂੰ ਦੱਸਦਾ ਕਿ ਅੱਜ ਵੀ ਜਿਹੜੇ ਤਾਂ ਬੱਚੇ ਕਿਤੇ ਕੋਚਿੰਗ ਸੈਂਟਰ ਜਾਂਦੇ ਆ, ਹੁਣ ਚੰਡੀਗੜ੍ਹ ਬੜੇ ਕੋਚਿੰਗ ਸੈਂਟਰ ਨੇ, ਮੋਹਾਲੀ ਕਿੰਨੇ ਕੁ ਬੱਚਿਆਂ ਦੀ ਪਹੁੰਚ ਆ ਉੱਥੇ, ਕਿੰਨਿਆਂ ਕੁ ਨੂੰ ਪਤਾ। ਹੁਣ ਕਈ ਮਾਪਿਆਂ ਨੇ ਤਾਂ ਬੱਚੇ ਦਾਖਲ ਕਿਤੇ ਹੋਰ ਕਰਾਏ ਹੁੰਦੇ ਆ, ਕੋਚਿੰਗ ਉਹ ਕੋਚਿੰਗ ਸੈਂਟਰ ਦੇ ਵਿੱਚੋਂ ਲੈਂਦੇ, ਉੱਥੇ ਜਾਂਦੇ ਨਹੀਂ। ਉਹਨਾਂ ਕੋਲ ਪਲਾਨ ਆ ਕਿ ਭਾਈ ਅਸੀਂ ਆਪਦੇ ਬੱਚਿਆਂ ਦਾ, ਚਾਹੇ ਉਹ ਕਾਨੂੰਨੀ ਤੌਰ 'ਤੇ ਠੀਕ ਹੈ ਜਾਂ ਨਹੀਂ ਠੀਕ, ਇੱਦਾਂ ਹੀ ਕੰਮ ਕਰਾਉਣਾ। PCS IAS ਅਧਿਕਾਰੀ ਬਣਨਾ, ਉਹਦੇ ਲਈ ਕਿਹੜੇ ਟੈਸਟ ਹੁੰਦੇ ਆ। ਹੁਣ ਇਹਦੇ ਤੋਂ ਇਲਾਵਾ NDA 'ਚ ਜਾਣਾ ਹੈ, ਉਹਦੇ ਲਈ ਦੱਸਦਾ ਹੀ ਕੋਈ ਨਹੀਂ, ਕਦੋਂ ਫਾਰਮ ਨਿਕਲਦੇ ਆ, ਕਦੋਂ ਕੀ ਹੁੰਦਾ ਹੈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਐਂਥਰੋਪੋਲੋਜੀ ਦਾ ਬੜੀ ਦੇਰ ਬਾਅਦ ਹੀ ਪਤਾ ਲੱਗਾ, ਉਹ ਵੀ ਜਦੋਂ ਨਾਲ ਦੇ ਆ, ਮੈਂ ਇਹ ਤਾਂ ਉਧਰਲੇ ਪਾਸੇ ਹੈ, ਇਹ ਵੀ ਕੋਈ ਚੀਜ਼ ਹੁੰਦੀ ਆ। ਅੱਜ ਵੀ ਜੇ ਆਪਾਂ ਸਰਕਾਰੀ ਸਕੂਲਾਂ 'ਚ, ਜਿਹੜੇ ਛੋਟੇ ਪੱਧਰ ਦੇ ਪ੍ਰਾਈਵੇਟ ਸਕੂਲ ਆ, ਹੈ ਨਹੀਂ ਉਹ ਕੋਈ ਲੱਖ ਕਹੇ ਕਾਗਜ਼ੀ ਪੱਤਰੀ ਢਿੱਡ ਪੂਰੇ ਭਰੇ ਹੋਣਗੇ, ਪਰ ਕੋਈ ਦੱਸਣ ਪੁੱਛਣ ਨੂੰ ਨਹੀਂ ਹੈ, ਨਾ ਉਧਰਲੇ ਪਾਸੇ ਕਿਸੇ ਦਾ ਧਿਆਨ ਹੈ। ਹੁਣ ਤੁਸੀਂ ਦੇਖੋ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਬੜੀ ਚੰਗੇ ਤਰੀਕੇ ਸਿੱਧ ਹੋ ਗਈ ਕਿ ਬੱਚਾ ਜੋ ਬਣਨਾ ਚਾਹੁੰਦਾ ਉਹਨੂੰ ਉਹਦੇ ਫੀਲਡ ਦੇ ਵਿੱਚ ਜਾਣ ਦਿਓ, ਉਹ ਤਰੱਕੀ ਵੀ ਕਰੂਗਾ, ਉਹ ਸੰਤੁਸ਼ਟ ਵੀ ਰਹੂਗਾ, ਉਹ ਚੰਗਾ ਬੰਦਾ ਬਣ ਕੇ ਜੀਊਗਾ। ਪਰ ਨਾ, ਸਾਡੇ ਤੇ ਤਾਂ ਸਭ ਤੋਂ ਵੱਡਾ ਪ੍ਰੈਸ਼ਰ ਇਹ ਕਿ ਰੋਟੀ ਖਾਣ ਜੋਗਾ ਤੂੰ ਕਿੱਦਾਂ ਹੋਣਾ। ਮਾਪਿਆਂ ਦਾ ਕਸੂਰ ਨਹੀਂ ਹੈ ਕਿ ਜੇ ਮਾਪੇ ਕਹਿੰਦੇ ਆ ਪੁੱਤ ਤੂੰ ਇੱਦਾਂ ਕਰ, ਤੂੰ ਦੌੜ ਲਾਇਆ ਕਰ, ਪੁਲਿਸ 'ਚ ਭਰਤੀ ਹੋ ਜਾ, ਇਹ ਗੱਲ ਹੁੰਦੀ ਹੈ, ਤੂੰ ਦੌੜ ਲਾਇਆ ਕਰ, ਤੂੰ ਫਿਜ਼ੀਕਲ ਕੱਢ ਦੇ,
ਕਿ ਉੱਥੇ ਕੀ ਆ, ਤੇਰੀ ਛਾਤੀ ਮਿਲਣੀ ਆ, ਤੇਰਾ ਕੱਦ ਮਿਲਣਾ, ਇੰਨੇ ਮਿੰਟ ਦੇ ਵਿੱਚ ਤੂੰ ਦੌੜ ਪੂਰੀ ਕਰਨੀ ਆ, ਆਹ ਹੀ ਹੁੰਦਾ ਨਾ। ਹੁਣ ਜਦੋਂ ਸਾਡੀ ਦੌੜ ਹੀ ਉੱਥੇ ਤੱਕ ਹੈ, ਉਹਦਾ ਕਾਰਨ ਕੀ ਆ? ਪੁਲਿਸ ਦੇ ਵਿੱਚ ਇਹ ਨਹੀਂ ਕਿ ਮਾਪੇ ਚਾਹੁੰਦੇ ਆ ਕਿ ਪੁੱਤ ਧੀ ਪੁਲਿਸ 'ਚ ਭਰਤੀ ਹੋਵੇ ਨਾ, ਇਹ ਵੀ ਨਹੀਂ ਕਿ ਪੁੱਤ ਧੀ ਚਾਹੁੰਦੇ ਅਸੀਂ ਪੁਲਿਸ ਦੇ ਵਿੱਚ ਭਰਤੀ ਹੋ ਕੇ ਸਮਾਜ ਨੂੰ ਵਧੀਆ ਸੇਵਾ ਕਰਨੀ ਨਾ, ਉਹ 'ਚ ਤਨਖਾਹ ਮਿਲਦੀ ਹੈ ਕਿਉਂਕਿ ਉਹਦੇ ਵਿੱਚੋਂ ਰੋਟੀ ਖਾਣ ਜੋਗਾ ਬੰਦਾ ਹੁੰਦਾ। ਤੇ ਜੇ ਅਜੇ ਤੱਕ ਵੀ ਜਦੋਂ ਨੌਜਵਾਨ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹਨੂੰ ਸਾਰੀ ਦੁਨੀਆ ਦਾ ਪਤਾ ਕੀ ਹੋਈ ਜਾਂਦਾ, ਤੇ ਅਜੇ ਤੱਕ ਵੀ ਜੇ ਸਾਡੀ ਦੌੜ ਸਮਾਜਿਕ ਤੇ ਆਰਥਿਕ ਅਸੁਰੱਖਿਆ ਦੇ ਕਰਕੇ ਇੱਥੇ ਤੱਕ ਹੀ ਹੈ ਕਿ ਭਾਈ ਅਸੀਂ ਰੋਟੀ ਖਾਣ ਜੋਗੇ ਕਿੱਦਾਂ ਹੋਣਾ, ਫਿਰ ਤਾਂ ਸੰਧਾਲੀਆ ਸਾਹਿਬ ਵੱਡੂ ਖਾਊ ਹੋਣੀ ਆ। ਫਿਰ ਤਾਂ ਬੰਦਾ ਘਰੇ ਵੀ ਆਊਗਾ ਤਾਂ ਖਿਜੇ ਆਊਗਾ, ਸਮਾਜ ਦੇ ਵਿੱਚ ਵੀ ਜਿੱਥੇ ਸਰਵਿਸ ਕਰੂਗਾ ਉੱਥੇ ਵੀ ਖਿਜੇ ਹੋਊਗਾ। ਇਹ ਬੜਾ ਜ਼ਰੂਰੀ ਹੈ। ਇੱਕ ਆਪਾਂ ਬੇਨਤੀ ਹੋਰ ਕਰੀਏ, ਮੈਨੂੰ ਲੱਗਦਾ ਹੁੰਦਾ ਵੀ ਚਲੋ ਹਰੇਕ ਮਾਂ ਪਿਓ ਦੀ ਇੱਛਾ ਹੁੰਦੀ ਆ ਵੀ ਯਾਰ ਤੂੰ ਨਾ ਪੁੱਤ ਐਂ ਕਰ ਲਾ, ਪਰ ਆਪਾਂ ਨੂੰ ਜੇ ਵੈਸੇ ਹੀ ਤੁਸੀਂ ਪ੍ਰੈਕਟੀਕਲੀ ਸੋਚ ਕੇ ਦੇਖੋ ਵੀ ਮਾਂ ਪਿਓ ਜਿਹੜਾ ਹੈ ਉਹ ਜੋ ਵੀ ਉਹਨੂੰ ਦੱਸ ਸਮਝਾ ਰਿਹਾ ਹੈ, ਉਹ ਦੱਸ ਸਮਝਾ ਰਿਹਾ ਜੋ ਉਹਨੇ ਪਿਛਲੇ ਸਾਲਾਂ 'ਚ ਦੇਖਿਆ। ਪਰ ਜੇ ਆਪਾਂ ਇੱਥੇ ਗੱਲ ਕਰੀਏ, ਦੁਨੀਆ ਦੇ ਇੱਕ ਦਿਨ 'ਚ ਬਦਲਦੀ ਆ, ਅੱਜ ਕੁਝ ਹੋ ਰਿਹਾ, ਕੱਲ੍ਹ ਨੂੰ ਕੁਝ ਹੋ ਰਿਹਾ। ਆਹ ਮੋਬਾਈਲ ਹੀ ਲਾ ਲਓ, ਆਪਾਂ ਕਿਸੇ ਵੇਲੇ ਬੈਠੇ ਹੋਈਏ ਗੱਲ ਕਰਦੇ ਹਾਂ, ਉਹ ਨਾ ਉਦੋਂ ਰੇਡੀਓ ਹੁੰਦਾ ਸੀ, ਉਦੋਂ ਨਾ ਟੈਲੀਵਿਜ਼ਨ ਹੁੰਦਾ ਸੀ, ਉਹ ਸ਼ਟਰ ਜੇ ਵਾਲਾ, ਤੇ ਉਹ ਐਂ ਐਂਟੀਨਾ ਜਿਹਾ ਘੁਮਾ ਕੇ ਐਂ ਕਰਨਾ। ਆਪਣੇ ਵੇਂਦੇ ਚੰਦ ਸਾਲਾਂ 'ਚ ਬਦਲ ਗਿਆ। ਐਂਡ ਜਿਹੜੇ ਬੰਦਿਆਂ ਕੋਲ ਉਹ ਰੇਡੀਓ ਸੀ, ਇੱਦਾਂ ਵਾਲਾ ਟੈਲੀਵਿਜ਼ਨ ਸੀ, ਉਹ ਘੁਮਾਉਣ ਵਾਲਾ ਐਂਟੀਨਾ ਸੀਗਾ ਜਾਂ ਬਾਕੀ ਦੀਆਂ ਇਹੋ ਜਿਹੀਆਂ ਗੱਲਾਂ ਸੀ, ਉਹਨਾਂ ਕੋਲੋਂ ਜੇ ਆਪਾਂ ਇਹ ਆਸ ਕਰੀਏ ਵੀ ਤੂੰ ਅੱਜ ਦੀ ਡੇਟ ਦੇ ਵਿੱਚ ਤੂੰ ਇਹ ਜ਼ਿਕਰ ਕਰ ਦੇਣਾ ਵੀ ਭਾਈ ਸਾਹਿਬ ਦੁਨੀਆ ਕਿੱਥੇ ਵੱਸਦੀ ਆ, ਪ੍ਰੋਫੈਸ਼ਨ ਕਿਹੜਾ ਕਿੱਧਰ ਨੂੰ ਚਲੇ ਗਿਆ, ਆਪਾਂ ਹੁਣ ਬਹੁਤਾ ਸਰਕਾਰੀ ਸਕੂਲ ਛੱਡ ਤੋਂ ਇੱਥੇ ਤੇ ਪ੍ਰਾਈਵੇਟ ਤੇਰੇ 'ਚ ਫਲਾਨਾ ਹੁਨਰ ਆ ਗਿਆ ਤੇ ਪਤਾ ਨਹੀਂ ਕਿਹੜੀ ਕੰਪਨੀ ਨੇ ਤੈਨੂੰ ਚੱਕ ਲੈਣਾ। ਆਪਾਂ ਪਿਛਲੇ ਦਿਨਾਂ 'ਚ ਦੇਖਦੇ ਹਾਂ ਜਦੋਂ ਕਿਤੇ ਉਹ ਕੋਈ ਯੂਨੀਵਰਸਿਟੀਜ਼ ਦੇ ਵਿੱਚ ਜਾਂ ਕਾਲਜਿਸ ਦੇ ਵਿੱਚ ਜਦੋਂ ਕਿਤੇ ਕੋਈ ਵੱਡੀਆਂ ਕੰਪਨੀਆਂ ਹਾਇਰਿੰਗ ਲਈ ਆਉਂਦੀਆਂ ਤੇ ਅਚਾਨਕ ਜੇ ਕਿਤੇ ਗੱਲ ਚੱਲਦੀ, ਉਹ ਫਲਾਨਿਆਂ ਦਾ ਮੁੰਡਾ ਯਾਰ ਉਹਨੂੰ ਨੌਕਰੀ ਮਿਲ ਗਈ, ਉਹ ਤੇ ਆਂਦੇ ਇੰਨੇ ਦਾ ਪੈਕੇਜ ਮਿਲ ਗਿਆ, ਉਹ ਯਾਰ ਉਹ ਫਲਾਨਿਆਂ ਦੀ ਕੁੜੀ ਸੀ, ਉਹਨੂੰ ਉਹ ਬੰਗਲੌਰ ਵਾਲ ਦੀ ਕੰਪਨੀ ਲੈ ਗਈ ਜੀ, ਉਹ ਕਹਿੰਦੇ ਉਹਨੇ ਐਪ ਊਪ ਜੀ ਬਣਾਇਆ ਕਰਨੀ ਕੁਛ ਤੇ ਉਹਨੂੰ ਤਾਂ ਇੰਨੇ ਦੇ ਪੈਸੇ ਮਿਲਣੇ। ਉਹ ਜਦੋਂ ਉਹਨਾਂ ਨੂੰ ਉਹ ਗੱਲ ਸੁਣ ਕੇ ਹੈਰਾਨੀ ਹੁੰਦੀ ਆ, ਪਹਿਲੀ ਵਾਰ ਉਹਨਾਂ ਨੇ ਸੁਣੀ ਹੁੰਦੀ ਆ, ਤੇ ਉਹ ਆਪਾਂ ਨੂੰ ਕਿਵੇਂ ਸਲਾਹ ਦੇ ਸਕਦੇ ਆ ਵੀ ਹਾਂ ਪੁੱਤ ਤੁਸੀਂ ਆਹ ਕਰ ਲਓ। ਇਸ ਕਰਕੇ ਮੈਨੂੰ ਲੱਗਦਾ ਹੁੰਦਾ ਵੀ ਉਹਨਾਂ ਦਾ ਕਸੂਰ ਨਹੀਂ, ਇੱਥੇ ਜ਼ਿਆਦਾ ਜ਼ਿੰਮੇਵਾਰੀ ਬਣਦੀ ਨੌਜਵਾਨੀ ਦੀ ਖੁਦ। ਗੱਲ ਫਿਰ ਘੁੰਮ ਕੇ ਉੱਥੇ ਆ ਗਈ ਵੀ ਸੋਸ਼ਲ ਮੀਡੀਆ ਇੱਕ ਐਸਾ ਪਲੇਟਫਾਰਮ ਕਿ ਦੁਨੀਆ ਦੀ ਇਨਫੋਰਮੇਸ਼ਨ ਉੱਥੇ ਤੁਰੀ ਫਿਰਦੀ ਹੈ। ਹਾਂ, ਜੇ ਆਪਾਂ ਉਹਦੇ 'ਚੋਂ ਲੱਭਣਾ ਹੀ ਗੰਦ ਆ, ਜੇ ਆਪਾਂ ਉਹਦੇ 'ਚੋਂ ਲੱਭਣਾ ਹੀ ਉਹੋ ਜਿਹਾ ਕੁਛ ਹੈ ਜਿਹੜਾ ਆਪਾਂ ਨੂੰ ਉਸ ਮੌਕੇ ਦੇ ਉੱਪਰ ਤਾਂ ਹੋ ਸਕਦਾ ਵੀ ਚੰਗਾ ਲੱਗਦਾ ਹੋਵੇ, ਪਰ ਭਵਿੱਖ ਬਾਰੇ ਕੁਛ ਨਾ ਦੱਸਦਾ ਹੋਵੇ, ਤੇ ਫਿਰ ਆਪਾਂ ਕਿਵੇਂ ਆਸ ਕਰ ਸਕਦੇ ਹਾਂ ਵੀ ਆਪਣਾ ਕੁਛ ਬਣ। ਐਨਰਜੀ ਆ ਸੰਧਾਲੀਆ ਸਾਹਿਬ, ਤਾਕਤ ਹੈ, ਉਹਨੂੰ ਕਿੱਧਰ ਨੂੰ ਲਾਉਣਾ, ਚੈਨਲਾਈਜ਼ ਕਿੱਧਰਲੇ ਪਾਸੇ ਨੂੰ ਕਰਨਾ, ਇਹ ਡਿਊਟੀ ਨੌਜਵਾਨਾਂ ਦੀ ਤਾਂ ਹੈਗੀ ਆ, ਸਮਾਜ ਦੀ ਉਦੋਂ ਵੀ ਵੱਧ ਹੈ। ਹੁਣ ਤੁਸੀਂ ਦੇਖੋ ਆਮ ਤੌਰ ਦੇ ਉੱਤੇ ਕੀ ਹੁੰਦਾ, ਲੱਤ ਤੜਾ ਲਈ ਜੀ, ਇਹਨੇ ਬਾਂਹ ਤੜਾ ਲਈ ਜੀ। ਜਦੋਂ ਬੰਦਾ ਉਮਰ ਦੇ ਵਿੱਚ ਥੋੜ੍ਹਾ ਜਿਹਾ ਸਿਆਣਾ ਹੋ ਜਾਂਦਾ, ਫਿਰ ਕੰਧ ਨਹੀਂ ਟੱਪਦਾ, ਫਿਰ ਚੋਰੀ ਅਮਰੂਦ ਨਹੀਂ ਤੋੜਦਾ। ਇਹ ਨਹੀਂ ਕਿ ਢਿੱਡ ਭਰਨਾ ਹੁੰਦਾ, ਉਹੀ ਉਹ ਉਮਰ ਇਦਾਂ ਦੀ ਹੁੰਦੀ ਆ ਕਿ ਭਾਈ ਪਤੰਗ ਉਡਾਉਂਦੇ ਆ। ਹੁਣ ਤੁਸੀਂ ਦੇਖੋ ਪਤੰਗ ਉਡਾਉਣ ਦੇ ਵਿੱਚ ਕੋਈ ਪੈਸੇ ਮਿਲਦੇ ਆ, ਉਹਦੇ ਵਿੱਚ ਕੋਈ ਮੈਡਲ ਮਿਲਦਾ ਹੈ, ਇੱਕ ਦੂਜੇ ਦਾ ਪਤੰਗ ਕੱਟਣਾ, ਜਾਣੀ ਉਹ ਉਮਰ ਦੇ ਹਿਸਾਬ ਦੇ ਨਾਲ ਖੇਡਾਂ ਨੇ। ਹਾਂ, ਹੁਣ ਤੁਸੀਂ ਦੇਖੋ ਕਿ ਆਪਾਂ ਕਹਿੰਦੇ ਆ ਜੀ ਨੌਜਵਾਨ ਸੋਸ਼ਲ ਮੀਡੀਆ ਤੋਂ ਨਹੀਂ ਹਟਦੇ, 4-4 ਘੰਟੇ ਮੈਂ ਹੀ ਕਿਹਾ ਲਾਉਣੇ, ਤੁਸੀਂ ਵੀ ਕਿਹਾ ਕਿ ਉਹਨੂੰ ਠੀਕ ਵਰਤੋਂ ਕਰੇ। ਮੈਂ ਕਹਿੰਦਾ ਕਿ ਬਹੁਤੀ ਵਰਤੋਂ ਦੀ ਲੋੜ ਹੀ ਨਹੀਂ। ਪਰ ਇੱਕ ਬੰਦਾ ਪੰਜਾਬ ਦੇ ਪਿੰਡ 'ਚ ਜੰਮਿਆ, ਤੁਹਾਡੇ ਪਿੰਡ, ਸਾਡੇ ਪਿੰਡ, ਜਾਂ ਕਿਸੇ ਵੀ 13,000 ਪਿੰਡਾਂ ਦੇ ਵਿੱਚੋਂ ਇੱਕ ਪਿੰਡ ਦੇ ਵਿੱਚ, ਤੁਸੀਂ ਇਹ ਵੀ ਕਿਹਾ ਕਿ ਉਹ ਮਾਪੇ ਖੇਡ ਰਹਿੰਦੇ, ਸਾਰੀ ਦਿਹਾੜੀ ਫੋਨ 'ਚ ਵੜੇ ਰਹਿੰਦੇ ਆ। ਉਸ ਬੱਚੇ ਨੇ ਕੁਛ ਨਾ ਕੁਛ ਕਰਨਾ। ਹੋ ਸਕਦਾ ਉਹ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਪੜ੍ਹੇ, ਪਰ ਪਿੰਡ 'ਚ ਲਾਇਬ੍ਰੇਰੀ ਤਾਂ ਆਪਾਂ ਉਹਨੂੰ ਦਿੱਤੀ ਹੀ ਨਹੀਂ। ਅਸੀਂ ਕਸੂਰ ਕੱਢਦੇ ਹਾਂ, ਤੇ ਕਸੂਰ ਹੈਗਾ ਵੀ ਉਹਨਾਂ ਦਾ, ਮੈਂ ਨਹੀਂ ਕਹਿੰਦਾ ਬਰੀ ਨਹੀਂ ਹੈ। ਆਪਾਂ ਕਹਿੰਦੇ ਆ ਕਿ ਯਾਰ ਮਾੜਾ ਮੋਟਾ ਕੋਈ ਸਿਹਤ ਪੱਖੋਂ ਕੰਮ ਕੁਮ ਕਰਿਆ ਕਰੋ। ਕੰਮ ਕਰਨਾ ਬੱਚੇ ਦਾ ਸ਼ੌਕ ਨਹੀਂ ਹੁੰਦਾ। ਹਾਂ, ਬੱਚਾ ਹੋ ਸਕਦਾ ਕਿ ਦੌੜ ਲਾਉਣੀ ਚਾਹੇ, ਵੇਟ ਲਿਫਟਿੰਗ ਕਰਨੀ ਚਾਹੇ, ਜਿਮਨਾਸਟਿਕ ਕਰਨੀ ਚਾਹੇ, ਹਾਕੀ ਖੇਡਣਾ ਚਾਹੇ, ਬੈਡਮਿੰਟਨ ਖੇਡਣਾ ਚਾਹੇ, ਵਾਲੀਬਾਲ ਖੇਡਣਾ ਚਾਹੇ, ਕਿੱਥੇ ਖੇਡੇ। ਅਸੀਂ ਸਟੇਡੀਅਮ ਨਹੀਂ ਦਿੱਤਾ। ਸਟੇਡੀਅਮ ਦਾ ਮਤਲਬ ਇਹ ਨਹੀਂ ਕਿ ਕੰਧਾਂ ਕਰ ਦਿਓ, ਪੌੜੀਆਂ ਬਣਾ ਦਿਓ, ਉੱਥੇ 25 ਲੱਖ ਰੁਪਈਆ ਲਾ ਦਿਓ ਨਾ। ਕਿਤੇ ਕੋਈ ਹੈਗਾ 2-3 ਪਿੰਡਾਂ ਦਾ ਸਾਂਝਾ ਇੱਕ ਥਾਂ ਜਿੱਥੇ ਕਿ ਬੱਚੇ ਰਲ ਕੇ ਖੇਡ ਸਕਣ, ਉਹਨਾਂ ਨੂੰ ਕੋਈ ਟ੍ਰੇਨਰ ਟ੍ਰੇਨਡ ਕਰ ਸਕੇ। ਕੋਈ ਆਪਸ਼ਨ ਹੀ ਨਹੀਂ ਹੈ। ਜਿਹਦੇ ਕੋਲੇ ਸਕੂਟਰ ਹੈਗਾ, ਜਿਹਦਾ ਪਾਪਾ ਸਕੂਟਰ 'ਚ ਤੇਲ ਪਵਾ ਕੇ ਦੇਣ ਜੋਗਾ ਹੈਗਾ, ਜਿਹਦੇ ਪਾਪੇ ਨੂੰ ਪਤਾ ਹੈ ਕਿ ਭਾਈ ਉਧਰਲੇ ਪਾਸੇ ਕੁਛ ਹੈਗਾ, ਉਹਦਾ ਮਾੜਾ ਮੋਟਾ ਹੋ ਸਕਦਾ ਕਿ ਤੋਰ ਦੂ ਉਹਨੂੰ ਕਿੱਟ ਦੇ ਵਿੱਚ ਥੋੜ੍ਹਾ ਜਿਹਾ ਸਮਾਨ ਪਾ ਕੇ ਕਿ ਤੂੰ ਉੱਥੇ ਚੱਲ ਜਿਆ ਕਰ, ਕੋਈ ਗੱਲ ਨਹੀਂ। ਬਾਕੀ 90% ਦੀ ਧੱਕੇ ਖਾਂਦੇ ਆ। ਜੇ ਤੁਹਾਡੇ ਕੋਲ ਲਾਇਬ੍ਰੇਰੀ ਨਹੀਂ, ਜੇ ਤੁਹਾਡੇ ਕੋਲ ਸਟੇਡੀਅਮ ਜਾਂ ਖੇਡਾਂ ਦਾ ਕੋਈ ਸਾਂਝਾ ਸੈਂਟਰ ਨਹੀਂ, ਜੇ ਤੁਹਾਡੇ ਕੋਲੇ ਅੱਗੇ ਕੀ ਹੁੰਦਾ ਸੀ, ਕੋਈ ਬੱਚਾ ਮੰਨ ਲਓ ਕਲਾਕਾਰ ਬਣਨਾ ਚਾਹੁੰਦਾ, ਕਿਸੇ ਨੂੰ ਐਕਟਿੰਗ ਦਾ ਸ਼ੌਕ ਹੈ, ਆਪਾਂ ਆਮ ਤੌਰ ਤੇ ਇਹੀ ਸੁਣਦੇ, ਉਹਨੇ ਫਿਰ ਜੀ ਘਰ ਦੇ ਉਹਦੇ ਬੰਦੇ ਨੂੰ ਰੇਲ ਗੱਡੀ ਫੜੀ ਬੰਬੇ ਚਲ ਗਿਆ, ਉੱਥੇ 2-4-5 ਸਾਲ ਧੱਕੇ ਖਾਦੇ, ਉਹ ਰੇਲ ਦੇ ਟਰੈਕ ਦੇ ਉੱਤੇ ਵੀ ਸੁੱਤਾ, ਜਾਂ ਸਟੇਸ਼ਨ ਦੇ ਉੱਤੇ ਵੀ ਸੁੱਤਾ, ਪਲੇਟਫਾਰਮ ਤੇ ਸੁੱਤਾ ਜੀ, ਉਹ ਸੜਕ ਦੇ ਉੱਤੇ ਵੀ, ਜਾਣੀ ਵੱਡੀ ਪ੍ਰਾਪਤੀ ਦੱਸੀ ਜਾਂਦੀ ਹੈ। ਜਦ ਕਿ ਜਾਈਦਾ ਕੀ ਹੈ ਕਿ ਉਹ ਬੱਚਾ ਐਕਟਿੰਗ ਕਰਨਾ ਚਾਹੁੰਦਾ ਸੀ, ਉੱਥੇ ਫਿਰ ਇਦਾਂ ਸੀ, ਨਾਟਕ ਮੰਡਲੀਆਂ ਸੀ ਪਿੰਡਾਂ ਦੇ ਵਿੱਚ 5-7, ਕਿਉਂਕਿ ਨਾਟਕ ਮੰਡਲੀ ਦਾ ਮਤਲਬ ਇਹ ਥੋੜ੍ਹਾ ਕਿ ਮਾੜੇ ਕੰਮ ਕਰਨੇ ਆ।
ਸਮਾਜਿਕ ਜਾਗਰਤੀ ਵਾਲੇ ਬਥੇਰੇ ਨਾਟਕ ਹੁੰਦੇ ਆ। ਬੱਚਾ ਉੱਥੋਂ ਅੱਗੇ ਤਰਾਸ਼ ਹੋਵੇ, ਅੱਗੇ ਜਾ ਕੇ ਐਕਟਿੰਗ ਸਕੂਲ ਨੇ ਉਧਰਲੇ ਪਾਸੇ ਨੂੰ ਜਾਣਾ। ਕੋਈ ਪਲੇਟਫਾਰਮ ਤਾਂ ਹੋਵੇ ਨਾ ਕਿ ਜਿੱਥੇ ਜਾ ਕੇ ਆਪਾਂ ਹੁਣ ਕਹਿੰਦੇ ਜੀ ਮਾੜੀ ਚੀਜ਼ ਦੇਖਦੇ ਨੇ ਸੋਸ਼ਲ ਮੀਡੀਆ ਤੇ, ਚੰਗੀ ਦਿਖਾਉਂਦੇ ਹੋ। ਵੈਸੇ ਹੀ ਇੱਕ ਗੱਲ ਆ ਨਾ ਕਿ ਮਾੜੀ ਜੇ ਚੰਗੀ ਦਾ ਛਾਣਨਾ, ਇੱਕ ਬੱਚਾ ਜਿਹੜਾ ਆ ਉਸੇ ਮਾਹੌਲ ਦੇ ਵਿੱਚ ਵੱਡਾ ਹੋਇਆ ਤੇ ਉਹ ਮਾੜੀ ਚੰਗੀ ਚੀਜ਼ ਦਾ ਛਾਣਨਾ ਲਾਉਣ ਦੇ ਸਮਰੱਥ ਨਹੀਂ। ਨਾ ਟੀਚਰ ਦੱਸ ਰਿਹਾ, ਕਿਉਂਕਿ ਟੀਚਰ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ, ਨਾ ਸਮਾਜ ਦੱਸ ਰਿਹਾ। ਉਹਦੇ ਕੋਲੇ ਚੀਜ਼ਾਂ ਦਾ ਹੜ ਆ ਗਿਆ, ਉਹਦੀ ਉਮਰ ਇਦਾਂ ਦੀ ਹੈ, ਉਹਨੇ ਉਸ ਚੀਜ਼ ਵੱਲ ਅਟਰੈਕਟ ਹੋਣਾ। ਅਸੀਂ ਉਹਨੂੰ ਕਿੱਦਾਂ ਦੇ ਹਾਲਾਤ ਦਿੱਤੇ, ਉਹਨੂੰ ਕੋਈ ਅਲਟਰਨੇਟਿਵ ਦਿੱਤਾ। ਹਾਂ, ਅਸੀਂ ਸਟੇਡੀਅਮ ਦਈਏ, ਅਸੀਂ ਲਾਇਬ੍ਰੇਰੀ ਦਈਏ, ਅਸੀਂ ਐਕਸਟਰਾ ਕਰਿਕੂਲਮ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਸਕੂਲਾਂ ਕਾਲਜਾਂ ਦੇ ਵਿੱਚ ਉਹ ਦਈਏ, ਉਹਨਾਂ ਦੇ ਲਈ ਫੰਡ ਹੋਵੇ। ਫਿਰ ਵੀ ਜੇ ਕੋਈ ਬੱਚਾ ਉੱਧਰ ਜਾਣ ਦੀ ਜਗ੍ਹਾ ਦੂਜੇ ਪਾਸੇ ਜਾਂਦਾ, ਮੋਬਾਈਲ ਦੇ ਉੱਤੇ ਲੱਗਾ ਰਹਿੰਦਾ, ਫਿਰ ਅਸੀਂ ਕਿਤੇ ਨਾ ਕਿਤੇ ਉਹਨੂੰ ਕਹਿਣ ਦੇ ਹੱਕਦਾਰ ਹੈਗੇ ਆ ਕਿ ਭਾਈ ਤੂੰ ਗਲਤ ਕਰ ਰਿਹਾ, ਤੂੰ ਆ ਕਿਉਂ ਕਰ ਰਿਹਾ। ਤੇ ਜੇ ਅਸੀਂ ਉਹ ਸਾਰਾ ਕੁਝ ਦਿੰਦੇ ਨਹੀਂ, ਕਦੀ ਉਹਦੀ ਗਲਤੀ ਕੱਢਦੇ, ਫਿਰ ਔਖਾ। ਇਹਦੇ 'ਚ ਮੈਨੂੰ ਲੱਗਦਾ ਇੱਕ WhatsApp ਹੋਰ ਗੱਲ ਕਰ ਲਈਏ। ਅੱਜ ਹੋ ਸਕਦਾ ਆਪਾਂ ਦੋਵੇਂ ਜਣੇ ਖਬਰਾਂ ਦੀ ਗੱਲ ਕਰਦੇ ਰੋਜ਼ ਹੀ, ਹੈ ਨਾ। ਮੈਨੂੰ ਤਾਂ ਇਹ ਗੱਲ ਬੜੀ ਕਲੀਅਰ ਹੈ ਵੀ ਜਦੋਂ ਖਬਰਾਂ ਪਹਿਲਾਂ ਆਉਂਦੀਆਂ ਹੁੰਦੀਆਂ ਸੀ, ਜਦੋਂ ਕੋਈ ਉਮਰ ਹੁੰਦੀ ਬੰਦੇ ਦੀ, ਤੇ ਉਹ ਖਬਰਾਂ ਹਨਾ ਵੀ ਆਹ ਖਬਰਾਂ, ਉਹ ਯਾਰ ਕੀ ਖਬਰਾਂ ਯਾਰ, ਉਹ ਗੱਲ ਉਹ ਜਦੋਂ ਖਬਰਾਂ ਆਉਣਾ ਉਹਦੇ ਪਰੇ ਹੋ ਜਾਣਾ ਉੱਠ ਕੇ ਰੋਟੀ ਲਾਈਆਂ ਯਾਰ, ਐਵੇਂ ਕੀ ਵੀ ਬਾਪੂ ਨਹੀਂ ਉਹ ਗੱਲਾਂ। ਜੇ ਅਖਬਾਰ ਹੋਣੀ ਤੇ ਉਹ ਯਾਰ ਅਖਬਾਰ ਆ ਪਤਾ ਨਹੀਂ ਸਾਰੀਆਂ, ਕੋਈ ਫੋਟੋ ਨਹੀਂ ਆਈ ਚਾਹੀਦੀ ਯਾਰ, ਕੋਈ ਚੰਗੀ ਖਬਰ ਹੀ ਨਹੀਂ ਹੈ ਨਾ। ਇਹ ਹਰੇਕ ਨਾਲ ਹੁੰਦਾ, ਹੁਣ ਵੀ ਹੁੰਦਾ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਵੀ ਇੱਕ ਚੇਂਜ ਕਰਨ ਵਾਲੀ ਲੋੜ ਹੈਗੀ ਆ ਵੀ ਉਹਨੂੰ ਜਾਂ ਤਾਂ ਜਵਾਕਾਂ ਨੂੰ ਆਪ ਹੌਲੀ ਹੌਲੀ ਉਹ ਟੇਸਟ ਪਾਇਆ ਜਾਵੇ ਵੀ ਪੁੱਤ ਜੇ ਆਸੇ ਪਾਸੇ ਕੁਛ ਵਾਪਰ ਰਿਹਾ ਹੈ, ਜੇ ਉਹ ਰਾਜਨੀਤਿਕ 'ਚ ਹੋ ਰਿਹਾ, ਉਹ ਰਾਜਨੀਤੀ ਨੇ ਪ੍ਰਭਾਵ ਤਾਂ ਆਪਣੀ ਜ਼ਿੰਦਗੀ 'ਤੇ ਪਾਉਣਾ ਹੀ ਹੈ। ਮੈਨੂੰ ਲੱਗਦਾ ਉਹ ਰਾਜਨੀਤਿਕ ਸੂਝ-ਬੂਝ ਵਾਲੇ ਪਾਸੇ ਤੋਰਨਾ ਪੈਣਾ, ਕਿਉਂਕਿ ਉਹ ਨਹੀਂ ਕਿ ਜਦੋਂ ਤੱਕ ਉਹਨੂੰ 18 ਸਾਲ ਦਾ ਹੋ ਕੇ ਤੇ ਉਹ ਨਹੁੰ ਲਬੇੜ ਕੇ ਉੱਥੇ ਜਾ ਕੇ ਟੀ ਨਹੀਂ ਕਰਾਉਂਦਾ ਵੀ ਮੈਂ ਫਲਾਣੇ ਨੂੰ ਵੋਟ ਪਾਇਆ। ਕਿਉਂ ਪਾਇਆ? ਕਿਉਂਕਿ ਬਾਪੂ ਨਹੀਂ ਕਹਿੰਦੇ ਸੀ, ਜਾਂ ਫਿਰ ਮੇਰੇ ਯਾਰਾਂ ਨੇ ਕਿਹਾ, ਜਾਂ ਮੈਨੂੰ ਵੈਸੇ ਹੀ ਚੰਗਾ ਲੱਗਦਾ ਫਿਰ ਮੈਂ ਉਹਦੇ ਨਾਲੋਂ ਚੰਗਾ ਵੀ ਉਹ 18 ਸਾਲਾਂ ਤੱਕ ਉਹਨੂੰ ਸਮਝ ਹੋਵੇ ਵੀ ਯਾਰ ਆਸੇ ਪਾਸੇ ਚੱਲ ਕੀ ਰਿਹਾ, ਆਹ ਮੈਨੂੰ 5 ਸਾਲ ਬਾਅਦ ਮੌਕਾ ਮਿਲਣਾ ਤੇ 5 ਸਾਲ ਬਾਅਦ ਮੇਰੇ ਕੋਲੇ ਤਾਕਤ ਹੈ ਵੀ ਮੈਂ ਇਹਨੂੰ ਇੱਦਾਂ ਕਰ ਸਕਦਾ, ਜਾਂ ਜਿਹੜੇ ਕੋਈ ਬੰਦੇ ਆਉਣ ਉਹਨਾਂ ਨੂੰ ਮੈਂ ਸਵਾਲ ਪੁੱਛ ਸਕਦਾ ਵੀ ਯਾਰ ਇੱਦਾਂ ਕਰਨਾ, ਜੇ ਤੂੰ ਕਰਦਾ ਤਾਂ ਵੀਰ ਤੇਰੇ ਨਾਲ ਆ। ਹਾਂ, ਪੋਲੀਟੀਕਲ ਵਿੰਗਾਂ ਨੂੰ ਲੋੜ ਹੁੰਦੀ ਆ ਬੰਦਿਆਂ ਦੀ, ਮੋਟਰਸਾਈਕਲ ਵਾਲਿਆਂ ਦੀ, ਨਾਅਰਿਆਂ ਵਾਲਿਆਂ ਦੀ, ਰੌਲੇ ਰੱਪੇ ਵਾਲਿਆਂ ਦੀ। ਉਹਨਾਂ ਨੇ ਫਿਰ ਯੂਥ ਵਿੰਗ ਬਣਾ ਲੈਣਾ ਹੁੰਦਾ ਆਪਣਾ, ਪਰ ਉਹ ਯੂਥ ਵਿੰਗ ਦੇ ਵਿੱਚ ਅੱਗੇ ਵੀ ਉਹਨਾਂ ਨੇ ਆਪਣੇ ਨਿਆਣੇ ਪ੍ਰਮੋਟ ਕਰਨੇ ਹੁੰਦੇ, ਮਗਰ ਜਿਹੜਾ ਵਿਚਾਰਾ ਮੋਟਰਸਾਈਕਲ 'ਤੇ ਤੇਲ ਫੂਕਦਾ ਫਿਰਦਾ ਉਹ ਤਾਂ ਆਪਣੇ ਵਰਗਾ ਹੀ ਲਾਣਾ ਸਾਰਾ ਹੀ ਹੈ ਨਾ। ਉਹ ਜਿੱਦਣ ਉੱਥੇ ਜਾ ਕੇ ਉਹ ਵੋਟਾਂ ਨਿਬੜ ਜਾਂਦੀਆਂ, ਅਗਲੇ ਗੇਟ ਖੋਲ੍ਹਣ ਉਹਦੇ ਫੋਨ ਚੁੱਕਣੋਂ ਹਟ ਜਾਂਦੇ ਆ। ਸੋ ਮੈਨੂੰ ਲੱਗਦਾ ਵੀ ਇਹ ਵੀ ਕਿਤੇ ਨਾ ਕਿਤੇ ਲੋੜ ਹੈਗੀ ਵੀ ਉਹਨਾਂ ਨੂੰ ਹੌਲੀ ਹੌਲੀ ਥੋੜ੍ਹੀ ਜਿਹੀ ਜਾਗਰਤੀ ਹੋਵੇ ਵੀ ਵਾਪਰ ਕੀ ਰਿਹਾ, ਹੋ ਕੀ ਰਿਹਾ, ਆਪਾਂ ਉਹਨੂੰ ਕਿਵੇਂ ਬਦਲ ਸਕਦੇ। ਬਹੁਤ ਵੱਡਾ ਸਵਾਲ ਹੈ। ਇਹਨੂੰ ਲੱਖ ਰੁਪਏ ਦਾ, ਇੱਥੇ $1 ਮਿਲੀਅਨ ਕਹਿੰਦੇ, $1 ਮਿਲੀਅਨ ਕੁਐਸਚਨ ਆ ਇਹ। ਤੁਸੀਂ ਇੱਦਾਂ $1 ਲੱਖ ਰੱਖ ਕੇ ਬਾਕੀ ਦੇ ਦਿਓ। ਤੁਸੀਂ ਐਂ ਕਰੋ, ਸਾਰੇ ਲਾਓ ਤੇ ਮੈਨੂੰ ਬਾਕੀ ਫੜਾ ਦਿਓ। ਲੱਖ ਰੁਪਏ ਦੀ ਗੱਲ ਕੀਤੀ, ਕਹਿੰਦਾ ਵੀਰ 10,000 ਹੀ ਦੇ ਦੇ, ਬਾਕੀ ਤੇਰਾ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਅਸੀਂ ਕਹਿੰਦੇ ਆ ਕਿ ਨਿਆਣੇ ਕੁਝ ਨਸ਼ੇ ਪੱਤੇ ਤੇ ਲੱਗ ਗਏ। ਕਈ ਮਾਪਿਆਂ ਨੂੰ ਹੁੰਦਾ ਕਿ ਭਾਈ ਨਿਆਣੇ ਕਰਦੇ ਕੁਛ ਨਹੀਂ, ਕਈ ਕਹਿੰਦੇ ਜੀ ਵੱਢਣ ਨੂੰ ਪੈਂਦੇ ਮੂਹਰਿਓਂ। ਜੇ ਕੋਈ ਗੱਲ ਆਖੋ ਸਾਰੀ ਦਿਹਾੜੀ, ਕੋਈ ਕਹਿੰਦਾ ਜੀ ਮੰਜਾ ਤੋੜਦਾ, ਪੈਸੇ ਇੰਨੇ ਲਾਏ ਪੜ੍ਹਾਈ ਕਰਕੇ ਵੀ ਕੁਛ ਨਹੀਂ ਖੱਟਿਆ, ਉੱਥੇ ਕੰਮ ਕਰਨ ਨੂੰ ਰਾਜ਼ੀ ਨਹੀਂ। ਸਾਰੀਆਂ ਗੱਲਾਂ ਠੀਕ ਨਹੀਂ। ਆਹ ਤੁਹਾਡੀ ਗੱਲ ਮੈਨੂੰ ਬਹੁਤ ਵਾਜਬ ਲੱਗੀ ਕਿ ਪੋਲੀਟੀਕਲੀ ਅਵੇਅਰ ਹੋਣਾ, ਰਾਜਨੀਤਿਕ ਤੌਰ ਦੇ ਉੱਤੇ ਸੂਝ ਤੋਂ ਸੱਖਣੇ ਨਹੀਂ ਹੋਣਾ, ਉਹਦੇ ਵਿੱਚ ਨਿਪੁੰਨ ਹੋਣਾ ਜ਼ਰੂਰੀ ਹੈ। ਠੀਕ ਗੱਲ ਕੀਤੀ। ਇੱਥੇ ਮੈਨੂੰ ਐਂ ਲੱਗਦਾ ਕਿ ਕਿਤੇ ਨਾ ਕਿਤੇ ਗਲਤੀ ਮੇਰੀ ਹੈ, ਕਿਤੇ ਨਾ ਕਿਤੇ ਗਲਤੀ ਤੁਹਾਡੀ ਹੈ, ਸਾਰਿਆਂ ਦੀ ਹੈ। ਹੁਣ ਅਸੀਂ ਬੱਚੇ ਤੋਂ ਚਾਹੁੰਦੇ ਹਾਂ ਕਿ ਬੱਚਾ ਇੱਕ ਆਦਰਸ਼ ਨਾਗਰਿਕ ਬਣੇ, ਸਹੀ ਪਾਸੇ ਤੁਰੇ, ਕੁਛ ਗਲਤ ਨਾ ਕਰੇ। ਇਹ ਕਿਉਂ ਐਵੇਂ ਹਿੰਸਾ ਵਾਲੇ ਪਾਸੇ ਨੂੰ ਤੁਰਦਾ, ਇਹ ਇੱਦਾਂ ਨਾ ਕਰੇ। ਅਸੀਂ ਘਰ 'ਚ ਗੱਲ ਕੀ ਕਰਦੇ ਹਾਂ ਕਿ ਚਾਚਾ ਤੇਰਾ, ਤਾਇਆ ਤੇਰਾ, ਗੁਆਂਢੀ ਜਿਹੜਾ ਇੱਥੇ ਥੜੀ ਬਣਾਉਣੀ ਹੈ, ਇਹਨੇ ਮਾੜਾ ਮੋਟਾ ਟੀ ਟੈਬ ਜੀ ਕਰਨੀ ਆ, ਪਰ ਆਪਾਂ ਕੁਸਕਣ ਨਹੀਂ ਦੇਣਾ, ਰਾਤੋਂ ਰਾਤ ਇੱਕ ਵਾਰੀ ਬਣਾ ਦੇਣੀ ਆ। ਮਿਸਤਰੀ ਨੂੰ ਕਹਿਣਾ ਤੂੰ 2 ਘੰਟਿਆਂ 'ਚ ਬਣਾ ਦੇ, ਉਹਨਾਂ ਦੇ ਭੋਗ 'ਤੇ ਗਿਆ, ਮੁੜ ਕੇ ਕਿਹੜਾ ਤੋੜਦਾ, ਪਰਚਾ ਦੇ ਦੂਗਾ, ਕੇਸ ਕਰ ਦੂਗਾ, ਮੁੜ ਕੇ 20-25 ਸਾਲ ਚੱਲਦੇ ਹੁੰਦੇ ਆ। ਅਸੀਂ ਇੱਥੇ ਪ੍ਰਦੂਸ਼ਣ ਭਰਦੇ ਹਾਂ ਨਿਆਣੇ ਦੇ। ਦੂਸਰਾ, ਇਹਦੇ ਤੋਂ ਇਲਾਵਾ ਅਸੀਂ ਸਿੱਖ ਹਾਂ, ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ ਹਾਂ, ਅਸੀਂ ਈਸਾਈ ਹਾਂ, ਅਸੀਂ ਆਸਤਕ ਹਾਂ, ਅਸੀਂ ਨਾਸਤਕ ਹਾਂ। ਹੋਣਾ ਚਾਹੀਦਾ ਹੈ ਸਾਰਾ ਕੁਝ, ਤੁਸੀਂ ਕੋਈ ਵੀ ਧਰਮ ਮੰਨੋ ਜਾਂ ਨਾ ਮੰਨੋ, ਪਰ ਜਦੋਂ ਅਸੀਂ ਉਹਨਾਂ ਨੂੰ ਇਹ ਕਹਿਣਾ ਉਹ ਕੋਈ ਬੰਦੇ ਆ, ਕੋਈ ਯਾਰ ਉਹ ਕੋਈ ਬੰਦੇ ਆ, ਉੱਧਰ ਨਹੀਂ ਜਾਣਾ, ਆਪਾਂ ਐਂ ਨਹੀਂ ਕਰਨੀ, ਉਹਨਾਂ ਦੇ ਨਹੀਂ ਜਾ, ਉਹਨਾਂ ਦੇ ਨਿਆਣਿਆਂ ਨੇ ਖੇਲਣਾ, ਅਸੀਂ ਨਫ਼ਰਤ ਭਰਦੇ ਹਾਂ। ਇੱਕ ਤਾਂ ਅਸੀਂ ਆਪ ਨਫ਼ਰਤ ਭਰਦੇ ਹਾਂ, ਤੇ ਦੂਜੇ ਪਾਸੇ ਅਸੀਂ ਚਾਹੁੰਦੇ ਕਿ ਨਫ਼ਰਤ ਵਾਲਾ ਕੋਈ ਕੰਮ ਨਾ ਕਰੇ। ਤੀਸਰਾ, ਮਨਾਂ ਦੇ ਵਿੱਚ ਸਾਡੇ ਕਿੱਡੀ ਖੋਟ ਹੁੰਦੀ ਆ, ਚੁੱਪ ਕਰਕੇ ਆਹ ਕੰਮ ਕਰ ਲਓ, ਮੇਰੀ ਉੱਥੇ ਗੱਲਬਾਤ ਹੈਗੀ ਆ, ਮੈਂ ਕਹਿਤਾ ਹੀ ਉੱਥੇ, ਉਹ ਕਹਿੰਦੇ ਕੋਈ ਗੱਲ ਨਹੀਂ, ਤੁਹਾਡਾ ਕੰਮ ਹੋ ਜਾਊਗਾ, ਤੁਹਾਨੂੰ ਲਾਈਨ 'ਚ ਲੱਗਣ ਦੀ ਲੋੜ ਨਹੀਂ, ਇੱਦਾਂ ਕਰਕੇ ਆ ਠੇਕਾ ਮਿਲਦਾ, 4 ਦਰਖਤ
ਜਿਹੜੇ ਆਪਾਂ ਨੂੰ ਸਰਕਾਰੀ ਤੌਰ ਤੇ ਵੱਢਣ ਨੂੰ ਮਿਲਦੇ ਆ, 500 ਮੰਤਰੀ ਸਾਹਿਬ ਨੂੰ ਦੇਣਾ, 100 ਕਰਕੇ 5 ਜਣਿਆਂ ਨੂੰ ਹੋਰ ਦੇਣਾ, 1000 ਰੁਪਈਆ ਉਹਨਾਂ ਨੂੰ ਦੇਣਾ, 5000 ਦਾ ਦਰਖਤ ਆਪਾਂ ਨੂੰ 2000 ਚ ਮਿਲਦਾ, ਆਪਾਂ ਨੂੰ ਫਿਰ ਵੀ 3000 ਬਚਦਾ। ਜਦੋਂ ਆਪਾਂ ਘਰ ਦੇ ਵਿੱਚ ਇਦਾਂ ਦੀਆਂ ਗੱਲਾਂ ਕਰਾਂਗੇ, ਜਾਣੀ ਕਿ ਬਾਈਪਾਸ ਕਰਕੇ ਆਪਾਂ ਨੂੰ ਖਾਣਾ ਆਉਂਦਾ ਤੇ ਆਪਾਂ ਬੱਚੇ ਦੇ ਸਾਹਮਣੇ ਉਹ ਸਾਰਾ ਕੁਝ ਡਿਸਕਸ ਕਰਦੇ ਹਾਂ, ਬੱਚੇ ਨੇ ਫਿਰ ਕੰਮ ਉਦਾਂ ਦਾ ਹੀ ਕਰਨਾ। ਪੋਲੀਟੀਕਲੀ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਪਰ ਜੇ ਅਸੀਂ ਬੱਚੇ ਨੂੰ ਇਹੀ ਕਹਿਣਾ ਤੇਰੇ ਦਾਦਾ ਜੀ ਵੀ ਇਹਨਾਂ ਦੇ ਨਾਲ ਸੀ, ਮੈਂ ਤੇਰਾ ਡੈਡੀ ਵੀ ਇਹਨਾਂ ਦੇ ਨਾਲ ਆ, ਤੂੰ ਵੀ ਇਹਨਾਂ ਦੇ ਨਾਲ ਹੋਣਾ, ਪਾਰਟੀ ਆਪਣੀ ਜੇ ਉਹ ਮਾੜਾ ਮੋਟਾ ਸਵਾਲ ਯਾਰ ਮੈਨੂੰ ਫਿਰ ਕੰਮ ਤਾਂ ਮਿਲਿਆ ਨਹੀਂ, ਜਾਂ ਸਾਡੇ ਸਕੂਲੇ ਟੀਚਰ ਤਾਂ ਇੱਕੋ ਹੀ ਆ, ਸਰਕਾਰ 5-7 ਸਾਲ ਹੋ ਗਏ, ਤੈਨੂੰ ਜਦ ਕਹਿਤਾ ਉਹ ਵੱਖਰੀ ਗੱਲ, ਆਪਾਂ ਪਾਰਟੀ ਆਪਣੀ ਇਹੀ ਹੈ। ਮੈਨੀਫੈਸਟੋ ਦੀ ਗੱਲ ਨਹੀਂ ਸਾਡੇ ਘਰਾਂ 'ਚ ਹੁੰਦੀ। ਪੋਲੀਟੀਕਲੀ ਬੱਚੇ ਅਵੇਅਰ ਤਾਂ ਹੋਣਗੇ ਜੇ ਸਾਡੇ ਘਰ 'ਚ ਮੈਨੀਫੈਸਟੋ ਪਿਆ ਹੋ। ਸਾਡੇ ਘਰ ਤਾਂ ਪੋਸਟਰ ਪਿਆ ਹੁੰਦਾ, ਉਹ 'ਚ ਲਿਖਿਆ ਹੁੰਦਾ ਬਹੁਤ ਹੀ ਸੂਝਵਾਨ, ਬਹੁਤ ਹੀ ਮਿਹਨਤੀ, ਬਹੁਤ ਹੀ ਸਿਆਣੇ, ਲੋਕਾਂ ਦੇ ਦਿਲਾਂ ਦੀ ਧੜਕਣ, ਹਰਮਨ ਪਿਆਰੇ, 7-8 ਜਿਹੜੀਆਂ ਵਿਸ਼ੇਸ਼ਤਾਵਾਂ ਗਣਾ ਕੇ ਫਿਰ ਚੋਣ ਨਿਸ਼ਾਨ ਵੋਟਾਂ ਪਾ ਕੇ ਕਾਮਯਾਬ ਕਰੋ। ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਲਿਖਿਆ ਹੁੰਦਾ, ਪਰ ਜੇ ਤੁਸੀਂ ਧਿਆਨ ਨਾਲ ਪੜ੍ਹੋ ਇਹਨਾਂ ਦੀ ਕਾਮਯਾਬੀ ਹੈ, ਤੁਹਾਡੀ ਨਹੀਂ ਕਹਿੰਦੇ। ਨਾਲ ਇਹ ਵੀ ਹੈ ਨਾ ਪੋਸਟਰ ਤੇ ਕਈ ਵਾਰ ਉਹ ਸੰਭਾਲ ਕੇ ਰੱਖਿਆ ਹੁੰਦਾ ਜਿਹਦੇ ਵਿੱਚ ਆਪਣੇ ਜਾਂ ਆਪਣੇ ਭਾਪੇ ਦੀ ਨਿੱਕੀ ਜਿਹੀ ਫੋਟੋ ਲੱਗੀ ਹੁੰਦੀ ਇੰਨੀ। ਹਾਂ, ਇਹ ਫਿਰ ਉਦੋਂ ਧੰਨਵਾਦ ਕੀਤਾ ਇਹਨਾਂ ਦੇ, ਫਿਰ ਉਦੋਂ ਫਿਰ ਫੋਟੋ ਲੱਗੀ ਦੀ, ਉਦੋਂ ਫਿਰ ਸੰਭਾਲ ਲਿਆ। ਮਤਲਬ ਇਹ ਜਿਹੜੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਛੱਡਣ ਦੀ ਲੋੜ ਆ। ਥੋੜ੍ਹੇ ਜਿਹੇ ਆਪਾਂ ਜਿੰਨਾ ਕੁ ਦਿਮਾਗ ਵਿਸ਼ਾਲ ਕਰਾਂਗੇ ਨਾ ਫਿਰ ਹੀ ਗੱਲ ਬਣਨੀ ਹੈ। ਇਹ ਗੱਲਾਂ ਠੀਕ ਆ ਤੁਹਾਡੀਆਂ ਵਾਟ ਸਾਹਿਬ, ਵੀ ਆਪਾਂ ਨੂੰ ਨਾ ਮੈਨੂੰ ਲੱਗਦਾ ਵੀ ਅਗਲੇ ਪਾਸੇ ਹੋ ਕੀ ਰਿਹਾ, ਵਾਪਰ ਕੀ ਰਿਹਾ, ਉਧਰ ਨੂੰ ਆਪਾਂ ਘੋੜੇ ਦੌੜਾਈ ਜਾਂਦੇ ਹਾਂ, ਪਰ ਉਹ ਸ਼ੁਰੂਆਤ ਕਿੱਥੋਂ ਹੁੰਦੀ ਉਹਦੇ ਵਾਲੇ ਪਾਸੇ ਕੋਈ ਨਹੀਂ ਜਾਂਦਾ। ਆਪਾਂ ਸੋਸ਼ਲ ਮੀਡੀਆ ਵਿਚਾਰ ਲਿਆ, ਆਪਾਂ ਪੋਲੀਟਿਕਸ ਵਿਚਾਰ ਲਈ, ਆਪਾਂ ਐਜੂਕੇਸ਼ਨ ਵਿਚਾਰ ਲਈ, ਆਪਾਂ ਮਾਪਿਆਂ ਵਾਲੇ ਪਾਸੋਂ ਕੀ ਫੀਡ ਹੋਣੀ ਚਾਹੀਦੀ ਹੈ ਜਾਂ ਕੀ ਫੀਡ ਜਾਂਦੀ, ਜਾਂ ਅਗਲਾ ਕੀ ਸੁਣਦਾ, ਉਹਦੇ ਬਾਰੇ ਗੱਲ ਕਰ ਲਈ। ਇੱਕ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਵੀ ਗੱਲ ਹੈ ਵੀ ਜੇ ਆਪਾਂ ਉਸ ਨੌਜਵਾਨੀ ਦੀ ਗੱਲ ਕਰ ਲੈਂਦੇ ਹਾਂ, ਜਿਹੜੀ ਨੌਜਵਾਨੀ ਹੁਣ ਠੀਕ ਠਾਕ ਆਪਣੇ ਆਪ ਨੂੰ 5-7 ਮਿੰਟ ਸ਼ੀਸ਼ੇ ਅੱਗੇ ਵੀ ਲਾਉਣ ਨੂੰ ਜੀ ਕਰਦਾ, ਪਰਫਿਊਮ ਨਵਾਂ ਆ ਗਿਆ ਇਹ ਵੀ ਚਾਹੀਦਾ, ਹੁਣ ਘੜੀ ਕਿਹੜੀ ਆਵੇ, ਫੋਨ ਕਿਹੜਾ ਚਾਹੀਦਾ, ਅੱਜ ਕੱਲ੍ਹ ਕਿੱਦਾਂ ਜਿਹਦਾ ਟਰੈਂਡ ਚੱਲਦਾ। ਮੈਨੂੰ ਲੱਗਦਾ ਵੀ ਉਸ ਨੌਜਵਾਨੀ ਨੂੰ ਵੀ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਵੀ ਜਦੋਂ ਤੇ ਆਪਾਂ ਇਹ ਡਿਮਾਂਡਾਂ ਕਰਦੇ ਹਾਂ ਉਦੋਂ ਭਾਪੇ ਦੀ ਜਾਣੇ ਜੇਬ, ਕਿਉਂਕਿ ਉਹਦਾ ਫਰਜ਼ ਹੈ ਭਾਈ ਸਾਹਿਬ ਪ੍ਰੋਵਾਈਡ ਕਰਾਵੇ। ਜਦੋਂ ਭਾਪਾ ਜਾਂ ਘਰ ਦੇ ਇਹ ਕਹਿਣ ਵੀ ਯਾਰ ਤੂੰ ਇੱਥੇ ਗਾ ਗਿਆ ਜਾਂ ਧੀਏ ਤੂੰ ਇੱਥੇ ਗਾ ਗਈ, ਹੁਣ ਤੂੰ ਆਹ ਤੇਰੀਆਂ ਜ਼ਿੰਮੇਵਾਰੀਆਂ ਨਾ, ਮੈਂ ਲੜ ਪੈਣਾ, ਮੈਂ ਗੱਡੀ 'ਤੇ ਚੜ੍ਹ ਜਾਊਂ, ਮੈਂ ਗੱਡੀ ਥੱਲੇ ਆ ਜਾਊਂ, ਮੈਂ ਭੱਜ ਜਾਊਂ, ਮੈਂ ਨਿਕਲ ਜਾਊਂ, ਉਹ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਵਿਚਾਰ ਲੈਣ ਵੀ ਯਾਰ ਜਿਹੜੇ ਪਾਸੇ ਨੂੰ ਆਪਾਂ ਖਿੱਚੀ ਗੱਡੀ ਇਹ ਕਿਸੇ ਸਟੇਸ਼ਨ 'ਤੇ ਖੜ੍ਹਦੀ ਵੀ ਹੈ ਕਿ ਜਾਂ ਇੱਦਾਂ ਹੀ ਚੱਲਦੀ ਹੈ। ਸਰਦਾਰ ਸਾਹਿਬ ਤੁਸੀਂ ਟਰੈਕ 'ਤੇ ਆਏ ਹੁਣ ਜੀ। ਅੱਛਾ, ਮੈਂ ਹੁਣ ਤੁਸੀਂ ਰੇਲ ਗੱਡੀ ਦੀ ਗੱਲ ਕੀਤੀ ਤੁਸੀਂ ਦੇਖੋ ਸੰਧਾਲੀਆ ਸਾਹਿਬ ਕਿ ਜਦੋਂ ਆਪਾਂ ਨੂੰ ਐਂ ਲੱਗਦਾ ਨਾ ਪਰਿਵਾਰਾਂ ਨੂੰ ਵੀ ਕਿ ਭਾਈ ਇੱਥੇ ਤਾਂ ਕਿਸੇ ਨੂੰ ਵੀ ਮਾਰ ਦਿੰਦੇ, ਇੱਥੇ ਨੌਕਰੀ ਨਹੀਂ ਹੈਗੀ, ਇੱਥੇ ਆਹ ਨਹੀਂ ਹੈਗਾ, ਇੱਥੇ ਫਿਊਚਰ ਨਹੀਂ ਹੈਗਾ, ਇੱਥੇ ਪਾਣੀ ਗੰਦਾ ਜਿਹਾ ਉਹ ਗੰਦਾ, ਅਸੀਂ ਨਹੀਂ ਕਹਿੰਦੇ ਇੱਦਾਂ, ਆਮ ਭਾਵਨਾ ਬੱਚਾ ਵਿਦੇਸ਼ ਭੇਜ ਦਈਏ, ਆਹ ਗੱਲ ਤੁਹਾਡੀ ਇੱਥੇ ਆ ਕੇ ਟੁਕਣੀ ਹੈ। ਪਹਿਲੀ ਗੱਲ ਇਹ ਹੈ ਕਿ ਬੱਚੇ ਨੂੰ ਕੀ ਅਸੀਂ ਸਮਝਣ ਯੋਗ ਬਣਾਇਆ, ਬਹੁਤ ਜ਼ਰੂਰੀ। ਸਭ ਤੋਂ ਵੱਡੀ ਚੀਜ਼ ਇਹ ਹੈ ਜੇ ਉਹਨੇ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਜਾ ਕੇ ਨੌਕਰੀ ਕਰਨੀ, ਕਿਸੇ ਦੇ ਨਾਲ ਰਹਿਣਾ, ਕਿਤੇ ਜਾ ਕੇ ਕੰਮ ਕਰਨਾ, ਕੰਮ ਤਾਂ ਆਪਾਂ ਦੂਜਿਆਂ ਬੰਦਿਆਂ 'ਚ ਹੀ ਕਰਨਾ, ਉੱਥੇ ਆਪਣਾ ਭਲਾ ਬੁਰਾ ਕਿੱਦਾਂ ਪਛਾਣਨਾ, ਮਾੜੀ ਚੰਗੀ ਸੰਗਤ ਤੋਂ ਕਿੱਦਾਂ ਬਚਣਾ। ਜਾਣੀ ਇਹ ਨਹੀਂ ਕਿ ਅਸੀਂ ਆਪਣਾ ਕੰਮ ਕਰਕੇ ਘਰ ਨੂੰ ਆ ਗਏ, ਜੇ ਤਰੱਕੀ ਕਰਨੀ ਆ ਤਾਂ ਫਿਰ ਆਲੇ ਦੁਆਲੇ ਧਿਆਨ ਵੀ ਰੱਖਣਾ ਕਿ ਹੋਰ ਕੀ ਹੋ ਸਕਦਾ, ਟੈਸਟ ਕਿਹੜਾ। ਇਹ ਥੋੜ੍ਹੀ ਆ ਕਿ ਡੈਡੀ ਫੋਨ ਕਰਕੇ ਦੱਸੂਗਾ, ਮੰਮੀ ਫੋਨ ਕਰਕੇ ਦੱਸੂਗੀ ਪੁੱਤ ਹੁਣ ਜੇ ਤੂੰ ਆਹ ਟੈਸਟ ਪਾ ਤਾਂ ਹੁਣ ਤੂੰ ਸਹਾਇਕ ਮੈਨੇਜਰ ਤੋਂ ਮੈਨੇਜਰ ਬਣ ਜਾਓ, ਇੱਦਾਂ ਨਹੀਂ ਹੁੰਦਾ। ਇਹਦਾ ਸਭ ਤੋਂ ਵੱਡਾ ਨੁਕਸਾਨ ਸੰਧਾਲੀਆ ਸਾਹਿਬ ਪਤਾ ਕੀ ਹੋਇਆ, ਇੱਥੇ ਆਪਾਂ ਦੇਖਦੇ ਹੁੰਦੇ ਕਿ ਕਈ ਵਾਰੀ ਆਪਣੇ ਬੱਚੇ ਇੰਟਰਨੈਸ਼ਨਲ ਸਟੂਡੈਂਟ ਬਹੁਤ ਮਿਹਨਤਾਂ ਕਰਦੇ ਆ, ਜਾਣੀ ਜਿੰਨੀ ਮਿਹਨਤ ਇਹਨਾਂ ਨੂੰ ਕਰਨੀ ਪੈਂਦੀ ਆ ਕਿਸੇ ਨੂੰ ਵੀ ਨਹੀਂ। ਪਰ ਕੁਝ ਬੱਚੇ ਹੁੰਦੇ ਆ, ਕੋਈ ਪਾਣੀ ਦੇ ਵਿੱਚ ਡੁੱਬ ਗਿਆ, ਕੋਈ ਕਿਸੇ ਮਾੜੇ ਚੰਗੇ ਪਾਸੇ ਲੱਗ ਗਿਆ, ਕਿਸੇ ਨੇ ਆਣ ਕੇ ਕਾਲਜ ਦੇ ਵਿੱਚ ਪੜ੍ਹਾਈ ਛੱਡਤੀ, ਕਿਸੇ ਦੀ ਮਜਬੂਰੀ ਹੋਵੇ ਵੱਖਰੀ ਗੱਲ ਹੈ, ਕੋਈ ਹੋਰ ਹੀ ਪਾਸੇ ਡੰਮ ਕਰਾਉਣ ਲੱਗ ਪਿਆ। ਉਹ ਕਿਤੇ ਨਾ ਕਿਤੇ ਸਮਝ ਦੀ ਘਾਟ ਹੈ, ਜਿਹੜੀ ਸਮਝ ਅਸੀਂ ਪੈਦਾ ਕਰਨੀ ਸੀ ਉਹਨਾਂ ਦੇ ਵਿੱਚ, ਚਾਹੇ ਉਹਨਾਂ ਨੇ ਪੰਜਾਬ 'ਚ ਰਹਿਣਾ ਹੈ, ਭਾਰਤ ਦੇ ਕਿਸੇ ਹੋਰ ਸੂਬੇ 'ਚ ਰਹਿਣਾ ਜਾਂ ਵਿਦੇਸ਼ 'ਚ ਰਹਿਣਾ। ਜਦੋਂ ਆਪਾਂ ਨੂੰ ਪਤਾ ਕਿ ਮੂਹਰੇ ਪਾਣੀ ਆ, ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਮੈਨੂੰ ਤਰਨਾ ਨਹੀਂ ਆਉਂਦਾ, ਇਹ ਦੱਸਣਾ ਕਿਹਨੇ ਆ, ਇਹ ਸਮਝਾਉਣਾ ਕਿਹਨੇ ਆ, ਕਿਉਂਕਿ ਉਹ ਚੀਜ਼ ਚੌੜ ਦੇ ਵਿੱਚ ਆ ਕੇ ਝੁੱਗਾ ਚੌੜ ਕਰਾ ਲੈਣਾ ਉਹ ਕੋਈ ਸਿਆਣਪ ਨਹੀਂ ਹੈ। ਹੁਣ ਇੱਥੇ ਸਭ ਤੋਂ ਵੱਡੀ ਜ਼ਿੰਮੇਵਾਰੀ ਕੀ ਹੈ, ਆਮ ਤੌਰ ਤੇ ਹੁੰਦਾ ਜੀ ਮੁੜ ਕੇ ਇੱਕ ਬਹੁਤ ਪਰੇਸ਼ਾਨੀ ਨੁਕਸਾਨ ਹੋ ਜਾਂਦਾ। ਆਪਾਂ ਘਰੇ ਇੱਥੇ ਆਣ ਕੇ ਵੀ ਬੱਚੇ ਹੁੰਦੇ ਆ ਕਈ ਵਾਰੀ ਪਿੱਛੇ ਲੱਗ ਜਾਂਦੇ, ਉੱਥੇ ਵਾਲੇ ਪਿੱਛੇ ਜੀ ਇਹਨੂੰ ਬੰਦੇ ਨੂੰ ਫੋਲੋ ਕਰਦੇ, ਜਿਹੜਾ ਬੰਦਾ ਕੰਮ ਹੀ 2 ਨੰਬਰ ਤੇ ਕਰਦਾ ਹੋਵੇ। ਫਿਲਮਾਂ ਐਵੇਂ ਤਾਂ ਨਹੀਂ ਬਣ ਲੱਗੀਆਂ, ਫਿਲਮਾਂ ਇਸੇ ਕਰਕੇ ਬਣਦੀਆਂ ਕਿਉਂਕਿ ਡਿਮਾਂਡ ਪੈਦਾ ਹੋ ਗਈ ਉਹਨਾਂ ਬੰਦਿਆਂ ਦੀਆਂ ਫਿਲਮਾਂ। ਅਸੀਂ ਘਰੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਤਾਂ ਲਾਈ ਦੀ ਨਹੀਂ, ਅਸੀਂ ਘਰੇ ਕਿਸੇ ਵਿਗਿਆਨਕ ਦੀ, ਕਿੰਨੇ ਦੇ ਘਰ ਦੇ ਵਿੱਚ ਕਿਸੇ ਸਾਇੰਟਿਸਟ ਦੀ ਫੋਟੋ ਹੈ। ਜਾਣੀ ਮੈਂ ਵੈਸੇ ਹੀ ਪੁੱਛ ਰਿਹਾ ਕਿ ਜਦੋਂ ਤੋਂ ਤੁਹਾਡੇ ਘਰ ਦੇ ਵਿੱਚ ਬੱਚਿਆਂ ਨੇ ਜਨਮ ਲਿਆ, ਸਾਡੇ ਹੈ ਨਹੀਂ, ਮੈਂ ਦੱਸਦਾ
ਤੁਹਾਡੇ ਹੋਵੇ, ਸੱਜਣਾ ਦੇ ਹੋਵੇ, ਪਤਾ ਨਹੀਂ, ਤੁਸੀਂ ਟਿੱਪਣੀ ਕਰਿਓ। ਕਿਸੇ ਸਾਇੰਟਿਸਟ ਦੀ ਫੋਟੋ ਨਹੀਂ ਹੋਏਗੀ, ਕਿਸੇ ਗਣਿਤ ਦੇ ਜਿਹੜੇ ਮਾਹਿਰ ਦੀ ਫੋਟੋ ਨਹੀਂ ਹੋਏਗੀ, ਕਿਸੇ ਇਦਾਂ ਦੇ ਬੰਦੇ ਦੀ ਫੋਟੋ ਨਹੀਂ ਹੋਏਗੀ ਕਿ ਜਿਹਨੇ ਕਿਸੇ ਨੇ ਰੇਲ ਗੱਡੀ ਦੀ ਖੋਜ ਕੀਤੀ, ਕਿਸੇ ਨੇ ਜਹਾਜ਼ ਦੀ ਖੋਜ ਕੀਤੀ, ਕਿਸੇ ਨੇ ਬਿਜਲੀ ਦਾ ਆਵਿਸ਼ਕਾਰ ਕੀਤਾ। ਸਾਡੇ ਘਰ ਦੇ ਵਿੱਚ ਉਹਨਾਂ ਦੀ ਫੋਟੋ ਨਹੀਂ ਹੋਏਗੀ। ਹਾਂ, ਇੱਕ ਗੱਲ ਜ਼ਰੂਰ, ਅਸੀਂ ਫਿਰ ਉਹਨਾਂ ਤੋਂ ਆਸ ਇਹ ਕਰਾਂਗੇ ਕਿ ਸਾਡੇ ਬੱਚੇ ਇਸ ਫੀਲਡ ਦੇ ਵਿੱਚ ਜਾਣ, ਸਾਡੇ ਬੱਚੇ ਇੰਨੀ ਜ਼ਿਆਦਾ ਤਰੱਕੀ ਕਰਨ। ਅਸੀਂ ਉਹਨਾਂ ਨੂੰ ਮਾਹੌਲ ਹੀ ਨਹੀਂ ਦਿੱਤਾ। ਉਹਨਾਂ ਦੇ ਫੋਨ ਦੇ ਉੱਤੇ ਆ ਰਹੇ ਨੇ ਉਹੀ ਗੰਦੀਆਂ ਬੰਦੀਆਂ ਚੀਜ਼ਾਂ, ਉਹੀ ਚੱਕਵੇਂ ਗਾਣੇ, ਰਫਲਾਂ ਵਾਲੇ, ਪਿਸਤੌਲਾਂ ਵਾਲੇ, ਗੈਂਗਾਂ ਵਾਲੇ, ਉਹ ਉਹਨਾਂ ਦੇ ਕੋਲੇ ਉਪਲਬਧ ਨੇ, ਉਹਨਾਂ ਦੀ ਜੇਬ 'ਚ ਨੇ, ਉਹਨਾਂ ਦੀ ਅੱਖ ਤੋਂ ਸਿਰਫ 1 ਫੁੱਟ ਦੀ ਦੂਰੀ ਤੇ ਨੇ। ਤੇ ਜਿਹੜੀ ਚੀਜ਼ ਅਸੀਂ ਕਰ ਸਕਦੇ, ਅਸੀਂ ਕੰਧ ਦੇ ਉੱਤੇ ਲਾ ਕੇ, ਕਿਤਾਬ ਸਾਡੇ ਘਰ 'ਚ ਕੋਈ ਨਹੀਂ ਸਿਲੇਬਸ ਤੋਂ ਬਾਹਰੀ, ਫੋਟੋ ਸਾਡੇ ਕੋਲੇ ਚੱਜ ਦੀ ਕੋਈ ਨਹੀਂ। ਹਾਂ, ਇੱਕ ਗੱਲ ਹੋਰ, ਧਾਰਮਿਕ ਤੌਰ ਦੇ ਉੱਤੇ ਬਹੁਤ ਸਾਰੀਆਂ ਸਾਡੇ ਘਰਾਂ ਦੇ ਵਿੱਚ ਤਸਵੀਰਾਂ ਹੁੰਦੀਆਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੁੰਦੀ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੁੰਦੀ ਹੈ। ਹਿੰਦੂ ਧਰਮ ਦੇ ਵਿੱਚ ਜਿਹੜੀਆਂ ਤਸਵੀਰਾਂ, ਮੂਰਤੀਆਂ ਹੁੰਦੀਆਂ, ਹਰ ਧਰਮ ਦਾ ਇੱਕ ਗ੍ਰੰਥ ਹੈ। ਅਸੀਂ ਤਸਵੀਰਾਂ ਲਾਉਂਦੇ ਹਾਂ, ਮੱਥਾ ਵੀ ਟੇਕ ਲੈਂਦੇ ਹਾਂ, ਪਰ ਉਸ ਧਾਰਮਿਕ ਪਾਵਨ ਪਵਿੱਤਰ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਅਸੀਂ ਕਦੇ ਡਿਸਕਸ ਨਹੀਂ ਕਰਦੇ ਕਿ ਉਹਦਾ ਮੀਨਿੰਗ ਕੀ ਆ ਬਈ, ਕੀ ਕੁਛ ਨਹੀਂ ਹੈਗਾ ਬਈ, ਉਹਦੇ ਹਿਸਾਬ ਨਾਲ ਆਪਾਂ ਨੂੰ ਕਿਵੇਂ ਚੱਲਣਾ ਚਾਹੀਦਾ ਜੀ, ਆਪਾਂ ਨੂੰ ਠੀਕ ਖਾਣ ਪੀਣ ਰੱਖਣਾ ਚਾਹੀਦਾ, ਸਾਦੀ ਰਹਿਣੀ ਬਹਿਣੀ, ਹੋਰ ਕੀ ਸੀ, ਇਹੀ ਸੀ ਨਾ। ਅਸੀਂ ਜੇ ਕਹੀਏ ਕਿ ਕੱਲੀਆਂ ਤਸਵੀਰਾਂ ਦੇ ਮੂਹਰੇ ਮੱਥਾ ਟੇਕ ਕੇ ਜੇ ਅਸੀਂ ਜਿਹੜੇ ਚਿੰਤਨ ਕਰਨ ਦੀ ਗੱਲ, ਉਹਦੇ ਉੱਤੇ ਗੋਸ਼ਟੀ ਕਰਨ ਦੀ ਗੱਲ, ਸਮਝਣ ਦੀ ਗੱਲ, ਜੇ ਅਸੀਂ ਉਧਰ ਨੂੰ ਤੁਰੇ ਹੀ ਨਹੀਂ, ਫਿਰ ਤਾਂ ਕੋਈ ਹੋਰ ਸਮਝਾਊਗਾ, ਉਹ ਸਮਝਾਊਗਾ ਜਿਹੜਾ ਉਹਦੇ ਮਾਫਕ ਹੈ। ਹਾਂ, ਨਹੀਂ, ਇਹ ਬੜਾ ਜ਼ਰੂਰੀ ਆ। ਦੇਖੋ, ਇੱਕ ਗੱਲ ਤੇ ਆਪਾਂ ਬੇਨਤੀ, ਤੁਸੀਂ ਬਾਹਰਲੇ ਵਿਦਿਆਰਥੀਆਂ ਦੀ ਗੱਲ ਕੀਤੀ, ਜਿਹੜੇ ਉਹ ਛੱਡ ਕੇ ਕਿਸੇ ਵੀ ਵਿਦੇਸ਼ 'ਚ ਬੈਠੇ ਨੇ, ਕਿਸੇ ਵੀ ਧਰਤੀ 'ਤੇ ਬੈਠੇ ਨੇ, ਜੇ ਉੱਥੇ ਜਾਂਦੇ ਆ ਤੇ ਕਈ ਵਾਰ ਮਾਪੇ ਹੈਰਾਨ ਹੁੰਦੇ ਆ, ਇੱਥੇ ਤਾਂ ਨਾ ਭੈਣ ਜੀ ਕੀ ਦੱਸੀਏ, ਕੋਈ ਹਾਲ ਨਹੀਂ ਇਹਦਾ ਗਿਆ, ਤੇ ਜਾਂ ਕੁੜੀ ਗਈ ਆ ਤੇ ਸਾਲ ਡੂਢ ਸਾਲ ਬਾਅਦ ਹੀ ਬੜੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਏ ਹੈ ਨਾ, ਲੈ ਵੀ ਹੁਣ ਤੇ ਸੁੱਖ ਨੇ ਆਹ ਵੀ ਕਰ ਲਿਆ, ਇਹਨੇ ਆਹ ਵੀ ਕਰ ਲਿਆ। ਉਹਨਾਂ ਨੂੰ ਕਿਤੇ ਮਿਲ ਲਓ, ਹਾਂ ਭਾਜੀ ਹੁਣ ਮੈਂ ਆਹ ਕਰ ਰਿਹਾ, ਜਾਂ ਮੈਂ ਆਹ ਕਰ ਰਹੀ, ਹੁਣ ਮੈਂ ਆਹ ਕਰ ਲਿਆ, ਹੁਣ ਮੇਰਾ ਆਹ ਪਲਾਨ ਆ। ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਮਾਹੌਲ ਚੇਂਜ ਦੀ ਗੱਲ ਹੈ। ਹੁਣ ਇਹ ਤਾਂ ਚਲੋ ਵਿਦੇਸ਼ ਦੀ ਆਪਾਂ ਗੱਲ ਨਹੀਂ, ਪੰਜਾਬੋਂ ਬਾਹਰ ਵੀ ਜੇ ਪਿੰਡੋਂ ਕੋਈ ਸ਼ਹਿਰ ਚਲੇ ਗਿਆ, ਉਹਦੀ ਸੋਚ ਦਾ ਫਰਕ ਪੈ ਜਾਂਦਾ, ਉਹ ਗੱਲਾਂ ਉਸ ਹਿਸਾਬ ਨਾਲ ਕਰਨ ਲੱਗ ਪੈਂਦਾ, ਕਿਉਂਕਿ ਉਹਦਾ ਸਰਕਲ ਉਹੋ ਜਿਹਾ ਹੋ ਜਾਂਦਾ ਯਾਰ, ਦੁਨੀਆ ਦਾ ਇੱਥੇ ਵੱਸਦੀ, ਮੈਂ ਪਿੰਡ ਹੋਰ ਹੀ ਕੁਛ ਕਰਦਾ ਰਿਹਾ। ਜੇ ਕੋਈ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ 'ਚ ਚਲਾ ਗਿਆ, ਮੰਨ ਲਓ ਕੋਈ ਉਹੋ ਜਿਹੀ ਜਗ੍ਹਾ 'ਤੇ ਚਲ ਗਿਆ ਜਿੱਥੇ IT ਵਾਲੇ ਬੰਦੇ ਨੇ ਜਾਂ ਹੋਰ ਬੰਦੇ ਨੇ ਕੋਈ, ਉਹਨਾਂ ਦੇ ਕੋਲ ਚਲਾ ਗਿਆ, ਉਹਦੀ ਸੋਚ ਉਹੋ ਜਿਹੀ ਹੋ ਜਾਂਦੀ। ਇਹਦਾ ਮਤਲਬ ਇਹ ਹੋ ਗਿਆ ਵੀ ਜਦੋਂ ਆਪਾਂ ਖੂਹ ਛੱਡਿਆ, ਆਪਾਂ ਖੂਹ ਵਾਲੇ ਡੱਡੂ ਤੋਂ ਬਾਹਰ ਨਿਕਲੇ, ਫਿਰ ਆਪਾਂ ਨੂੰ ਪਤਾ ਲੱਗਿਆ ਵੀ ਜੇ ਆਪਾਂ ਛੱਪੜ 'ਚ ਗਏ ਵੀ ਇੱਥੇ ਕੀ ਕੀ ਹੈ, ਜੇ ਦਰਿਆ 'ਚ ਗਏ ਤਾਂ ਇੱਥੇ ਕੀ ਕੀ, ਜੇ ਸਮੁੰਦਰ 'ਚ ਗਏ ਤਾਂ ਇੱਥੇ ਕੀ ਕੀ। ਸੋ ਇਹ ਗੱਲ ਤਾਂ ਇਹ ਆ ਵੀ ਜੇ ਆਪਾਂ ਸਾਰੀ ਉਮਰ ਹੀ ਖੂਹ ਦੇ ਡੱਡੂ ਬਣੇ ਰਹਿਣਾ ਤੇ ਫਿਰ ਆਪਾਂ ਇਹ ਆਖਣਾ ਵੀ ਉਹ ਹੋ ਮੇਰਾ ਬਣਿਆ ਕੁਛ ਨਹੀਂ, ਫਿਰ ਆਪਾਂ ਕਿਸੇ ਨੂੰ ਕੋਈ ਸਵਾਲ ਕਰਨ ਜੋਗੇ ਹੈ ਨਹੀਂ। ਹਾਂ, ਜੇ ਆਪਣੀ ਖੁਦ ਦੀ ਤਾਂਘ ਹੈਗੀ ਆ ਵੀ ਯਾਰ ਮੈਂ ਅੱਗੇ ਜਾਣਾ, ਆਪਣੇ ਆਪ ਨੂੰ ਮੈਂ ਡਿਵੈਲਪ ਕਰਨਾ, ਦੁਨੀਆ ਕਿੱਥੇ ਵੱਸਦੀ ਮੈਂ ਉਹਦੇ ਨਾਲ ਤੁਰਨਾ, ਤੇ ਫਿਰ ਕੋਸ਼ਿਸ਼ ਹਰੇਕ ਨੂੰ ਆਪਣੇ ਆਪ ਕਰਨੀ ਪਊਗੀ। ਹਾਂ, ਇੰਨਾ ਜ਼ਰੂਰ ਆ ਵੀ ਮਾਪੇ ਦੇ ਵੱਧ ਤੋਂ ਸਾਥ ਹੀ ਦੇ ਸਕਦੇ। ਹਾਂ, ਜੇ ਕੋਈ ਵਧੋ ਵਧੀ ਅਗਲੇ ਨੂੰ ਓਵਰ ਪਾਰ ਕਰਦਾ, ਨਹੀਂ ਪੁੱਤ ਤੈਨੂੰ ਨਹੀਂ ਪਤਾ, ਤੂੰ ਇੱਦਾਂ ਕਰਨਾ। ਕਈ ਵਾਰ ਹੁੰਦਾ ਵੀ ਧੀ ਪੁੱਤ ਬੜਾ ਸ਼ਾਰਪ ਹੁੰਦਾ, ਮਾਪਿਆਂ ਦੀ ਸੂਈ ਅੜੀ ਹੁੰਦੀ ਵੀ ਨਹੀਂ ਇੱਦਾਂ ਨਹੀਂ, ਤੂੰ ਇੱਦਾਂ ਹੀ ਕਰਨਾ, ਉਹ ਵੀ ਮੇਰੇ ਖਿਆਲ ਨਾਲ ਮਾੜੀ ਗੱਲ ਹੈ। ਨਹੀਂ, ਜ਼ਿਆਦਾ ਖਤਰਨਾਕ ਸਥਿਤੀ ਹੈ ਜੀ ਉਹ। ਸੰਧਾਲੀਆ ਸਾਹਿਬ, ਮੈਂ ਇੱਕ ਗੱਲ ਤਾਂ ਮੋਟੇ ਤੌਰ ਤੇ ਕਹਿ ਦਿੰਦਾ, ਜਵਾਨੀ ਦੇ ਉੱਤੇ ਜਿੰਨੀਆਂ ਮਰਜ਼ੀ ਤੋਹਮਤਾਂ ਹੋਣ, ਹੈਗੀਆਂ ਵੀ ਨੇ, ਬਹੁਤ ਔਖੇ ਜਿਹੇ ਕੰਮ ਕਈ ਵਾਰੀ ਕਰਦੇ ਆ, ਰੂਣ ਧੋਣ ਪੈ ਜਾਂਦੇ ਆ, ਪਰ ਆਪਣੇ ਘਰਾਂ ਦੇ ਵਿੱਚ ਹੁਣ ਕਿੰਨਾ ਕੁ ਡਿਸਕਸ਼ਨ ਵਾਲਾ ਮਾਹੌਲ ਹੈ। ਅਸੀਂ ਕਦੇ ਇਕੱਠੇ ਬੈਠ ਕੇ ਜੇ ਕਦੇ ਗੱਲ ਕਰਦੇ ਚੁਗਲੀਆਂ ਕਰਦੇ, ਮਾਫ਼ ਕਰਨਾ, ਮੈਂ ਮਾਫ਼ੀ ਮੰਗਦਾ ਤੁਹਾਡੇ ਤੋਂ ਸਾਰਿਆਂ ਤੋਂ, ਅਸੀਂ ਘਰ ਦੇ ਵਿੱਚ ਬੈਠੇ ਹਾਂ ਚੁਗਲੀਆਂ ਕਰਦੇ ਹਾਂ, ਜਾਣੀ ਸਾਨੂੰ ਬਹੁਤ ਸਵਾਦ ਆਉਂਦਾ, ਬੜਾ ਹੀ ਸਵਾਦ ਆਉਂਦਾ ਇਹ ਕਹਿ ਕੇ ਹੁਣ ਆਈ ਆ ਉਹਦੇ, ਹੁਣ ਵਿਆਹ ਲਿਆ ਮੁੰਡਾ, ਹੁਣ ਉਹ ਸਿੱਧੀ, ਹੁਣ ਕਰੂ ਨਹੁੰ ਇਹਨੂੰ ਸਿੱਧੀ। ਤੇ ਜੇ ਕਿਸੇ ਦੇ ਨਹੁੰ ਆ ਜਾਵੇ, ਜਾਣੀ ਕਿਸੇ ਦੇ ਵਿਆਹ ਹੋ ਜਾਏ, ਮੱਤਾਂ ਦੇਣ ਵਾਲੇ ਬਹੁਤ ਹੁੰਦੇ ਆ। ਜਾਣੀ ਇੰਨਾ ਸਾਡੇ ਮਨਾਂ ਦੇ ਵਿੱਚ ਦੂਸਰਿਆਂ ਦੇ ਪ੍ਰਤੀ ਨਫ਼ਰਤ ਭਰੀ ਹੋ ਆ, ਉਹਦੀ ਕਹਿਣਾ ਡਰਨ ਡਰਨ ਦੀ ਲੋੜ ਨਹੀਂ, ਇੱਥੇ ਨਹੀਂ ਡਰਨ ਡਰਨ ਦੀ ਲੋੜ। ਕੋਈ ਫੋਨ ਫਾਨ ਕਰਦੀ ਰਹੀ ਤੂੰ, ਕੋਈ ਗੱਲ ਨਹੀਂ, ਜਾਣੀ ਫੋਨ ਫਾਨ ਕਰਦੀ ਰਹੀ ਵੀ ਮੈਂ ਫੂਕ ਭਰਦੀ ਰਹੂੰ, ਹੈ ਨਾ। ਸਾਰੇ ਨਹੀਂ ਕਰਦੇ। ਅਸੀਂ ਘਰੇ ਡਿਸਕਸ ਕੀ ਕਰਦੇ ਹਾਂ, ਉਹਨਾਂ ਦਾ ਮੁੰਡਾ ਤਾਂ ਨਸ਼ੇ ਤੇ ਲੱਗ ਗਿਆ, ਚਲੋ ਆਪਾਂ ਨੂੰ ਕੀ, ਅਸੀਂ ਬਹੁਤ ਖੁਸ਼ ਹੁੰਦੇ ਹਾਂ, ਉਹ ਉਦੋਂ ਮੁੰਡੇ ਤੇ ਵਿਆਹ ਤੇ ਖਰਚ ਕੀਤਾ ਸੀ, ਆ ਹੁਣ ਬੈਂਕ ਵਾਲੇ ਅੱਜ ਆਏ ਸੀ। ਜਾਣੀ ਅਸੀਂ ਇਹ ਨਹੀਂ ਸਮਝਦੇ ਕਿ ਉਸ ਬੰਦੇ ਨੇ ਇੱਕ ਗਲਤੀ ਕੀਤੀ ਆ, ਅੱਜ ਉਹ ਕਸੂਤਾ ਫਸਿਆ, ਉਹਦੇ ਉੱਤੇ ਆਪਾਂ ਥੋੜ੍ਹਾ ਜਿਹਾ ਅਫਸੋਸ ਵੀ ਕਰੀਏ ਤੇ ਨਾਲ ਆਪਾਂ ਡਿਸਕਸ ਕਰੀਏ ਕਿ ਭਾਈ ਇਹ ਚੀਜ਼ਾਂ ਮਾੜੀਆਂ ਹੁੰਦੀਆਂ ਨਾ, ਅਸੀਂ ਦੂਜੇ ਪਾਸੇ ਨੂੰ ਜਾਣਾ। ਜੇ ਕਿਸੇ ਦੇ ਵਿਆਹ ਰੱਖਿਆ, ਭੋਗ ਰੱਖਿਆ, ਮੀਂਹ ਪੈ ਗਿਆ, ਆਹੋ ਕੱਲ ਦਾ ਬੜਾ ਟੈਂਟ ਟੁੰਟ ਜਿਹਾ ਤੁਰਿਆ ਫਿਰਦਾ ਸੀ ਇੱਥੇ, ਕਹਿੰਦਾ ਸੀ ਵਧੀਆ ਕਰਨਾ ਹੀ ਸਾਰਿਆਂ ਤੋਂ, ਮੀਂਹ ਜਾਂ ਸਾਰਾ ਕੁਝ ਹੀ ਉਖੜ ਗਿਆ, ਘਟਾ ਹੀ ਪੈ ਗਿਆ ਸਾਰੇ ਦਾਲ ਸਬਜ਼ੀਆਂ ਦੇ ਉੱਤੇ, ਖੁਸ਼ੀ ਸਾਡੀ ਜਾਣੀ ਸਿਰੇ ਦੀ ਖੁਸ਼ੀ।
ਕਿਸੇ ਦੀ ਕੁੜੀ ਕੋਈ ਮਾੜਾ ਮੋਟਾ ਗਲਤ ਸਟੈਪ ਲੈ ਜਾਏ, ਕਿਸੇ ਦਾ ਮੁੰਡਾ ਗਲਤ ਸਟੈਪ ਲੈ ਜਾਏ, ਬਾਛਾਂ ਖਿੜਚਣਗੀਆਂ। ਜਾਣੀ ਇੱਕ ਜਿਹੜੀ ਹੈਲਦੀ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਭਾਈ ਪਹਿਲਾਂ ਕੀ ਹੁੰਦਾ ਸੀ, ਅੱਜ ਕੀ ਹੋ ਗਿਆ, ਭਵਿੱਖ ਦੇ ਵਿੱਚ ਕੀ ਹੋਊਗਾ। ਹਾਂ, ਸਾਡੇ ਘਰ 'ਚ ਦੁਨੀਆ ਦਾ ਨਕਸ਼ਾ ਹੁੰਦਾ ਹੀ ਨਹੀਂ। ਸਾਰਾ ਪੰਜਾਬ ਬਾਹਰ ਜਾਣਾ ਚਾਹੁੰਦਾ। ਮੈਂ ਇੱਥੇ ਵੀ ਸਵਾਲ ਪੁੱਛਦਾ ਕਿ ਟਿੱਪਣੀ ਕਰ ਦਿਓ, ਪੰਜਾਬ ਦੇ ਵਿੱਚੋਂ ਹੋਣਗੇ ਕੋਈ 2% ਲੋਕ, 4-5% ਲੋਕ ਜਿਹੜੇ ਕਹਿਣਗੇ ਨਹੀਂ ਜੀ ਅਸੀਂ ਇੱਥੇ ਰਹਿਣਾ। ਨਹੀਂ ਤਾਂ ਕਿਤੇ ਨਾ ਕਿਤੇ ਹੁੰਦਾ ਕਿ ਘਰ ਦਾ ਇੱਕ ਜੀ ਬਾਹਰ ਚਲ ਜਾਵੇ, ਕਿਤੇ ਚਲ ਜਾਵੇ। ਹੁਣ ਵਿਦੇਸ਼ ਜਾਣਾ ਹੈ, ਉਹ ਯਾਰ ਘਰ ਦੇ ਵਿੱਚ ਗਲੋਬ ਤਾਂ ਲੈ ਆਓ 200 ਰੁਪਈਏ ਦਾ, 25 ਰੁਪਈਆਂ ਦਾ ਨਕਸ਼ਾ ਹੀ ਲਿਆ ਕੇ ਕੰਧ ਨਾਲ ਟੰਗ ਲਓ। ਉੱਥੋਂ ਹੀ ਪਤਾ ਲੱਗ ਜਾਵੇ ਕਿ ਭਾਈ ਭਾਰਤ ਤੋਂ ਫਲਾਈਟ ਉੜ ਕੇ ਇੱਥੇ ਸਪੇਨ ਜਾਂਦੀ ਹੈ, ਇਟਲੀ ਜਾਂਦੀ ਹੈ, ਜਰਮਨੀ ਜਾਂਦੀ ਹੈ, ਆਸਟਰੀਆ ਜਾਂਦੀ ਹੈ। ਜੇ ਉਧਰਲੇ ਪਾਸੇ ਅਮਰੀਕਾ ਨੂੰ ਜਾਣਾ, ਉਹ ਜੀ ਬਸ ਮੁੰਡਾ ਮੈਕਸੀਕੋ ਪਹੁੰਚ ਗਈ। ਹੋ ਸਕਦਾ ਕੋਈ ਕਹੇ ਜੀ ਮੁੱਢ ਪਹੁੰਚ ਗਈ, ਪਰ ਅਸਲੀ ਬਾਰਡਰ ਤਾਂ ਉੱਥੋਂ ਪਾਰ ਕਰਨਾ ਪੈਣਾ। ਕੁਛ ਤਾਂ ਪਤਾ ਹੋਵੇ ਨਾ ਵੀ ਜਾਣੀ ਅਸੀਂ ਪਰਿਵਾਰ ਨਾਲ ਬੈਠ ਕੇ ਗਲੋਬ ਨਹੀਂ ਦੇਖਣਾ, ਦੁਨੀਆ ਦਾ ਨਕਸ਼ਾ ਨਹੀਂ ਦੇਖਣਾ, ਕਿੱਥੇ ਤਖਤਾ ਪਲਟ ਹੋ ਗਿਆ, ਤੇਲ ਦੀਆਂ ਕੀਮਤਾਂ ਕਿਉਂ ਵੱਧ ਰਹੀਆਂ, ਕਿੱਧਰਲੇ ਪਾਸੇ ਕੱਚੇ ਤੇਲ ਦਾ ਭਾਅ, ਰੌਲਾ ਹੀ ਕੁਛ ਨਹੀਂ, ਅਸੀਂ ਦਰੀ ਚੱਕ ਲੈਣ ਟਾਈਮ ਨਹੀਂ। ਇੱਕ ਆਪਾਂ ਹੋਰ ਬੇਨਤੀ ਕਰੀਏ, ਇੱਕ ਨਾ ਬੜੀ ਚਰਚਾ ਚੱਲਦੀ ਪੰਜਾਬ, ਆਪਾਂ ਵੀ ਡਿਸਕਸ ਕਰਦੇ ਹਾਂ ਪੰਜਾਬ ਬਈ ਸਾਡਾ ਪੰਜਾਬ ਜੀ। ਹੁਣ ਜਦੋਂ ਆਪਾਂ ਸਾਡੇ ਪੰਜਾਬ ਦੀ ਗੱਲ ਕਰਦੇ ਹਾਂ ਤੇ ਉਹ ਸਾਡਾ ਪੰਜਾਬ ਆਪਾਂ ਸ਼ਬਦ ਜ਼ਰੂਰ ਵਰਤਦੇ ਹਾਂ, ਮੋਸਟਲੀ ਉਹ ਮੇਰਾ ਪੰਜਾਬ ਹੀ ਹੁੰਦਾ। ਹਰੇਕ ਦਾ ਆਪਣਾ ਆਪਣਾ ਪੰਜਾਬ, ਉਹਨੂੰ ਲੱਗਦਾ ਵੀ ਅੱਛਾ ਮੇਰਾ ਉੱਥੇ ਘਰ-ਬਾਰ ਹੈ, ਮੇਰਾ ਉੱਥੇ ਜੀਅ-ਜੰਤ ਪਰਿਵਾਰ ਹੈ, ਜਾਂ ਮੇਰਾ ਕੋਈ ਜ਼ਮੀਨ ਭਾਂਡਾ ਜਾਇਦਾਦ ਹੈ, ਜਾਂ ਕੋਈ ਕੰਮਕਾਰ ਕਾਰੋਬਾਰ ਹੈ। ਇਸ ਕਰਕੇ ਉਹਨੂੰ ਲੱਗਦਾ ਵੀ ਹਾਂ ਉਹ ਠੀਕ ਰਹੇ। ਹਾਂ, ਜਿਹੜਾ ਕੋਈ ਪੰਜਾਬ ਦੇ ਵਿੱਚ ਰਹਿੰਦਾ ਉਹਨੂੰ ਲੱਗਦਾ ਵੀ ਹਾਂ ਯਾਰ ਇਹ ਮੇਰਾ ਪੰਜਾਬ ਹੈ, ਵੀ ਠੀਕ ਹੋਣਾ ਚਾਹੀਦਾ। ਉਹਦੇ ਲਈ ਜੇ ਆਪਣੀ ਬਣਦੀ ਦੇ ਗੁਆਂਢੀ ਨਾਲ ਨਹੀਂ ਬਣਦੀ, ਤੇ ਆਪਣੇ ਕੋਈ ਸ਼ਰੀਕੇ ਭਾਈਚਾਰੇ 'ਚ ਨਹੀਂ ਬਣਦੀ, ਪਿੰਡ 'ਚ ਨਹੀਂ, ਸ਼ਹਿਰ 'ਚ ਨਹੀਂ, ਗਲੀ ਮੁਹੱਲੇ 'ਚ ਨਹੀਂ, ਸਾਂਝੇ ਤੌਰ 'ਤੇ ਜਾਂ ਮਿਲ ਕੇ ਆਪਾਂ ਚੱਲਣਾ ਕਿਸੇ ਨਾਲ ਨਹੀਂ, ਤੇ ਫਿਰ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਪੰਜਾਬ ਕਿਤੇ ਆਪਾਂ ਕੋਈ ਮੰਗਲ ਗ੍ਰਹਿ 'ਤੇ ਵਸਾਉਣਾ ਵੱਖਰਾ ਹੀ ਇਕੱਲਿਆਂ ਦਾ। ਵੀ ਜੇ ਤੇ ਆਪਾਂ ਸਾਂਝ ਹੋਊਗੀ, ਸਾਂਝ ਕਾਹਦੇ ਨਾਲ, ਵੀ ਜੇ ਸਾਂਝ ਆਪਸ 'ਚ ਹੋਊਗੀ, ਏਕਾ ਹੋਊਗਾ, ਬੰਦਿਆਂ ਨਾਲ ਹੀ ਪੰਜਾਬ ਆ। ਜੇ ਹਰੇਕ ਦਾ ਆਪੋ ਆਪਣਾ ਪੰਜਾਬ ਹੈ, ਉਹ ਸਾਡਾ ਪੰਜਾਬ ਦੀ ਜਗ੍ਹਾ 'ਤੇ ਮੇਰਾ ਪੰਜਾਬ ਹੋ ਗਿਆ, ਤੇ ਫਿਰ ਉਹਨੂੰ ਆਪਾਂ ਇਹ ਕਿਵੇਂ ਆਸ ਕਰ ਸਕਦੇ ਵੀ ਉਹ ਕਿਸੇ ਤਰੱਕੀ ਦੇ ਰਾਹ 'ਤੇ ਤੁਰ ਪਊਗਾ। ਇੱਕ ਵੱਡੀ ਗੱਲ ਆ ਕਿ ਪਿਛਲੇ ਦਿਨੀ ਜਹੇਦਾਰ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਸੀ ਪਰਟੀਕੂਲਰ ਕਮਿਊਨਿਟੀ ਦੀ, ਕਿ ਉਹ ਫਲਾਨੀ ਕਮਿਊਨਿਟੀ ਦੀ ਤਰ੍ਹਾਂ ਆਪਾਂ ਫਲਾਨੀ ਚੀਜ਼ ਦੇ ਉੱਪਰ ਜਾ ਕੇ ਛਾ ਜਾਈਏ। ਕਮਿਊਨਿਟੀ ਦੀ ਉਦਾਹਰਨ ਠੀਕ ਹੈ, ਬੰਦੇ ਛਾਏ ਵੀ, ਪਰ ਜਦੋਂ ਆਪਾਂ ਜੇ ਉਹਨਾਂ ਬੰਦਿਆਂ ਦੀ ਗਾਂ ਡਿਟੇਲ ਪੜ੍ਹਨ ਲੱਗੀਏ ਵੀ ਉਸ ਕਮਿਊਨਿਟੀ ਦੇ ਵਿੱਚ ਆਪਸੀ ਭਾਈਚਾਰਾ ਕਿੱਦਾਂ ਦਾ, ਜੇ ਕੋਈ ਡਿੱਗਦਾ ਹੋਵੇ ਤੇ ਉਹ ਆਪਣਾ ਸਾਰਾ ਰੁੜਦਾ ਛੱਡ ਕੇ ਵੀ ਉਹਦੀ ਬਾਂਹ ਫੜਨਗੇ ਵੀ ਵੀਰੇ ਜਾਵੇ ਨਾ, ਉਹ ਵਾਲੀ ਜਿਹੜੀ ਸਪਿਰਿਟ ਹੈ ਉਹ ਆਪਾਂ ਕਿੱਥੋਂ ਲੈ ਕੇ ਆਵਾਂਗੇ। ਆਪਣੇ ਵਾਲੇ ਪਾਸੇ ਤੇ ਇਹ ਹੁੰਦਾ ਵੀ ਅੱਛਾ ਇਹ ਟੱਪ ਚਲੇ, ਕੰਧ ਫੜ, ਪਜਾਮਾ ਲੱਤੋਂ ਫੜ ਲੈ, ਜਾਵੇ ਨਾ। ਤੇ ਦੂਜੇ ਪਾਸੇ ਇਹ ਹੁੰਦਾ ਵੀ ਅਗਲਾ ਕਹਿੰਦਾ ਵੀ ਯਾਰ ਇਹ ਖੂਹ 'ਚ ਡਿੱਗ ਪੈਣ ਲੱਗਾ, ਜੋ ਮਰਜ਼ੀ ਹੋ ਜੇ, ਇਹ ਨਹੀਂ ਮੈਂ ਡਿੱਗਣ ਦੇਣਾ। ਇਹ ਸੋਚ ਦਾ ਜਿਹੜਾ ਅੰਤਰ ਹੈ ਉਹ ਆਪਾਂ ਕਿੱਦਾਂ ਚੇਂਜ ਕਰਾਂਗੇ। ਸਿਰਾ ਹੀ ਲੱਗਾ ਪਿਆ ਸੰਧਾਲੀਆ ਸਾਹਿਬ, ਚੰਗਾ ਹੋਇਆ ਤੁਸੀਂ ਆਹ ਵੀ ਗੱਲ ਕੀਤੀ। ਅੱਜ ਗੱਲਾਂ ਤੁਸੀਂ 2-3 ਸਿਆਣੀਆਂ ਕੀਤੀਆਂ। ਗੋਲੀ ਕਿਤੇ ਗਲਤ ਖਾ ਲਈ, ਨਹੀਂ ਦਵਾਈ ਤੁਹਾਨੂੰ ਹੋਰ ਲੈ ਕੇ ਦੇਣੀ ਹੈ ਜਿਹੜੀ ਕੱਲ੍ਹ ਦੀ ਸਟਾਰਟ ਕੀਤੀ ਆ। ਤੁਸੀਂ ਇਹ ਦੇਖੋ ਕਿ ਅਸੀਂ ਪੰਜਾਬੀ ਹੁੰਨੇ ਆ, ਅਸੀਂ ਆਮ ਹੀ ਕਹਿੰਦੇ ਹਾਂ, ਅਸੀਂ ਪਹਿਲਾਂ ਪੰਜਾਬੀ ਹੁੰਨੇ ਆ, ਪਰ ਉਹ ਉਦੋਂ ਹੁੰਨੇ ਜਦੋਂ ਪੰਜਾਬ ਤੋਂ ਬਾਹਰ ਹੁੰਨੇ ਆ। ਜਦੋਂ ਅਸੀਂ ਪੰਜਾਬ ਦੇ ਅੰਦਰ ਹੁੰਨੇ ਆ ਫਿਰ ਅਸੀਂ ਮਲਵਈ ਹੁੰਨੇ ਆ, ਅਸੀਂ ਦੁਆਬੀਏ ਹੁੰਨੇ ਆ, ਅਸੀਂ ਮਝੈਲ ਹੁੰਨੇ ਆ। ਉਹਦੇ ਤੋਂ ਬਾਅਦ ਵੀ ਚਲੋ ਮੈਂ ਦੁਆਬੇ ਨੂੰ ਲੈ ਲੈਣਾ, ਫਿਰ ਅਸੀਂ ਜਲੰਧਰੀਏ ਹੁੰਨੇ ਆ, ਅਸੀਂ ਹੁਸ਼ਿਆਰਪੁਰੀਏ ਹੁੰਨੇ ਆ, ਅਸੀਂ ਕਪੂਰਥਲੇ ਵਾਲੇ ਹੁੰਨੇ ਆ, ਅਸੀਂ ਨਵਾਂ ਸ਼ਹਿਰ ਵਾਲੇ ਹੁੰਨੇ ਆ। ਫਿਰ ਜਦੋਂ ਉਹਦੇ ਵਿੱਚ ਵੀ ਆਪਾਂ ਲੈ ਲਈਏ, ਜਾਣੀ ਕਿ ਸਾਡੇ ਅੰਦਰ ਟੋਟੇ ਕਿੰਨੇ ਆ, ਜਦੋਂ ਫਿਰ ਅਸੀਂ ਜਲੰਧਰੀਏ ਨਹੀਂ ਹੁੰਦੇ, ਜਦੋਂ ਜਲੰਧਰ 'ਚ ਆ ਜਾਈਦਾ, ਫਿਰ ਅਸੀਂ ਭੋਗਪੁਰੀਏ ਹੁੰਨੇ ਆ, ਫਿਰ ਅਸੀਂ ਸ਼ਾਹਕੋਟ ਵਾਲੇ ਹੁੰਨੇ ਆ, ਫਿਰ ਅਸੀਂ ਨਕੋਦਰ ਵਾਲੇ ਹੁੰਨੇ ਆ, ਫਿਰ ਅਸੀਂ ਨੂਰਮਹਿਲ ਵਾਲੇ ਹੁੰਨੇ ਆ, ਫਿਰ ਅਸੀਂ ਜਲੰਧਰ ਸ਼ਹਿਰ, ਜਲੰਧਰ ਪੱਛਮੀ, ਜਲੰਧਰ ਉੱਤਰੀ, ਜਲੰਧਰ ਦੱਖਣੀ ਵਾਲੇ ਹੁੰਨੇ ਆ। ਉਹਦੇ ਤੋਂ ਬਾਅਦ ਅਸੀਂ ਆਪਣੇ ਪਿੰਡ ਵਾਲੇ ਹੁੰਨੇ ਆ, ਤੇ ਜਦੋਂ ਪਿੰਡ ਦੇ ਵਿੱਚ ਆ ਜਾਂਦੇ ਆ ਫਿਰ ਅਸੀਂ ਉਹ ਹੁੰਨੇ ਆ, ਦੂਜੇ ਪਾਸੇ ਵਾਲੇ ਤਾਂ ਹੋਰ ਹੀ ਹੁੰਦੇ ਆ, ਫਿਰ ਅਸੀਂ ਜਾਤਾਂ 'ਚ ਆ ਜਾਂਦੇ ਆ। ਉਹਦੇ ਵਿੱਚੋਂ ਵੀ ਜਦੋਂ ਹੁੰਨੇ ਆ ਇਹ ਸਾਡੇ ਗੋਤੀ ਹੁੰਦੇ ਆ, ਉਹ ਮਹੱਲੇ ਵਾਲੇ ਦੇ ਵਿੱਚ ਵੀ ਨਾ ਫਿਰ ਸਾਡੇ ਗੋਤੀ ਆ ਜਾਂਦੇ ਆ, ਗੋਤੀਆਂ ਦੇ ਵਿੱਚੋਂ ਵੀ ਫਿਰ ਸਾਡਾ ਟੱਬਰ ਜਿਹਾ ਆ ਜਾਂਦਾ, ਫਿਰ ਟੱਬਰ 'ਚ ਵੀ ਆਉਂਦੇ, ਫਿਰ ਭਰਾਵਾਂ ਦੇ ਵਿੱਚੋਂ ਵੀ ਇਹ ਫਿਰ ਮੇਰਾ ਮੁੰਡਾ ਤੇ ਫਿਰ ਉਹਦਾ ਮੁੰਡਾ। ਜਾਣੀ ਇੰਨੀ ਵੰਡ ਮੈਨੂੰ ਲੱਗਦਾ ਕਿ ਦੁਨੀਆ ਦੇ ਕਿਸੇ ਖਿੱਤੇ 'ਚ ਕਿਸੇ ਭਾਈਚਾਰੇ 'ਚ ਨਹੀਂ ਹੋਣੀ। ਜੇ ਮੈਂ ਗਲਤ ਕਹਿਣਾ ਤਾਂ ਦੱਸ ਦਿਓ। ਬਾਬੇ ਨਾਨਕ ਨੇ ਸਾਨੂੰ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਸੀ। ਆਹੀ ਇੱਕ ਫਰਕ ਆ। ਦੇਖੋ ਇਹ ਕਾਰਨ ਆ ਵੀ ਆਪਾਂ ਪੰਜਾਬ ਲੱਭਦੇ ਫਿਰਦੇ ਆ। ਪਹਿਲਾਂ ਤੇ ਉਹ ਸਾਡਾ ਪੰਜਾਬ ਜੇ ਸ਼ਬਦ ਦੀ ਗੱਲ ਕਰਦੇ, ਪੰਜਾਬ ਦੇ ਹਿਸਾਬ ਨਾਲ ਉਹ ਵੇਖਣਾ ਵੀ ਪਊਗਾ ਵੀ ਯਾਰ ਉੱਥੇ ਵੱਸਦੇ ਲੋਕ ਜਿਹੜੇ ਨੇ ਉਹ ਆਪਣੇ ਨੇ। ਪਹਿਲਾਂ ਤੇ ਉਹ ਆਪਣੱਤ ਪੈਦਾ ਕਰਨੀ ਪਊਗੀ। ਹਾਂ, ਜਦੋਂ ਆਪਾਂ ਨੂੰ ਕੋਈ ਇਤਿਹਾਸ ਸੁਣਾ ਕੇ ਤੇ ਆਪਣੇ ਉਸ ਹਿਸਾਬ ਨਾਲ ਕੋਈ ਖੂਨ ਖੋਲਣ ਲਾਉਣਾ ਹੋਵੇ ਤੇ ਫਿਰ ਤੇ ਜਿਵੇਂ ਮਰਜ਼ੀ ਲਾ ਲਓ। ਯਾਰ ਪੰਜਾਬ ਇੱਕ ਸੂਬੀ ਬਣ ਗਿਆ ਪੁੱਤ, ਪਹਿਲਾਂ ਇਹ ਦਿੱਲੀ ਤੱਕ ਹੁੰਦਾ ਸੀ, ਇੱਧਰ ਨੂੰ ਚਲੇ ਜਾਓ ਤੇ ਆਪਣਾ ਰਾਜ ਉਹ ਜੰਮੂ ਕਸ਼ਮੀਰ ਤੋਂ ਤਾਂ ਤੱਕ ਹੁੰਦਾ ਸੀ। ਲੈ, ਕਾਬਲ ਫਤਿਹ ਕਰਨ ਵਾਲੇ ਆਪਾਂ ਹੀ ਆ ਵੀਰ, ਹੋਰ ਤਾਂ ਗਿਆ ਹੀ ਕੋਈ ਨਹੀਂ। ਫਿਰ ਜਦੋਂ ਤੁਸੀਂ ਦੇਖੋ ਵੀ ਅੱਜ ਜੰਮੇ ਜਵਾਗ ਨੂੰ ਜਦੋਂ ਆਪਾਂ ਇਹ ਚੀਜ਼ ਦੱਸਾਂਗੇ ਵੀ ਯਾਰ ਪੰਜਾਬ ਕਿੱਥੋਂ ਤੱਕ ਹੁੰਦਾ ਸੀ, ਉਹ ਸੋਚੂਗਾ ਵੀ ਅੱਛਾ ਯਾਰ ਐਡਾ ਖਿੱਤਾ ਸਾਡੇ ਨਾਲ ਤਾਂ ਇੰਨਾ ਕੀ ਰਹਿ ਗਿਆ। ਪਰ ਆਪਾਂ ਵੰਡਣ ਤੇ ਆਪ ਲੱਗ ਪਏ। ਅੱਜ ਦੀ ਡੇਟ ਦੇ ਵਿੱਚ ਤੁਸੀਂ ਵੇਖ ਲਓ ਵੀ 2 ਭਰਾ ਆ, ਵਿਆਹੇ ਮਗਰੋਂ ਜਾਂਦੇ, ਉਦੋਂ ਬਾਅਦ ਬਾਪੂ ਦੀ ਧੌਣ ਤੇ ਗੋਡਾ ਪਹਿਲਾਂ ਦਾ ਤੂੰ ਅੱਡ ਕਰ, ਸਾਨੂੰ ਚੁੱਲ੍ਹਾ ਅੱਡ ਚਾਹੀਦੇ।
ਆਪਾਂ ਤੇ ਚੁੱਲ੍ਹੇ ਅੱਡ ਕਰ ਕਰਕੇ ਆਪਾਂ ਆਪ ਖੁਦ ਛੋਟਾ ਕਰੀ ਜਾਂਦੇ ਆਪਣੇ ਆਪ ਨੂੰ, ਤੇ ਫਿਰ ਆਪਾਂ ਆਪਣੇ ਨੂੰ ਇਹ ਕਿਵੇਂ ਦੇਖਦੇ ਵੀ ਜਦੋਂ ਆਪਾਂ ਗਲੋਬਲੀ ਹਰੇਕ ਦੁਨੀਆ ਦੇ ਹਰੇਕ ਸ਼ਹਿਰ ਦੇ ਵਿੱਚ ਦੇਸ਼ 'ਚ ਜਾ ਕੇ ਆਪਾਂ ਪੰਜਾਬ ਵਸਾ ਲਿਆ, ਪਰ ਫਿਰ ਵੀ ਆਪਾਂ ਉਸ ਪੰਜਾਬ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਕਮੀ ਕਿੱਥੇ ਰਹਿ ਗਈ? ਕਿਤੇ ਮੈਨੂੰ ਲੱਗਦਾ ਸੋਚ ਪ੍ਰੋਸੈਸ ਤਾਂ ਨਹੀਂ ਹੈਗਾ ਜਿਹੜਾ ਚੇਂਜ ਕਰਨ ਦੀ ਲੋੜ ਆ। ਹੁਣ ਬੰਦਾ ਸੋਚੂਗਾ ਵੀ ਯਾਰ ਇਸ ਗੱਲ ਦਾ ਨੌਜਵਾਨੀ ਨਾਲ ਕੀ ਗੱਲ, ਆਪਾਂ ਸਟਾਰਟਿੰਗ 'ਚ ਗੱਲ ਕਹੀ ਸੀ ਵੀ ਜਿਹੜੀ ਪੀੜ੍ਹੀ ਲੰਘ ਗਈ, ਜੇ ਉਹਨੇ ਕੋਈ ਗਲਤੀ ਕਰ ਲਈ ਤੇ ਉਹਦੀ, ਜੇ ਚੰਗਾ ਕੰਮ ਕਰ ਲਿਆ ਤੇ ਉਹਦਾ, ਗਾਂਹ ਪੰਜਾਬ ਉਹਨਾਂ ਦਾ ਜਿਨ੍ਹਾਂ ਨੇ ਉੱਥੇ ਵਸਣਾ, ਜਿਨ੍ਹਾਂ ਰਹਿਣਾ ਜੀ। ਸੋ ਭਵਿੱਖ ਜਿਹੜਾ ਹੈ ਮੈਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਇਹ ਚੇਂਜ ਕਰਨ ਦੀ ਲੋੜ ਆ ਵੀ ਤੁਸੀਂ ਆਪਣੇ ਖਿੱਤੇ ਨੂੰ, ਆਪਣੇ ਘਰ ਨੂੰ, ਕਾਰੋਬਾਰ ਨੂੰ, ਆਪਣੇ ਆਪ ਨੂੰ ਕਿਹੋ ਜਿਹਾ ਬਣਾਉਣਾ ਲਈ ਤੁਹਾਨੂੰ ਆਪ ਮਿਹਨਤ ਕਰਨੀ ਪੈਣੀ। ਦੇਖੋ ਸੰਧਾਲੀਆ ਸਾਹਿਬ, ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਸੰਦੀਪ ਨੰਗਲ ਅੰਬੀਆਂ ਦਾ ਜ਼ਿਕਰ ਆਪਾਂ ਸ਼ੁਰੂ 'ਚ ਵੀ ਕੀਤਾ ਸੀ, ਪਾਣੀ ਸਾਡੇ ਗੰਧਲੇ, ਸਾਰਾ ਕੁਝ ਹੋਈ ਜਾਂਦਾ। ਅਸੀਂ ਇਸ ਗੱਲੋਂ ਬਹੁਤ ਪਰੇਸ਼ਾਨ ਆ ਕਿ ਘਰ ਦੇ ਬੱਚਿਆਂ ਦਾ ਹੋਊਗਾ ਕਿ ਜਿੱਦਣ ਕਿਤੇ ਜਹਾਜ਼ੇ ਚੜ ਜਾਂਦੇ ਆ 100 ਵਾਰੀ ਮੱਥਾ ਟੇਕੀ ਦਾ। ਹੁਣ ਠੀਕ ਆ ਬਈ, ਹੁਣ ਠੀਕ ਆ ਬਈ। ਇੱਥੇ ਆ ਕੇ ਜਿਹੜੀਆਂ ਸਮੱਸਿਆਵਾਂ ਉਹ ਵੱਖਰੀਆਂ। ਐਜੂਕੇਸ਼ਨ ਸਿਸਟਮ ਠੀਕ ਤਾਂ ਕਰਨਾ ਪਊਗਾ। ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾਂ ਸਾਨੂੰ ਇੱਕ ਟਰੈਕ 'ਤੇ ਹੋਣਾ ਪਊਗਾ ਕਿ ਭਾਈ ਨੌਜਵਾਨ ਉੱਧਰਲੇ ਪਾਸੇ ਜਾਂਦਾ ਕਿਉਂ ਆ। ਪੈਸੇ ਹੈਗੇ ਨੇ, ਜੇ ਇੱਕ ਪਿੰਡ ਦੇ ਵਿੱਚ 20 ਵਿਆਹ ਇੱਕ ਸਾਲ ਦੇ ਵਿੱਚ ਹੁੰਦੇ ਆ, 20 ਲੱਖ ਵਾਲੀ ਆਪਾਂ ਲਾ ਲਈਏ, ਕਿੰਨੇ ਕਰੋੜ ਰੁਪਈਆ ਜੇ ਆਪਾਂ ਪਿੰਡ 'ਚ ਉੱਧਰ ਲਾ ਸਕਦੇ ਹਾਂ? 2 ਲੱਖ ਰੁਪਈਆ ਦੀ ਲਾਇਬ੍ਰੇਰੀ ਵੀ ਖੁੱਲ੍ਹ ਸਕਦੀ ਹੈ। ਜੇ ਆਪਾਂ 5-7 ਕਰੋੜ ਸਾਲ ਦਾ ਪਿੰਡ ਦੇ ਵਿੱਚ ਵਿਆਹਾਂ ਦੇ ਉੱਤੇ ਲਾ ਸਕਦੇ ਹਾਂ, ਅਤੇ ਉੱਥੇ 5000 ਰੁਪਈਏ 'ਚ ਸ਼ਾਮ ਨੂੰ 2 ਘੰਟੇ ਦਾ ਕੋਚ ਰੱਖ ਕੇ ਉੱਥੇ ਫਿਜ਼ੀਕਲ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਜੇ ਆਪਾਂ 20000 ਰੁਪਈਆ ਸਾਲ ਦਾ ਖਰਚੀਏ ਤਾਂ ਕਿਸੇ ਕੰਪਨੀ ਤੋਂ, ਕਿਸੇ ਐਕਸਪਰਟ ਤੋਂ ਆਪਾਂ 2-4 ਦਿਨ ਦਾ ਪਿੰਡ 'ਚ ਕੈਂਪ ਲਵਾ ਕੇ ਗਾਈਡੈਂਸ ਐਂਡ ਕਾਉਂਸਲਿੰਗ ਦਾ ਪ੍ਰਬੰਧ ਉੱਥੇ ਹੀ ਕਰ ਸਕਦੇ ਹਾਂ। ਅਸੀਂ ਥੋੜ੍ਹਾ ਜਿਹਾ ਜਾਤਾਂ ਦੇ ਵਿੱਚੋਂ, ਮਜ਼ਹਬਾਂ ਦੇ ਵਿੱਚੋਂ, ਧਰਮਾਂ ਦੀ ਨਫ਼ਰਤ ਦੇ ਵਿੱਚੋਂ ਬਾਹਰ ਨਿਕਲੀਏ। ਦੁਨੀਆ ਕਿੱਥੇ ਨੂੰ ਜਾਂਦੀ ਹੈ? ਜ਼ਰੂਰੀ ਨਹੀਂ ਕਿ ਅਸੀਂ ਗੁਰੂ ਘਰ ਦੇ ਵਿੱਚ, ਪਿੰਡ ਦੇ ਪ੍ਰਾਇਮਰੀ ਸਕੂਲ 'ਚ, ਪੰਚਾਇਤ 'ਚ ਲੰਬੜਦਾਰੀ ਝਗੜਾ ਹੋਇਆ ਤਾਂ ਪਿੰਡ ਦਾ ਇਕੱਠ ਉਦੋਂ ਹੀ ਕਰਨਾ। ਕਦੇ ਹੁੰਦਾ ਕਿ ਗਾਂਹ ਵਧਣ ਦੇ ਲਈ ਕਿਸੇ ਨੇ ਇਕੱਠ ਕੀਤਾ ਹੋਵੇ ਪੰਜਾਬ 'ਚ ਕਿ ਭਾਈ ਸਿਲੇਬਸ ਕਿੱਧਰ ਨੂੰ ਜਾਂਦੇ ਨੇ, ਬੱਚਿਆਂ ਨੂੰ ਕਿੱਧਰ ਨੂੰ ਤੋਰਨਾ ਹੈ, ਆਹ ਕੰਮ ਹੋਈ ਜਾਂਦਾ। ਕਿੰਨੇ ਕੁ ਪਿੰਡਾਂ 'ਚ ਕਿਤੇ ਇਕੱਠ ਹੋਇਆ? ਅਸੀਂ ਕਦੇ ਇਕੱਠੇ ਹੋ ਕੇ ਬੈਠੇ ਹਾਂ? ਜਿੱਦਣ ਕੋਈ ਕਟਾਪਾ ਕੱਢਦਾ ਆ ਗਿਆ ਅਸੀਂ ਉਦੋਂ ਇਕੱਠੇ ਹੁੰਦੇ ਹਾਂ ਕਿ ਭਾਈ ਹੁਣ ਆਹ ਹੋ ਚੱਲਾ, ਹੁਣ ਆਹ ਹੋ ਚੱਲਾ। ਉਹ ਯਾਰ ਇਕੱਠੇ ਹੋਣਾ ਸਿੱਖ ਲਈਏ ਜਿੱਥੇ ਆਪਾਂ ਚਿੰਤਨ ਕਰੀਏ ਕਿ ਆਪਾਂ ਇੱਥੇ ਕਿ ਬੈਠੇ ਹਾਂ। ਉਦੋਂ ਤਾਂ ਅਸੀਂ ਮੁੱਛਾਂ ਨੂੰ ਵੱਟ ਦੇਈ ਜਾਣਾ, ਮੈਂ ਆਉਂਗਾ, ਉਹ ਕਰ ਲਵੇ, ਸਾਨੂੰ ਕੀ ਲੋੜ ਆ, ਮੈਂ ਵਿਆਹ ਜਾਣਾ, ਮੈਂ ਉੱਥੇ ਜਾਣਾ, ਮੈਂ ਕਿਤੇ ਵਿਹਲਾ। ਘਰੇ ਭਾਵਾਂ ਮੰਜੇ ਦੀ ਦੌਣ ਹੀ ਕੱਸੀ ਜਾਵੇ ਬੰਦਾ, ਪੰਜਾਬ ਦਾ ਭਵਿੱਖ ਨਹੀਂ ਕੱਸਣਾ। ਚਲੋ ਹੁਣ ਆਪਣੇ ਵੀ ਜਾਣ ਦਾ ਸਮਾਂ ਹੋ ਗਿਆ, ਤੇ ਹੁਣ ਤੱਕ ਮੇਰੇ ਖਿਆਲ ਨਾਲ ਟਿੱਪਣੀ ਕਰਨ ਵਾਲੇ ਵੀ ਕਈਆਂ ਲਿਖਤੀਆਂ ਹੋਣੀਆਂ। 2-4 ਤੇ ਪਹਿਲਾਂ ਮਾਂ ਦੀਆਂ, ਭੈਣ ਦੀਆਂ ਗਾਲਾਂ ਕੱਢੀਆਂ ਹੋਣੀਆਂ ਸਾਨੂੰ, ਫਿਰ ਕਿਹਾ ਵੀ ਇਹ ਗਿਆਨ ਵੰਡਦੇ ਹੀ, ਤੇ ਫਿਰ ਕਿਹਾ ਵੀ ਖਬਰ ਸੁਣਾਓ ਜਿਹੜਾ ਤੁਹਾਡੇ ਕੰਮ ਕਰਨ ਵਾਲਾ। ਚਲੋ ਉਹਦੀ ਅਸੀਂ ਮਾਫੀ ਮੰਗਦੇ ਵੀ ਅੱਜ ਅਸੀਂ ਖਬਰ ਨਹੀਂ ਸੁਣਾ ਸਕੇ, ਕੱਲ੍ਹ ਨੂੰ ਸਾਰੀਆਂ ਸੁਣਾ ਦਾਂਗੇ ਜੇ ਕਹਿਣਗੇ, ਟਿੱਪਣੀਆਂ ਲੈਣੀਆਂ। ਦੂਜੀ ਗੱਲ ਇਹ ਵੀ ਆ ਵੀ ਜੇ ਖਬਰ ਅਸੀਂ ਸੁਣਾਤੀ ਜੀ, ਜੇ ਕੋਈ ਮਰ ਗਿਆ ਤੇ ਸਾਡੇ ਖਬਰ ਨਾ ਸੁਣਾਉਣ ਦੇ ਨਾਲ ਉਹ ਮਰਿਆ ਰਹੇਗਾ, ਤੇ ਜੇ ਅਸੀਂ ਸੁਣਾ ਦਿੱਤੀ ਤੇ ਉਹ ਜਿਉਂਦਾ ਹੋ ਜਾਣਾ, ਅਸੀਂ ਤਾਂ ਦੱਸ ਦਿਓ। ਜਾਂ ਜਿਹੜੀਆਂ ਗੱਲਾਂ ਆਪਾਂ ਅੱਜ ਕਰ ਲਈਆਂ, ਜੇ ਇਹਨਾਂ ਨੂੰ ਕਿਤੇ ਗਾਂਹ ਆਪਾਂ ਚੇਂਜ ਕਰ ਲਵਾਂਗੇ ਤੇ ਆਪਣਾ ਕੋਈ ਭਵਿੱਖ ਬਦਲਦਾ ਹੋਊ ਤਾਂ ਦੱਸ ਦਿਓ। ਤੇ ਜੇ ਠੀਕ ਲੱਗੇ, ਜਿੱਥੋਂ ਗੱਲ ਫਿਰ ਚੱਲੀ ਸੀ ਵੀ ਯਾਰ ਚੱਜ ਦੀ ਅਕਲ ਦੀ ਗੱਲ ਆਪਾਂ ਕਰਨ ਵੀ ਲੱਗ ਪਈਏ, ਗਾਂਹ ਤੋਰਨ ਵੀ ਲੱਗ ਪਈਏ, ਤੇ ਸ਼ਾਇਦ ਕੋਈ ਬਦਲਾਅ ਆ ਜੇ। ਤੇ ਜੇ ਆਪਾਂ ਸਵਾਦ ਹੀ ਲੈਣਾ, ਉਹ ਤਾਂ ਫਿਰ ਪੰਜਾਬੀ 'ਚ ਕੰਟੈਂਟ ਬਹੁਤ ਬਣ ਰਿਹਾ, ਹੋਰ ਵੀ ਬਣੂਗਾ। ਨਹੀਂ, ਹੋਰ ਵੀ ਬਣੂਗਾ। ਸੰਧਾਲੀਆ ਸਾਹਿਬ, ਪਰਿਵਾਰ ਆ, ਟੱਬਰ ਆ ਪ੍ਰਾਈਮ ਏਸ਼ੀਆ ਦਾ, ਤੇ ਤੁਸੀਂ ਦੱਸ ਦਿਓ। ਜੇ ਤਾਂ ਅਸੀਂ 15 ਦਿਨ ਇੱਕ ਅੱਧਾ ਪ੍ਰੋਗਰਾਮ ਇਦਾਂ ਦਾ ਰੱਖਿਆ ਕਰਨਾ, ਜੇ ਤੁਹਾਨੂੰ ਲੱਗਦਾ ਠੀਕ ਆ। ਨਹੀਂ ਤਾਂ ਖਬਰਾਂ ਵਾਲੇ ਟੀਕੇ ਜਿੰਨੇ ਮਰਜ਼ੀ ਜੀ ਭਰ ਕੇ, ਉਹ ਕੋਈ ਗੱਲ ਨਹੀਂ, ਉਹ ਬੜੇ ਨੇ। ਉਹਦਾ ਕੰਮ ਬੜਾ ਸੌਖਾ ਹੋ ਗਿਆ ਅੱਜ ਕੱਲ੍ਹ ਨਾ। ਉਹ ਸਾਨੂੰ ਸਾਡੇ ਸੂਤਰਾਂ ਤੋਂ ਪਤਾ ਲੱਗਾ ਵੀ ਆਹ ਜਿਹੜਾ ਕੱਪ ਹੈ ਥੋੜ੍ਹੀ ਦੇਰ ਤੱਕ ਸੋਨੇ ਦਾ ਹੋ ਜਾਣਾ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।